कै बखानी है। ਭੂਮ ਕੇ ਬਸਈਆ ਜਿਹੜੇ ਭੋਰੇ ਪੱਟ ਕੇ ਰਹਿੰਦੇ ਨੇ ਨਾ ਅੰਦਰੇ, ਕਹਿੰਦੇ ਨੇ ਬਈ ਚੰਦਰਮਾ ਵੀ ਸਾਡਾ ਸਰੀਰ ਨਾ ਦੇਖ ਲਵੇ, ਦਿਨ ਰਾਤ ਅੰਦਰ ਰਹਿੰਦੇ ਨੇ, ਹਨੇਰੇ 'ਚ ਨਿਕਲਦੇ ਨੇ। भूम के बसैया ਉਹ ਭੂਮ ਕੇ ਬਸਈਆ ਨੇ। ਐ ਸਮਝ ਲਓ ਵੀ ਉਹ ਇੱਕ ਬੜਾ ਚੂਹਾ ਉਹਨਾਂ ਨੂੰ ਘੀਸ ਕਹਿੰਦੇ ਨੇ। ਉਹ ਬਾਹਰ ਬਹੁਤ ਘੱਟ ਨਿਕਲਦਾ, ਭੱਜ ਨਹੀਂ ਨਾ ਹੁੰਦਾ ਉਹ ਤੇ ਫਿਰ ਉਹਨੂੰ ਕਹਿੰਦੇ ਐ ਮੰਨ ਲਓ ਵੀ ਘੀਸ ਹੈ। ताहे पूचरी के जइया कहे। ਪੂਜਰੀ ਕੇ ਜਈਆ ਘੀਸ ਹੁੰਦਾ, ਬੜਾ ਚੂਹਾ ਹੁੰਦਾ ਉਹਨੂੰ ਘੀਸ ਕਹਿੰਦੇ ਨੇ। ਪੂਜਰੀ ਉਹ ਘੀਸ ਜਿਵੇਂ ਨਹੀਂ ਨਾ ਰਹਿੰਦੇ ਬਾਹਰ ਆਉਂਦੀ ਖੱਡ ਤੋਂ, ਐ ਉਹ ਬਾਹਰ ਨਹੀਂ ਆਉਂਦੇ ਖੱਡ ਤੋਂ। ਯਾਨੀ ਜਾਨਵਰਾਂ ਨਾਲ ਇਹਨਾਂ ਲੋਕਾਂ ਨੂੰ ਤੁਲਨਾ ਕੀਤੀ ਹੋਈ ਹੈ। ਬੁੱਧੀ ਇਹਨਾਂ ਦੀ ਜਾਨਵਰਾਂ ਵਾਲੀ ਹੈ ਵੀ ਤੁਸੀਂ ਆਦਮੀ ਹੋ, ਤੁਸੀਂ ਕਿਉਂ ਅੰਦਰ ਬੈਠੇ ਹੋ? ਅਸਲ 'ਚ ਗਿਆਨ ਤੋਂ ਸਖਣੇ ਨੇ ਲੋਕ। ਇਹ ਬਣੇ ਬੈਠੇ ਨੇ ਗੁਰੂ, ਕੋਈ ਸਵਾਲ ਨਾ ਕਰ ਦਵੇ ਆ ਕੇ, ਦੇਣ ਨੂੰ ਬੱਲੇ ਕੁਛ ਹੈ ਨਹੀਂ। ਇਸ ਕਰਕੇ ਲੁਕੇ ਬੈਠੇ ਰਹਿੰਦੇ ਨੇ। ਲੋਕਾਂ ਨੂੰ ਇਹ ਵੀ ਬੱਲੇ ਬੱਲੇ ਬੜਾ ਵੇ ਤਪ ਕਰਦਾ ਹੈ। ਉਹ ਬੱਲੇ ਬੱਲੇ ਥੱਲੇ ਬੈਠਣ ਦੀ ਬੱਲੇ ਬੱਲੇ, ਹੋਰ ਕੁਛ ਨਹੀਂ ਹੈ। ਉਹਨਾਂ ਦੇ ਪਰਦੇ ਫੁੱਲੇ ਨੇ ਕਿ ਜਾ ਕੇ ਮਿਲਦੇ ਰਹੇ ਨੇ, ਉਹਨਾਂ ਨੂੰ ਗੱਲਾਂ ਬਾਤਾਂ ਕਰਦੇ ਰਹੇ ਨੇ। ਉਹ ਵੀ ਪਤਾ ਹੀ ਹੈ, ਆਮ ਲੋਕਾਂ ਦੀ ਸ਼ਰਧਾ ਹੁੰਦੀ ਹੈ ਇਹਨਾਂ ਤੇ। पूचरी के जइया कहे नभ के उठैया सो चिड़ैया कै बखानी है। ਜਿਹੜੇ ਆਕਾਸ਼ 'ਚ ਉੜਨ ਦੀਆਂ ਗੱਲਾਂ ਕਰਦੇ ਨੇ ਉਹ ਚਿੜੀਆਂ चिड़ैया कै बखानी। ਚਿੜੀਆਂ ਨੇ, ਜਿਵੇਂ ਚਿੜੀਆਂ ਉੜਦੀਆਂ ਨੇ ਚਿੜਈਆ। ਚਿੜੀਆਂ ਸਾਰਾ ਦਿਨ ਬਾਹਰ ਉੜਦੀਆਂ ਰਹਿੰਦੀਆਂ ਨੇ। ਪੰਛੀ ਜਾਨਵਰ ਉੜਦੇ ਹੀ ਰਹਿੰਦੇ ਨੇ। ਪੰਛੀਆਂ ਨੂੰ ਕਿੰਨਾ ਗਿਆਨ ਹੁੰਦਾ, ਕਿੰਨੀ ਉਹਨਾਂ 'ਚ ਕਰਾਮਾਤ ਹੁੰਦੀ ਹੈ ਪੰਛੀਆਂ 'ਚ। ਸਮਝਿਆ ਜੀ? ਕੀ ਉਹਨਾਂ ਦੇ ਬਸ ਵਿੱਚ ਹੁੰਦਾ ਪੰਛੀਆਂ ਦੇ? ਐ ਮੰਨ ਲਓ ਬਸ ਉਹ ਪੰਛੀ फल के पछैया ताहे बांदरी के जइया कहे। ਜਿਹੜੇ ਕੱਲੇ ਫਲ ਖਾਂਦੇ ਨੇ, ਸਬਜ਼ੀਆਂ ਆ ਫਲ ਖਾਂਦੇ ਨੇ, ਫਲੋ ਆਹਾਰੀ ਕਹਿੰਦੇ ਨੇ ਉਹ ਆਪਣੇ ਆਪ ਨੂੰ। ਫਲੋ ਆਹਾਰੀ, ਫਲ ਖਾਣੇ ਵਾਲੇ। ਕੋਈ ਵਰਤ ਰੱਖ ਕੇ ਫਲ ਖਾਂਦੇ ਨੇ, ਉਦੋਂ ਅੱਜ ਫਲੇ ਖਾਣੇ ਅੰਨ ਨਹੀਂ ਖਾਣਾ। ਕਹਿੰਦੇ ਬਾਂਦਰ ਫਲੇ ਖਾਂਦਾ। ਬਾਂਦਰ ਹੁੰਦੇ ਨੇ ਨਾ, ਉਹ ਵਿਚਾਰੇ ਪੇੜਾਂ ਤੇ ਫਲ ਫੁਲ ਖਾ ਕੇ ਗੁਜ਼ਾਰਾ ਕਰਦੇ ਨੇ। ਜਿਹੋ ਜਿਹੇ ਫਲ ਹੁੰਦੇ ਖਾ ਲੈਂਦੇ। ਐਂ ਸਮਝ ਲਓ ਵੀ ਬਾਂਦਰੀ ਦੇ ਬੱਚੇ ਨੇ। ਬਾਂਦਰੀ ਕੇ ਜਈਆ ਕਹਿਣ। आदिस फिरैया ते तो भूत कै पछानी है। ਜਿਹੜੇ ਬਹੁਤੇ ਲੋਕੇ ਫਿਰਦੇ ਨੇ ਛੁਪ ਕੇ, ਕਹਿੰਦੇ ਨੇ ਸਾਨੂੰ ਕੋਈ ਦੇਖੇ ਨਾ ਲਵੇ, ਉਹ ਸਮਝ ਲਓ ਵੀ ਭੂਤ ਨੇ। ਭੂਤ ਪ੍ਰੇਤ ਹੁੰਦੇ ਨੇ ਨਾ, ਕੋਈ ਦੇਖ ਨਹੀਂ ਸਕਦਾ। ਲੁਕਦੇ ਤਾਂ ਭੂਤ ਹੁੰਦੇ ਨੇ। ਆਦਮੀ ਨੂੰ ਤਾਂ ਲੁਕਣ ਵਾਸਤੇ ਉਹਨੂੰ ਸਰੀਰ ਦਿੱਤਾ ਵੀ ਲੁਕਣ ਦੀ ਲੋੜ ਨਹੀਂ ਤੈਨੂੰ। ਉਹ ਸਮਝ ਲਓ ਭੂਤ ਨੇ। ਉਹ ਦੀਦੇ ਨਹੀਂ ਨਾ ਲੋਕਾਂ ਨੂੰ। जल के तरैया को गंगेरी सी कहत जग। ਜਿਹੜੇ ਜਲ ਦੇ ਵਿੱਚ ਤਰਦੇ ਨੇ ਬਹੁਤ, ਵੀ ਅਸੀਂ ਡੁੱਬਦੇ ਹੀ ਨਹੀਂ। ਇੱਕ ਉਹ ਹੁੰਦਾ ਜਲ ਦੇ ਉੱਤੇ ਕੀੜਾ, ਉਹਨੂੰ ਜਲਾਹਾ ਕਹਿੰਦੇ ਨੇ। ਜਲ ਦੇ ਉੱਤੇ ਹੁੰਦਾ ਛੋਟਾ ਜਿਹਾ ਕੀੜਾ ਹੁੰਦਾ, ਬਹੁਤ ਤੇਜ਼ ਭੱਜਦਾ ਹੁੰਦਾ ਉਹ। ਐ ਸਮਝ ਲਓ ਵੀ ਜਲ ਦੇ ਤਰਈਆ ਉਹ ਗੰਗੇਰੀ ਕਿਹੜਾ ਡੁੱਬਦਾ, ਕਿੰਨਾ ਤੇਜ਼ ਭੱਜਦਾ। ਇੰਨਾ ਤੇਜ਼ ਕਿਹੜਾ ਤਰ ਲੂ। गंगेरी सी कहत जग। ਸਾਰਾ ਸੰਸਾਰ ਉਹਨੂੰ ਗੰਗੇਰੀ ਕਹਿੰਦਾ, ਪਾਣੀ ਦੇ ਤਰਨ ਵਾਲੇ ਨੂੰ। ਐ ਸਮਝ ਲਓ ਗੰਗੇਰੀ ਨੂੰ ਵੀ ਇਹ ਕਮਜ਼ੋਰ ਨੇ, ਉਹਨਾਂ ਤੇਜ਼ ਨਹੀਂ ਤਰ ਸਕਦੇ। ਉਹ ਪਾਣੀ 'ਚ ਉੱਤੇ ਹੀ ਰਹਿੰਦਾ, ਪਾਣੀ ਦੇ। ਬੜੀਆਂ ਬੜੀਆਂ ਲੰਬੀਆਂ ਲੰਬੀਆਂ आग के पछैया सो चौकोर सममानी है। ਜਿਹੜੇ ਅੱਗ ਖਾ ਲੈਂਦੇ ਨੇ, ਕਹਿੰਦੇ ਨੇ ਅਸੀਂ ਅੱਗ ਨਿਕਲ ਲੈਂਦੇ। ਚਕੋਰ ਸੂਰਜ ਵੱਲ ਝੱਕਦੀ ਰਹਿੰਦੀ ਹੈ। ਜਿੰਨਾ ਚਿਰ ਸੂਰਜ ਰਹਿੰਦਾ ਉਹਨਾਂ ਚਿਰ ਝਾਕਦੀ ਹੈ। ਉਹ ਅੱਗ ਖਾਣ ਵਾਲੀ ਹੈ, ਉਹਨੂੰ ਗਰਮੀ ਨਹੀਂ ਲੱਗਦੀ ਹੈ ਸੂਰਜ ਤੋਂ। ਜਿੰਨਾ ਮਰਜ਼ੀ ਸੂਰਜ ਤਪਦਾ ਹੋਵੇ, ਉਹਨੂੰ ਸੂਰਜ ਚਾਹੀਦਾ, ਗਰਮੀ ਚਾਹੀਦੀ ਹੈ। ਜੇ ਅੱਗ ਦੇ ਪਿੱਛੇ ਜਾਣਾ, ਐ ਸਮਝ ਲਓ ਚਕੋਰ ਦੀ ਜੂਨ ਆ ਉਹ। ਪਿਛਲੀ ਜੂਨ 'ਚ ਚਕੋਰ ਤੇ ਐਂ ਕਹਿ ਲਓ, ਉਹ ਆਦਤ ਗਈ ਨਹੀਂ ਇਹਨਾਂ ਦੀ ਜੋ। सूरज सवैया ताहे कोल की बढ़ाई देत। ਜਿਹੜੇ ਸੂਰਜ ਦੀ ਸੇਵਾ ਕਰਨ ਵਾਲੇ ਨੇ, ਉਹ ਕੌਲ ਫੁੱਲ ਹੁੰਦਾ, ਜਿਹੜਾ ਕਮਲ
ਟੋਭਿਆਂ 'ਚ ਹੁੰਦਾ ਹੈ। ਕਮਲ ਖਿੜਕਦਾ ਸੂਰਜ ਨੂੰ ਦੇਖ ਕੇ, ਸੂਰਜ ਤੋਂ ਬਿਨਾਂ ਕਮਲ ਨਹੀਂ ਖਿੜਦਾ। ਸੂਰਜ ਚਾਹੀਦਾ ਉਹਨੂੰ, ਧੁੱਪ। ਜਿਹੜੇ ਸੂਰਜ ਦੀ ਸੇਵਾ ਕਰਦੇ ਨੇ, ਸੂਰਜ ਨੂੰ ਦੇਖ ਕੇ ਸਵੇਰੇ ਪਾਣੀ ਦਿੰਦੇ ਨੇ, ਖੁਸ਼ ਹੁੰਦੇ ਨੇ, ਉਹ ਸਮਝ ਲਓ ਕਮਲ ਵੀ ਇੱਕ ਬੂਟੀ ਹੋਈ ਹੈ, ਉਤਪੋ ਜਾਏ। ਥੱਲੇ ਦੀ ਜੂਨੀ ਹੈ, ਬਹੁਤ ਘੱਟ ਚੇਤਨਾ ਵਾਲਾ। ਯਾਨੀ ਇੰਨਾ ਅੱਗੇ ਉਹਨਾਂ ਦੇ ਅੰਦਰ ਸਮਝ ਲਓ ਬੁੱਧੀ ਹੈ ਜਿੰਨੀ ਕਮਲ ਫੁੱਲ ਦੇ ਵਿੱਚ ਜੀਵਾਤਮਾ ਦੀ ਬੁੱਧੀ ਹੁੰਦੀ ਹੈ, ਐਨੀ ਉਹਨਾਂ ਨੂੰ ਹੋਸ਼ ਹੈ। ਚੰਦਰਮਾ ਸਵਈਆ ਕੋ ਕਵੀ ਕਹਿ ਪਹਿਚਾਨੀਐ। ਜਿਹੜੇ ਚੰਦਰਮਾ ਦੀ ਸੇਵਾ ਕਰਦੇ ਨੇ, ਚੰਦਰਮੇ ਨੂੰ, ਉਹ ਜਿਹੜੇ ਕਵੀ ਨੇ ਚੰਦਰਮਾ ਨੂੰ ਜ਼ਿਆਦਾ ਉਹ ਮੰਨਦੇ ਨੇ। ਕਵਿਤਾ ਲਿਖਣ ਵਾਲੇ ਨਾ ਚੰਦਰਮੇ ਦੀ ਜ਼ਿਆਦਾ ਕਰਦੇ ਨੇ। ਨਾਰਾਇਣ ਕੱਛ ਮੱਛ ਤਿੰਦੂਆ ਕਹਿਤ ਸਭ। ਨਾਰਾਇਣ ਕੱਛ ਮੱਛ ਹੈ, ਤਿੰਦੂਆ ਜਿਹੜਾ ਕੱਛ ਮੱਛ ਹੈ ਨਾ, ਔਰ ਤਿੰਦੂ ਹੈ, ਇਹਦਾ ਨਾਮ ਨਾਰਾਇਣ ਰੱਖਿਆ ਹੋਇਆ ਲੋਕਾਂ ਨੇ। ਕਿਉਂ? ਨਾਰਾਇਣ ਦਾ ਇਹ ਗੱਲ ਹੈ। ਨਾਰਾਇਣ ਕਹਿੰਦੇ ਪਾਣੀ 'ਚ ਰਹਿੰਦਾ। ਨਾਰਾਇਣ ਕਿਉਂ? ਨਿੰਦਸ ਭੁੱਲੀ ਗਵਾਰੀ। ਨਾਰਾਇਣ ਨਿੰਦਸ ਭੁੱਲੀ ਗਵਾਰੀ। ਉਹ ਸਮਝਦਾ ਹੈ ਵੀ ਜਿਹੜਾ ਸਰੀਰ ਹੈ ਨਾ, ਸਰੀਰ ਦੇ ਧਾਰੀ ਹੈ, ਇਹ ਪਾਣੀ ਦਾ ਬੁਲਬੁਲ ਹੈ ਨਾ। ਨਾਰਾਇਣ ਇਹਦੇ ਨਾਲ ਜੁੜਿਆ ਹੋਇਆ। ਜਲ ਦੇ ਵਿੱਚ ਬਾਸ ਜੀਵ ਦਾ ਹੈ। ਬਬੀਹਾ ਜਲ ਮੈਂ ਤੇਰਾ ਬਾਸ ਹੈ। ਜਾਂ ਤਾਂ ਬਬੀਹੇ ਨੂੰ ਨਾਰਾਇਣ ਸਮਝਦੇ ਨੇ, ਉਹਨਾਂ ਨੂੰ ਦਾਲ ਦਾ ਪਤਾ ਨਹੀਂ ਹੈ। ਨਾਰਾਇਣ ਦਾ ਜਲ ਵਿੱਚ ਬਾਸ ਸਮਝਦੇ ਨੇ। ਕੱਛ ਮੱਛ ਦਾ ਜਲ ਵਿੱਚ ਬਾਸ ਹੁੰਦਾ, ਤੇ ਦੂਏ ਦਾ ਜਲ ਵਿੱਚ ਬਾਸ ਹੁੰਦਾ। ਇਸ ਕਰਕੇ ਇਹਦਾ ਨਾਮ ਵੀ ਨਾਰਾਇਣ ਪਾ ਲਿਆ ਲੋਕਾਂ ਨੇ। ਕੱਛ ਦਾ, ਕੱਛ ਅਵਤਾਰ ਹੈ ਨਾ, ਮੱਛ ਵੀ ਅਵਤਾਰ ਹੈ ਮੰਨਿਆ ਹੋਇਆ ਨਾ। ਇਹ ਨਾਰਾਇਣ ਦੇ ਅਵਤਾਰ ਨੇ ਸਾਰੇ। ਤੇ ਦੂਆ ਜਿਹੜਾ ਹੁੰਦਾ ਹਾਂ, ਜਿਹਨੂੰ ਕਹਿੰਦੇ ਨੇ ਨਾਕਾ, ਇਹ ਸਾਰੇ ਇਹਨੂੰ ਕਹਿੰਦੇ ਨਾਰਾਇਣ ਕਹਿੰਦੇ ਨੇ। ਇਹਨੂੰ ਵੀ ਨਾਰਾਇਣ ਕਹਿੰਦੇ ਨੇ। ਉਹਨਾਂ ਵਾਲਾ ਨਾਰਾਇਣ ਤਾਂ ਫਿਰ ਤੇਂਦੂਆ ਵੀ ਨਾਰਾਇਣ ਹੈ, ਕੱਛ ਮੱਛ ਵੀ, ਸ਼ਾਇਦ ਤਾਂ ਹੀ ਉਹ ਅਵਤਾਰ ਮੰਨਦੇ ਨੇ। ਕੌਲ ਨਾਭ ਕੌਲ ਜਿਹੇ ਤਾਲ ਮੈਂ ਰਹਿਤ ਹੈ। ਜੇ ਤੁਸੀਂ ਉਹਨੂੰ ਕਮਲ ਫੁੱਲ ਦਾ ਖਿਤਾਬ ਦਵੋ ਪਰਮੇਸ਼ਰ ਨੂੰ, ਕੌਲ ਫੁੱਲ ਹੈ ਉਹ, ਤਾਂ ਫਿਰ ਜਿਹੜੇ ਟੋਭੇ ਦੇ ਵਿੱਚ, ਛੱਪੜ ਦੇ ਵਿੱਚ ਕਮਲ ਫੁੱਲ ਨੇ, ਉਹ ਛੱਪੜ ਦਾ ਫਿਰ ਕੌਲ ਫੁੱਲ ਦਾ ਖਜ਼ਾਨਾ ਹੀ ਹੋ ਗਿਆ। ਛੱਪੜ 'ਚ ਤਾਂ ਕੌਲ ਪੈਦਾ ਹੁੰਦੇ ਨੇ, ਉਹ ਤਾਂ ਫਿਰ ਕੌਲ ਫੁੱਲਾਂ ਦਾ ਖਜ਼ਾਨਾ ਹੋ ਗਿਆ। ਗੋਪੀਨਾਥ ਗੁਜਰ ਗੋਪਾਲ ਸਭੈ ਧੇਨ ਝਾਰੀ। ਜਿਹੜੇ ਧੇਨ ਚਾਰੀ ਹੈ, ਕ੍ਰਿਸ਼ਨ ਨੂੰ ਕਹਿੰਦੇ ਨੇ ਧੇਨ ਚਾਰੀ। ਗੋਪਾਲ, ਗੋਪੀਨਾਥ ਗੁਜਰ ਗੋਪਾਲ ਸਭੈ ਧੇਨ ਝਾਰੀ। ਗੋਪੀਨਾਥ ਇਹ ਤਾਂ ਗੁੱਜਰ ਨੇ ਸਾਰੇ। ਗੋਪੀਨਾਥ ਵੀ ਨੇ। ਗੋਪੀਨਾਥ ਉਹਦੇ ਜਿਹੜਾ ਗਾਵਾਂ, ਜਿਹੜਾ ਗਾਇਆਂ ਦਾ, ਅਸਲ ਦੇ ਵਿੱਚ ਗਾਇਆਂ ਨੂੰ ਇਹਨਾਂ ਨੇ ਗੋਪੀ ਬਣਾ ਲਿਆ ਨਾ। ਗੋ ਜਦ ਗਾਇਆਂ ਨੂੰ ਬਣਾ ਲਿਆ, ਉਹ ਇਸੇ ਕਰਕੇ ਉਹਦੇ ਨਾਮ ਤੇ ਬਣਾ ਹੋਈ ਹੈ ਨਾ, ਵੀ ਗਾਇ ਜਿਉਂਦੀ ਕਰ। ਆਤਮਾ ਨੂੰ ਛੱਡ ਕੇ, ਮੱਤ ਨੂੰ ਗਾਇ ਛੱਡ ਕੇ ਨਾ, ਗੋ ਛੱਡ ਕੇ ਆ ਗਊ ਨੂੰ ਬਣਾ ਲਿਆ ਮਾਤਾ। ਮੱਤ ਨੇ ਦੁੱਧ ਦੇਣਾ ਸੀ, ਉਹਨਾਂ ਨੇ ਗਊ ਦਾ ਦੁੱਧ, ਇਹਨੂੰ ਮਾਤਾ ਬਣਾ ਲਿਆ। ਮੱਤ ਮਾਤਾ ਦੀ ਜਗ੍ਹਾ ਗਊ ਮਾਤਾ ਬਣ ਗਈ। ਗੋਪੀਨਾਥ ਗੁਜਰ ਗੋਪਾਲ ਸਭੈ ਧੇਨ ਝਾਰੀ। ਇਹ ਤਿੰਨ ਚਾਰੀ ਨੇ ਸਾਰੇ, ਗਊਆਂ ਚਾਰਨ ਵਾਲੇ। ਜੇ ਕ੍ਰਿਸ਼ਨ ਨੇ ਗਊਆਂ ਚਾਲੀਆਂ ਫਿਰ ਕੀ ਹੋ ਗਿਆ? ਇਹ ਸਾਰੇ ਗਈਆਂ ਚਾਰਦੇ ਹੀ ਨੇ। ਗੁੱਜਰ ਨੇ, ਉਹਨਾਂ ਨੂੰ ਗੋਪੀਨਾਥ ਕਹਿੰਦੇ ਨੇ ਲੋਕ। ਗੋਪਾਲ ਵੀ ਨੇ, ਗਊਆਂ ਪਾਲਣ ਵਾਲੇ ਦਾ ਨਾਮ ਗੋਪਾਲ ਹੈ। ਇਹ ਸਾਰੇ ਗਊਆਂ ਚਾਰਨ ਵਾਲੇ ਨੇ। ਕ੍ਰਿਸ਼ਨ ਵੀ ਇਹ ਜਿਹਾ ਹੀ ਸੀ। ਫਿਰ ਇਹ ਸਾਰੇ ਕ੍ਰਿਸ਼ਨ ਦੇ ਅਵਤਾਰ ਨੇ। ਫਿਰ ਰਿਖੀਕੇਸ਼ ਨਾਮ ਕੈ ਮਹੰਤ ਲਹੀਅਤ ਹੈ। ਰਿਖੀਕੇਸ਼, ਜੇ ਤੁਸੀਂ ਕਹੋ ਪਰਮੇਸ਼ਰ ਦਾ ਨਾਮ ਵੀ ਰਿਖੀਕੇਸ਼ ਹੈ, ਰਿਖੀਕੇਸ਼ ਨਾਮ ਤਾਂ ਕਿੰਨੇ ਹੀ ਮਹੰਤ ਨੇ ਆਪਣਾ ਨਾਮ ਰਿਖੀਕੇਸ਼ ਰੱਖੀ ਬੈਠੇ ਨੇ। ਕਿੰਨੇ ਮਹੰਤ ਨੇ। ਮਹੰਤ ਬੜੇ ਡੇਰਿਆਂ ਦੇ ਜਿਹੜੇ ਹੁੰਦੇ ਨੇ, ਬੜੇ ਸੰਤ ਜਿਹੜੇ 1008 ਲਿਖਦੇ ਨੇ, ਉਹ ਮਹੰਤ ਹੁੰਦੇ ਨੇ। ਸੰਤ ਹੁੰਦੇ ਨੇ ਜਿਹੜੇ 108 ਵਾਲੇ ਸੰਤ, 1008 ਵਾਲੇ ਮਹੰਤ ਵੱਡੇ, ਜਿਨ੍ਹਾਂ ਦੇ ਸੰਤ ਵੀ ਚੇਲੇ ਹੋਣ, ਉਹ ਰਿਖੀਕੇਸ਼ ਆਪਣੇ ਆਪ ਨੂੰ ਕਹਿੰਦੇ ਨੇ।
ਤੇ ਉਹ ਵੀ ਫਿਰ ਪਰਮੇਸ਼ਰੇ ਹੋਏ, ਪਰਮੇਸ਼ਰ ਦਾ ਨਾਮ ਰੱਖ ਲਿਆ ਉਹਨਾਂ ਨੇ, ਮਹੰਤ ਕਹਿ ਬਖਾਨੀ। माधव भंवर और अटेरू को कन्हैया नाम। ਮਾਧਵ ਭਵਰ ਦਾ ਭੌਰਾ ਜਿਹੜਾ ਨਾ ਫੁੱਲਾਂ ਤੇ ਫਿਰਦਾ ਉਹਨੂੰ ਮਾਧਵ ਕਹਿੰਦੇ ਨੇ। ਹੁਣ ਪਰਮੇਸ਼ਰ ਨੂੰ ਵੀ ਮਾਧਵ ਕਹਿੰਦੇ ਨੇ। ਮਾਧਵ ਵੈਸੇ ਤੂੰ ਐਸਾ, माधव ਭੌਰੇ ਨੂੰ ਮਾਧਵ ਕਹਿੰਦੇ ਨੇ ਬੋਲੀ ਚ। ਜੇ ਮਾਧਵ ਕਹੋਗੇ ਫਿਰ ਭੌਰਾ ਹੀ ਹੋਇਆ। ਤੁਹਾਡਾ ਰੱਬ ਦਾ ਫਿਰ ਭੌਰਾ ਵੀ ਰੱਬੇ ਹੈ। ਭਾਸ਼ਾ ਦੀ ਗੱਲ ਹੈ। ਦੇਖੋ ਭਾਸ਼ਾ ਇੱਕ ਹੈ। ਭੌਰੇ ਨੂੰ ਵੀ ਮਾਧਵ ਕਹਿੰਦੇ ਹੋ ਤੁਸੀਂ, ਪਰਮੇਸ਼ਰ ਨੂੰ ਵੀ ਮਾਧਵ ਕਹਿੰਦੇ ਹੋ। ਇੱਕੋ ਲਫ਼ਜ਼ ਦੋਹਾਂ ਖਾਤਰ ਜੇ ਆ ਗਿਆ ਤਾਂ ਇਹਦਾ ਮਤਲਬ ਪਰਮੇਸ਼ਰ ਦੀ ਕੋਈ ਤੁਹਾਡੇ ਅੰਦਰ ਵੈਲਿਊ ਨਹੀਂ ਹੈ। ਉਹ ਤਾਂ ਇੱਕ ਜਾਨਵਰ ਦਾ ਨਾਮ ਹੈ। ਸਮਝੇ ਨਹੀਂ? ਅਟੇਰੂ माधव भंवर और अटेरू को कन्हैया नाम। ਕਨਈਆ ਕਹਿੰਦੇ ਨੇ ਅਟੇਰੂ ਨੂੰ। ਅਟੇਰੂ ਹੁੰਦੀ ਹੈ ਬੜੇ ਟੰਗਾਂ ਵਾਲੀ ਮੱਕੜੀ ਹੁੰਦੀ ਹੈ ਨਾ, ਬੜੀਆਂ ਟੰਗਾਂ ਵਾਲੀ, ਉਹਨੂੰ ਅਟੇਰੂ ਕਹਿੰਦੇ ਨੇ। ਉਹ ਵਿੱਚੋਂ ਕਰਦਾ ਨਾ ਜਾਲ ਜਿਹਾ ਬਣਦਾ ਹੈ, ਜਾਲ ਬਣਦੀ ਹੈ ਨਾ, ਉਹ ਅਟੇਰੂ ਤਾਂ ਕਹਿੰਦੇ ਨੇ। को कन्हैया नाम। ਕਨਈਆ ਇਹਨੂੰ ਕਹਿੰਦੇ ਨੇ। ਉਹਦਾ ਨਾਮ ਕਨਈਆ ਹੈ ਮੱਕੜੀ ਦਾ, ਕਾਗਜ਼ਾਂ 'ਚ। ਮੱਕੜੀ ਆਹੋ ਨਾ ਅਟੇਰੂ। ਮਾਧਵ ਤਾਂ ਉਹ ਹੈ ਨਾ भंवर ਭੌਰਾ ਜਿਹੜਾ ਫੁੱਲਾਂ ਤੇ ਬਹਿੰਦਾ, ਉਹ ਮਾਧਵ ਹੈ। ਅਟੇਰੂ ਕਨਈਆ ਹੈ। कंस को बधैया जमदूत कहियत हैं। ਜਿਹੜਾ ਕੰਸ ਦਾ ਵਧਣ ਵਾਲਾ ਹੈ, ਅਸਲ ਦਾ ਤਾਂ ਜਮਦੂਤ ਹੈ ਉਹ। ਜੇ ਕ੍ਰਿਸ਼ਨ ਆ ਫਿਰ ਜਮਦੂਤ ਦੇ ਹੋਇਆ ਕ੍ਰਿਸ਼ਨ। ਜੇ ਕ੍ਰਿਸ਼ਨ ਨੇ ਮਾਰਿਆ ਫਿਰ ਜਮਦੂਤ ਆ। ਜਮਦੂਤ ਕ੍ਰਿਸ਼ਨ ਹੈ ਜਾਂ ਤਾਂ ਹੁਕਮ ਨੇ ਮਾਰਿਆ ਉਹ। ਜੇ ਕ੍ਰਿਸ਼ਨ ਨੇ ਮਾਰਿਆ ਫਿਰ ਕ੍ਰਿਸ਼ਨ ਦੇ ਜਮਦੂਤ ਹੈ। मूड रूढ़ पीटत न गूढ़ता को भेद पावे। ਮੂੜ ਰੂੜ ਪੀਟਤ न गूढ़ता ਨਾ को भेद ਗੂੜਤਾ पावे। ਕੋ ਭੇਦ ਪਾਵੇ। ਮੂਰਖ ਨੇ ਲੋਕ ਸਾਰੇ, ਮੂਰਖ। ਰੂੜੀਵਾਦੀ ਨੇ ਲਕੀਰ ਨੂੰ ਪਿੱਟੀ ਜਾਂਦੇ ਨੇ। ਸੱਪ ਨਾ ਗਿਆ ਲਕੀਰ ਕੁੱਟੀ ਜਾਂਦੇ ਨੇ। ਗੂੜਤਾ ਨਹੀਂ ਜਾਣਦੇ ਗੱਲ ਦੀ। ਗੂੜਤਾ ਕੀ ਹੈ? ਜਾਤ ਨੂੰ ਦੇਖਦੇ ਨੇ, ਜੋਤ ਨੂੰ ਨਹੀਂ ਦੇਖਦੇ। ਜੋਤ ਤੇ ਨਹੀਂ ਜਾ ਸਕਦੇ, ਜਾਤ ਤੇ ਹੀ ਖੜੇ ਨੇ। पूजत न ताहे जाके राखे रहियत हैं। ਉਹਦੀ ਪੂਜਾ ਨਹੀਂ ਕਰਦੇ ਜਿਹੜਾ ਸਾਨੂੰ ਬਚਾਉਣ ਵਾਲਾ ਹੈ, ਜਿਹਦੇ ਨਾਲ ਜੁੜ ਕੇ ਅਸੀਂ ਕਾਲ ਤੋਂ ਬਚ ਸਕਦੇ ਹਾਂ। ਜਿਹੜਾ ਸਾਨੂੰ ਜੰਮਣ ਵਾਲੇ ਦੇ ਗੇੜ ਚੋਂ ਬਚਾ ਸਕਦਾ ਹੈ, ਉਹਦੇ ਨਾਲ ਨਹੀਂ ਜੁੜਦੇ, ਉਹਦੀ ਪੂਜਾ ਨਹੀਂ ਕਰਦੇ। विषपाल जगतकाल दीन दयाल बैरी साल सदा। ਬੈਰੀ ਸਾਲ सदा प्रतपाल जम जाल ते रहत है। ਵਿਸ਼ਵਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ। ਜਿਹੜਾ ਵਿਸ਼ਵ ਦੀ ਪਾਲਣਾ ਕਰਨ ਵਾਲਾ ਹੈ, ਸਾਰੇ ਜਗਤ ਦਾ ਕਾਲ ਉਹੀ ਹੈ। ਪਾਲਣਾ ਵੀ ਉਹੀ ਕਰਦਾ ਹੈ, ਕਾਲ ਵੀ ਉਹੀ ਕਰਦਾ ਹੈ। ਪਿੱਛੇ ਕਹਿਤਾ ਨਾ ਵੀ ਉਹ ਜਿਹੜਾ ਬਚਾਉਣ ਵਾਲਾ ਹੈ, ਉਹਦੀ ਪੂਜਾ ਨਹੀਂ ਨਾ ਕਰਦੇ। ਪਿਛਲੀ ਪੰਕਤੀ ਤੇ ਛੱਡਿਆ ਸੀ ਵੀ ਪੂਜਤ ਨਾ ਤਾਹੇ ਜਾ ਕੇ ਰਾਖੇ ਰਹੀਅਤ ਹੈ। ਰਾਖੇ ਕਿਹਦਾ ਕੋਲ ਰਖਵਾਲਾ ਕੌਣ? ਕਿਹਦੇ ਨਾਲ ਜੁੜ ਕੇ ਅਸੀਂ ਕਿਹਦੀ ਪੂਜਾ ਕਰਕੇ ਅਸੀਂ ਬਚਾਂਗੇ ਜਮ ਦੇ ਜਾਲ ਚੋਂ? विषपाल ਜਿਹੜਾ ਵਿਸ਼ਵ ਦੀ ਪਾਲਣਾ ਕਰਦਾ ਹੈ, ਉਹ ਵਿਸ਼ਵ ਦੀ ਪਾਲਣਾ ਕਰਨ ਵਾਲਾ ਹੀ ਕਾਲ ਹੈ। ਜੇ ਉਹਦੇ ਛੱਡ ਚਲੇ ਜਾਵਾਂਗੇ ਫਿਰ ਨਹੀਂ ਕੁਝ ਕਹਿੰਦਾ ਉਹ। ਉਹਦੀ ਜੇ ਛੱਡ ਨਹੀਂ ਜਾਵਾਂਗੇ ਫਿਰ ਮਾਰਦਾ। ਛੱਡਣਾ ਇਹਨੂੰ ਨਹੀਂ ਕੋਈ ਕੁਝ ਕਹਿੰਦਾ। ਕੋਈ ਰਾਜਾ ਜਿਹੜਾ ਉਹਦਾ ਵਿਰੋਧ ਕਰੂ, ਉਸੇ ਨਾਲ ਲੜਾਈ ਹੈ, ਉਸੇ ਨੂੰ ਮਾਰੂ। ਜੇ ਉਹਦੀ ਛੱਡ ਚਲਿਆ ਗਿਆ ਫਿਰ ਉਹਨੇ ਕੀ ਕਹਿਣਾ? ਵਿਸ਼ਵਪਾਲ जगतकाल ਜਗਤ ਕਾਲ ਹੈ ਜਿਹੜਾ ਉਹਦਾ ਵਿਰੋਧ ਕਰਦਾ ਹੈ। ਜੇ ਨਹੀਂ ਵਿਰੋਧ ਕਰਦਾ ਫਿਰ ਦੀਨ ਦਿਆਲ ਹੈ। ਜਿਹੜਾ ਉਹਦੇ ਅੱਗੇ ਦੀਨ ਹੋ ਗਿਆ ਉਹ ਤੇ ਦਿਆਲ ਹੋ ਜਾਂਦਾ। ਤਿੰਨ ਲਫ਼ਜ਼ ਆਏ ਨੇ। विषपाल जगतकाल दीन दयाल। ਜਿਹੜਾ ਹੁਕਮ ਦੀ ਵਿਰੋਧ ਕਰਦਾ ਹੁਕਮ ਵਿਸ਼ਵਪਾਲ ਹੈ। ਹੁਕਮ ਵਿਸ਼ਵਪਾਲ, ਵਿਸ਼ਵ ਦੀ ਪਾਲਣਾ ਕਰਦਾ। ਜਿਹੜਾ ਹੁਕਮ ਦੀ ਵਿਰੋਧ ਨਾ ਕਰਦਾ ਉਹਦਾ ਹੁਕਮ ਕਾਲ ਹੈ। ਉਹੀ ਹੁਕਮ ਉਹਦਾ ਕਾਲ ਹੈ। ਜਿਹੜਾ ਉਹਦੇ ਅੱਗੇ ਸਰੈਂਡਰ ਹੋ ਜਾਵੇ, ਹੁਕਮ ਦੇ ਭਾਣਾ ਮੰਨ ਲਵੇ, ਸਿਰ ਝੁਕਾ ਦੇਵੇ, ਉਹ ਤੇ ਉਹਦਾ ਦਿਆਲ ਹੈ। ਉਹਦੇ ਤੇ
ਉਹ ਦੀਨ ਤੇ ਦਿਆਲ ਹੈ, ਜਿਹੜਾ ਦੀਨ ਹੋ ਜਵੇ ਦਿਆਲ ਹੈ। ਬੈਰੀ ਸਾਲ ਜੇ ਗੁਰੂ ਸਾਹਮਣੇ ਬਣ ਕੇ ਖੜਾ ਹੋ ਜਾਵੇ ਫਿਰ ਦਿਆਲ ਨਹੀਂ ਹੈ। ਜੇ ਉਹਦੇ ਸਾਹਮਣੇ ਬੜਾ ਬਣ ਕੇ, ਗੁਰੂ ਤਾਂ ਆਪੇ ਹੈ, ਗੁਰੂ ਤਾਂ ਸ਼ਬਦ ਗੁਰੂ ਹੈ, ਹੁਕਮ ਆਪੇ ਗੁਰੂ ਹੈ। ਜੇ ਉਹਦੇ ਸਾਹਮਣੇ ਗੁਰੂ ਬਣ ਕੇ ਖੜਾ ਹੋ ਜਾਵੇ ਉਹਦੀ ਬਖਸ਼ਿਸ਼ ਨਹੀਂ ਹੈ, ਦੀਨ ਦੀ ਬਖਸ਼ਿਸ਼ ਹੈ। ਦੀਨਾਂ ਕੀ ਪ੍ਰਤਪਾਲ ਕਰੇ, ਦੀਨਾਂ ਦੀ ਪ੍ਰਤਪਾਲ ਕਰਦਾ। ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਤ ਗਾਰੈ। ਜਿਹੜੇ ਉਹਦਾ ਵਿਰੋਧ ਕਰਦੇ ਨੇ ਉਹਦੇ ਦੁਨੀਆ ਨੂੰ ਤੰਗ ਕਰਨ ਵਾਲੇ ਨੇ, ਦੁਨੀਆ ਤੇ ਰੋਬ ਝਾੜਨ ਵਾਲੇ ਨੇ, ਪ੍ਰੈਸ਼ਰ ਆਪਣੇ ਹੁਕਮ ਚਲਾਉਣ ਵਾਲੇ ਨੇ ਲੋਕਾਂ ਨੂੰ, ਉਹਨਾਂ ਨੂੰ ਗਨੀਮਤਾਂ ਨੂੰ ਗਾਲ ਦਿੰਦਾ, ਹੰਕਾਰੀਆਂ ਨੂੰ ਨਾਸ ਕਰ ਦਿੰਦਾ। ਉਹਨਾਂ ਦਾ ਗਨੀਮਤ ਗਾਰੈ। ਬੈਰੀ ਸਾਲ, ਬੈਰੀ ਸਾਲ ਜਿਹੜੇ ਦੀਨ ਦਿਆਲ ਹੈ, ਜਿਹਦੇ ਤੇ ਜਿਹੜੇ ਦੀਨ ਨੇ ਉਹਦੇ ਅੱਗੇ ਉਹਨਾਂ ਦੇ ਜਾਂ ਦਿਆਲ ਹੁੰਦਾ, ਉਹਨਾਂ ਦੇ ਜਿਹੜੇ ਦੁੱਖ ਨੇ ਉਹਨਾਂ ਦਾ ਦੁਸ਼ਮਣ ਬਣ ਜਾਂਦਾ। ਸਾਲ ਦੁੱਖਾਂ ਦਾ ਨਾਸ ਕਰਨ ਵਾਲਾ ਬੈਰੀ ਸਾਲ, ਸਾਲ ਹੁੰਦੇ ਦੁੱਖ। ਸਦਾ ਪ੍ਰਤਪਾਲ ਜਮ ਜਾਲ ਤੇ ਰਹਿਤ ਹੈ। ਸਦਾ ਜਮ ਜਾਲ ਤੇ ਰਹਿਤ ਹੈ, ਸਦਾ ਪ੍ਰਤਪਾਲ ਕਰਦਾ ਫਿਰ ਉਹਨਾਂ ਦੀ, ਔਰ ਜਮ ਜਾਲ ਤੋਂ ਬਚਾ ਲੈਂਦਾ ਉਹਨਾਂ ਨੂੰ। ਪਿਛਲੇ ਸਵਾਲ ਦਾ ਜਵਾਬ ਆਇਆ ਇਹ, ਪਿਛਲੀ ਪੰਕਤੀ ਦਾ ਜਿਹੜਾ ਆਖਰੀ ਸੀ ਨਾ, ਪੂਜਤ ਨਾ ਤਾਹੇ ਜਾ ਕੇ ਰਾਖੇ ਰਹੀ ਰਹੇ, ਉਸ ਸਵਾਲ ਦਾ ਉਹ ਜਿਹੜੀ ਗੱਲ ਸੀ ਉਹਦਾ ਜਵਾਬ ਆਇਆ ਅੱਗੇ ਆ ਕੇ। ਜੋਗੀ ਜਟਾ ਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ। ਜੋਗੀ ਜਟਾ ਧਾਰੀ ਜਿੰਨੇ ਨੇ, ਜੋਗੀ ਨੇ ਜਟਾਂ ਵਾਲੇ ਨੇ ਵੱਡੇ ਵੱਡੇ, ਸਤੀ ਸਾਚੇ ਵੱਡੇ ਬ੍ਰਹਮਚਾਰੀ। ਸਤੀ ਨੇ ਸਤਵਾਦੀ ਨੇ, ਆਪਣੇ ਆਪ ਨੂੰ ਸੱਚ ਤੇ ਚੱਲਣ ਵਾਲੇ ਕਹਿੰਦੇ ਨੇ, ਸੱਚ ਤੇ ਚੱਲਦੇ ਵੀ ਨੇ। ਜਿੰਨਾ ਕੁ ਸੱਚ ਦਾ ਉਹਨਾਂ ਨੂੰ ਗਿਆਨ ਹੈ, ਜਿੰਨਾ ਕੁ ਜਿਹੋ ਜਿਹਾ ਸੱਚ ਤੋਂ ਉਹਨਾਂ ਨੂੰ ਸਮਝ ਆਇਆ ਗਿਆ ਜਾਂ ਸਮਝਿਆ, ਉਹ ਜਿਹਾ ਚੱਲਦੇ ਵੀ ਨੇ। ਜੋ ਮੂੰਹੋਂ ਕਹਿਤਾ ਵੱਡੇ ਬ੍ਰਹਮਚਾਰੀ। ਇੱਕ ਵੱਡੇ ਵੱਡੇ ਬ੍ਰਹਮਚਾਰੀ ਨੇ, ਉਹ ਲੱਗਦੇ ਤਿੰਨ ਕੈਟਾਗਰੀਆਂ ਨੇ ਇਹ। ਜੋਗੀ ਜਟਾ ਧਾਰੀ ਅੱਡ ਨੇ, ਇਹਨਾਂ 'ਚ ਵੀ ਬ੍ਰਹਮਚਾਰੀ ਨੇ। ਇੱਕ ਬ੍ਰਹਮਚਾਰੀ ਹੋਰ ਵੀ ਹੁੰਦੇ ਨੇ, ਉਹ ਜੋਗੀ ਨਹੀਂ ਹੁੰਦੇ। ਇੱਕ ਸਤਵਾਦੀ ਨੇ, ਇਹਨਾਂ ਜੋ ਬ੍ਰਹਮਚਾਰੀ ਹੁੰਦੇ ਸਤਵਾਦੀਆਂ ਚੋਂ। ਵੱਡੇ ਵੱਡੇ ਧਿਆਨ ਕਾਜ ਭੂਖ ਪਿਆਸ ਦੇ ਪੈ ਸਹਿਤ ਹੈ। ਧਿਆਨ ਐਸਾ ਲਾਉਂਦੇ ਨੇ, ਭੁੱਖ ਪਿਆਸ ਕਿੰਨੀ ਲੱਗੀ ਹੋਵੇ ਪਰਵਾਹ ਨਹੀਂ ਕਰਦੇ। ਵੀ ਧਿਆਨ ਰੱਖਣਾ ਉਹਦੇ ਵਿੱਚ, ਭੁੱਖ ਪਿਆਸ ਖਾਤਰ ਵੀ ਉੱਠ ਕੇ ਨਹੀਂ ਜਾਂਦੇ। ਦੇਹ ਤੇ ਉਹ ਸਹਿੰਦੇ ਨੇ ਭੁੱਖ ਪਿਆਸ ਦਾ ਅਸਰ। ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ। ਨਿਉਲੀ ਕਰਮ ਕਰਦੇ ਨੇ ਲੋਕ, ਜਲ ਹੋਮ ਪਾਵਕ ਪਵਨ ਹੋਮ। ਜਲ ਵਿੱਚ ਜਲ ਦਾ ਹੋਮ ਕਰਦੇ ਨੇ, ਜਲ ਵੀ ਵਿੱਚੋਂ ਪਾਉਂਦੇ ਹੁੰਦੇ ਨੇ ਨਾ, ਉਹਦੇ ਨਾਲ ਹਵਨ ਕਰਦੇ ਨੇ ਜਲ ਵਿੱਚ, ਮਤਲਬ ਜਲ ਦਾ। ਅਦੋ ਮੁਖ ਏਕ ਪਾਏ ਠਾਂਡੇ ਨਬਹਤ ਹੈ। ਨਾ ਬਹਿਤ ਹੈ ਠਾੜੇ, ਨਾ ਬਹਿਤ ਹੈ ਬਹਿਦੇ ਨਹੀਂ ਹਨ। ਅਦੋ ਮੁਖ ਏਕ ਅਦੋ ਮੁਖ ਹੁੰਦਾ ਉੱਤੇ ਨੂੰ ਮੂੰਹ ਚੱਕ ਕੇ ਰੱਖਣਾ ਆਕਾਸ਼ ਵਿੱਚ ਨੂੰ। ਇੱਕ ਟੰਗ ਭਾਰ ਖੜਨਾ, ਇੱਕ ਪਾਏ, ਇੱਕ ਟੰਗ ਭਾਰ ਖੜਨਾ, ਦੂਈ ਲੱਤ ਇੱਥੇ ਗੋਡੇ ਤੋਂ ਉੱਪਰ ਲਾ ਕੇ ਰੱਖਣੀ ਹੈ, ਨਾਲ ਉੱਪਰ ਨੂੰ ਮੂੰਹ ਰੱਖਣਾ ਆਕਾਸ਼ ਵਿੱਚ ਨੂੰ। ਠਾਂਡੇ ਨਾ ਬਹਿਤ ਹੈ, ਠਾੜੇ ਖੜੇ ਰਹਿਣਾ, ਬਹਿਣਾ ਨਹੀਂ ਹੈ। ਨਾ ਬਹਿਤ ਹੈ ਬਹਿਦੇ ਨਹੀਂ ਹਨ। ਇਹ ਵੀ ਭਗਤੀ ਹੈ ਇੱਕ। ਐਸੇ ਐਸੇ ਕੰਮ ਵੀ ਲੋਕ ਕਰਦੇ ਨੇ। ਗੁਰਬਾਣੀ ਇਹਨੂੰ ਨਕਾਰਦੀ ਹੈ, ਕਿਉਂਕਿ ਗਿਆਨ ਤੇ ਬਿਨਾਂ ਸਮਝਿਆ ਨਹੀਂ। कैसे पावे भगवंत को, ज्ञान के विहीन कैसे पावे भगवंत को। भगवंत। कबीर भी कहना जहाँ जहाँ ज्ञान तय धर्म है, जो ज्ञान नहीं तो धर्म है। ये धर्म कर्म नहीं आने है, ये कर्म धर्म ने। कर्म करते ने जो धर्म का सानू ज्ञान हो जाए। अजो तो धर्म का ज्ञान भी नहीं है इन्हों, धर्म की समझे नहीं है धर्म की हुंदा है। पहला धर्म की समझ होवे, फिर धर्म करे, फिर जो फल प्राप्त करे। गुरबाणी इन्हों धर्म जो मनती नहीं, ये धर्म नूं धर्म नहीं मनती, तां नहीं मनती, ये धर्म है नहीं। फिर धर्म के नाम से जिहड़े काम करते हैं लोग, इहदा मतलब उन्होंने धर्म की समझ ही नहीं। अपनी जनता धर्म ही करते हैं, वो पाप नहीं करते, पर वो धर्म है नहीं।
ਪਖੰਡ ਪਖੰਡ ਵੀ ਨਹੀਂ। ਜੇ ਕੋਈ ਇਮਾਨਦਾਰੀ ਨਾ ਕਰਦਾ ਪਖੰਡ ਵੀ ਹੈ ਨਹੀਂ, ਅਗਿਆਨਤਾ ਹੈ। ਭਰਮ ਵੀ ਅਸੀਂ ਕਰਦੇ ਹਾਂ। ਭਰਮੇ ਭੁੱਲਾ ਦਾ ਤਾਵੇ ਹੈ ਨਾ, ਭੱਜਿਆ ਫਿਰਦਾ ਬਥੇਰਾ ਹੋ ਧਰਮ ਦੇ ਕੰਮ ਨੂੰ ਤਾਂ। ਪਖੰਡ ਵੀ ਦੱਸਿਆ। ਮਾਨਵ ਫਨਿੰਦ ਦੇਵ ਦਾਨਵ ਨਾ ਪਾਵੇਂ ਭੇਵ। ਆ ਦੇਖੋ ਮਾਨਵ ਆਦਮੀ ਫਨਿੰਦ ਉਹੀ ਨੇ ਜਿਹੜੇ ਭੋਰਿਆਂ 'ਚ ਬਹਿੰਦੇ ਨੇ। ਦੇਵ ਦਾਨਵ, ਦੇਵਤੇ ਨੇ, ਦਾਨਵ ਨੇ, ਰਾਖਸ਼ ਨੇ। ਨਾ ਪਾਵੇਂ ਭੇਵ। ਕਿਸੇ ਨੇ ਇਹਨੂੰ ਸਮਝ ਨਹੀਂ ਆਈ ਗੱਲ ਕਰਨਾ ਕੀ ਹੈ, ਧਰਮ ਦਾ ਕਰਮ ਕੀ ਹੈ, ਕਰਨਾ ਕੀ ਹੈ, ਕਿਸੇ ਨੂੰ ਨਹੀਂ ਇਹਨਾਂ ਦੀ ਸਮਝ। ਨਾ ਮਾਨਵ ਨੂੰ ਆਈ ਹੈ, ਆਦਮੀ ਨੂੰ ਨਹੀਂ ਆਈ। ਜਨਰਲ ਆਦਮੀ ਨੂੰ ਕੀ ਸਮਝ? ਜਨਰਲ ਆਦਮੀ ਵਿਚਾਰਾ ਸਾਰਿਆਂ ਦੇ ਮਗਰੇ ਲੱਗਿਆ ਫਿਰਦਾ। ਫਨਿੰਦਾ ਉਹ ਆਪੀ ਭੋਰੇ 'ਚ ਬੈਠਾ, ਉਹਨੂੰ ਜੇ ਸਮਝ ਆਉਂਦੀ ਭੋਰੇ 'ਚ ਬੈਠਣ ਦੀ ਲੋੜ ਕੀ ਸੀ। ਦਾਨਵ ਦੇਵ ਦੋਨੇ ਹੰਕਾਰੀ ਨੇ, ਉਹਨਾਂ ਨੂੰ ਲੋੜ ਨਹੀਂ ਹੈ। ਦਾਨਵ ਤਾਂ ਆਪੇ ਰੱਬ ਬਣੇ ਹੋਏ ਨੇ, ਉਹ ਤਾਂ ਰੱਬ ਨੂੰ ਨਹੀਂ ਮੰਨਦੇ ਮੁਨਕਰ ਨੇ। ਖੈਰ ਕਿਉਂ? ਅਸਲੀ ਉਹਨਾਂ ਨੂੰ ਦੱਸਿਆ ਕਿਥੇ ਨੇ ਨਹੀਂ, ਨਕਲੀ ਨੂੰ ਉਹਨਾਂ ਨੇ ਮੰਨਿਆ ਕੋਈ ਨਹੀਂ। ਨਾ ਪਾਵੇਂ ਭੇਵ। ਭੇਵ ਵਿਚਾਰਾਂ ਨੇ ਕਿੱਥੋਂ ਪਾਉਣਾ ਸੀ? ਦੇਵਤਿਆਂ ਨੂੰ ਲੋੜ ਨਹੀਂ ਹੁੰਦੀ। ਦੇਵਤਿਆਂ ਨੂੰ ਤਾਂ ਆਹੀ ਲੋੜ ਹੈ ਵੀ ਉਹਨਾਂ ਦਾ ਆਪਣੀ ਪੂਜਾ ਹੁੰਦੀ ਹੈ। ਆਮ ਲੋਕ ਪੂਜਾ ਕਰਦੇ ਨੇ, ਪੂਜਾ ਦਾ ਤਾਂ ਛਕਾਈ ਜਾਂਦੇ ਨੇ, ਉਹਨਾਂ ਦੀ ਇੱਜ਼ਤ ਬਣੀ ਹੁੰਦੀ ਹੈ। ਆ ਪੂਜਾ ਪਾਜਾ ਕਰੀ ਉਹ ਵੀ ਕਰੀ ਜਾਂਦੇ ਨੇ ਦਿਖਾਵੇ ਦੀ। ਜਿਵੇਂ ਮੂਰਤੀ ਪੂਜਾ ਹੋ ਗਈ, ਇਹ ਹੋ ਗਈ, ਗੰਗਾ ਨੂੰ ਪੂਜ ਲਿਆ, ਸੂਰਜ ਨੂੰ ਪੂਜ ਲਿਆ, ਪਾਣੀ ਦੇ ਲਿਆ। ਇਹੋ ਜਿਹਾ ਕੰਮ ਧਰਮ ਇਹਨਾਂ ਦੇਵਤਿਆਂ ਦੇ ਹੀ ਧਰਮ ਨੇ ਸਾਰੇ ਕਰੇ ਹੋਏ। ਜਿੰਨੇ ਇਹ ਧਰਮ ਚਲਾਏ ਹੋਏ ਨੇ, ਜਿਨ੍ਹਾਂ ਨੂੰ ਕਿਹਾ ਵੀ ਇਹ ਧਰਮ ਫੋਕਟ ਨੇ ਧਰਮ ਸਾਰੇ ਹੀ, ਇਹ ਸਾਰੇ ਦੇਵਤਿਆਂ ਦੇ ਧਰਮ ਚਲਾਏ ਹੋਏ ਨੇ। ਇਹ ਦੇਵਤਿਆਂ ਦੇ ਹੀ ਨੇ ਸਾਰੇ ਧਰਮ। ਹਾਂਜੀ। ਵੇਦ ਔ ਕਤੇਬ ਨੇਤ ਨੇਤ ਕਹਿ ਕਹਿਤ ਹੈ। ਵੇਦ ਔਰ ਕਤੇਬ ਬੇਅੰਤ ਕਹੀ ਜਾਂਦੇ ਨੇ। ਨੇਤ ਨੇਤ ਕਹਿਤ ਹੈ, ਉਹ ਕਹਿੰਦੇ ਨੇ ਸਾਨੂੰ ਨਹੀਂ ਸਮਝ ਆ ਰਹੀ ਕੀ ਹੈ। ਨਾਚਤ ਬੇਅੰਤ ਸਾਰੇ ਕਹਿੰਦੇ ਨੇ। ਹਾਂਜੀ। ਨਾਚਤ ਫਿਰਤ ਮੋਰ ਬਾਂਦਰ ਕਰਤ ਘੋਰ। ਬਾਦਰ ਹੈ, ਬਾਦਰ ਕਰਤ ਘੋਰ। ਬੱਦਲ। ਨਾਚਤ ਫਿਰਤ ਮੋਰ ਬਾਦਰ ਕਰਤ ਘੋਰ। ਬੱਦਲ ਜਦੋਂ ਗਰਜਦਾ ਹੈ ਤਾਂ ਮੋਰ ਨੱਚਦਾ। ਜਦੋਂ ਸੱਚ ਗਰਜਦਾ ਹੈ ਤਾਂ ਜਿਹੜੇ ਸੱਚ ਦੇ ਸਮਝਿਆ ਨਹੀਂ, ਜਿਹੜਾ ਸੱਚ ਦਾ ਪਿਆਰਾ ਹੈ ਉਹ ਮੋਰ ਹੈ ਨਾ। ਜੇ ਬੱਦਲ ਗਰਜਦਾ ਹੈ, ਜਾਂ ਸੱਚ ਜਾਂ ਗਰਜਨ ਹੁੰਦੀ ਹੈ ਤਾਂ ਮੋਰ ਨੱਚਦਾ। ਜਿਵੇਂ ਦਾਮਣੀ ਅਨੇਕ ਭਾਉ ਕਰਿਓ ਹੀ ਕਰਤਾ ਹੈ। ਜਿਹੜੀ ਦਾਮਣੀ ਹੈ ਬਿਜਲੀ ਹੈ, ਉਹ ਵੀ ਅਨੇਕਾਂ ਚਮਕਾਂ ਦਿਖਾਉਂਦੀ ਹੈ, ਭਾਉ ਕਰਦੀ ਹੈ। ਕਦੇ ਇੱਧਰ ਚਮਕਦੀ ਹੈ, ਉੱਧਰ ਚਮਕਦੀ ਹੈ, ਉੱਧਰ ਚਮਕਦੀ ਹੈ, ਉੱਧਰ ਚਮਕਦੀ ਹੈ। ਉਹ ਵੀ ਬਹੁਤ ਸਾਰੇ ਫਿਰ ਭਾਉ ਦਿਖਾਉਂਦੀ ਹੈ, ਆਪਣੇ ਰੂਪ ਦਿਖਾਉਂਦੀ ਹੈ। ਬਿਜਲੀ ਵੀ ਆਪਣੇ ਕਈ ਰੂਪ ਦਿਖਾਉਂਦੀ ਹੈ। ਕਿਤੇ ਸਾੜ ਦਿੰਦੀ ਹੈ, ਕਿਤੇ ਪੈ ਜਾਂਦੀ ਹੈ, ਕਿਤੇ ਡਰਾ ਦਿੰਦੀ ਹੈ। ਦੇਖੋ ਨਾ, ਕਿਤੇ ਕਿਤੇ ਡਰ ਜਾਂਦਾ। ਕਈ ਬਿਲਡਿੰਗਾਂ ਢਾਈ ਜਾਂਦੀਆਂ ਨੇ, ਕਈ ਜਗ੍ਹਾ ਦਰਖਤ ਸੜ ਜਾਂਦੇ ਨੇ। ਕਈ ਕਹਿੰਦਾ ਜੀ ਇੱਥੇ ਸੱਪ ਤੇ ਪੈ ਗਈ ਬਿਜਲੀ। ਆ ਜਿਹੜੇ ਫੜੀਆਂ ਨੇ ਇਹਨਾਂ ਤੇ ਬਿਜਲੀ ਬਹੁਤ ਪੈਂਦੀ ਹੈ। ਕਹਿੰਦੇ ਵੀ ਕਾਲਾ ਸੀ ਸੱਪ ਹੋਣਾ ਇੱਥੇ ਦਰਖਤ ਤੇ, ਤਾਂ ਪਈ ਹੈ ਬਿਜਲੀ। ਗੱਲ ਕੀ ਹੈ? ਬਿਜਲੀ ਦਾ ਪੈਣੀ ਉਹਦੇ ਤੇ। ਬਿਜਲੀ ਜਿਹੜਾ ਖੱਡ 'ਚ ਵੜਿਆ ਬੈਠਾ, ਉਹ ਬਿਜਲੀ ਦੇ ਡਰਦਾ ਖੱਡ 'ਚ ਵੜਿਆ ਬੈਠਾ। ਸੱਚ ਤੋਂ ਬਹੁਤ ਡਰਦੇ ਹੁੰਦੇ ਨੇ। ਕੋਈ ਉਹ ਜਿਹਾ ਨਾ ਮਿਲ ਜਾਏ ਕਿਤੇ। ਚੰਦਰਮਾ ਤੇ ਸੀਤਲ ਨਾ ਸੂਰਜ ਤੇ ਤਪਤ ਤੇਜ। ਨਾ ਤਾਂ ਚੰਦਰਮਾ ਤੋਂ ਸੀਤਲ ਹੈ ਕੋਈ ਚੀਜ਼, ਨਾ ਸੂਰਜ ਤੋਂ ਗਰਮ ਹੈ ਕੋਈ ਚੀਜ਼। ਚੰਦਰਮਾ ਸੀਤਲ ਹੁੰਦਾ ਮੰਨਿਆ ਗਿਆ ਨਾ, ਠੰਡਾ। ਦੂਰੋਂ ਹੀ ਠੰਡਾ ਹੁੰਦੀ ਹੈ ਚੰਦਰਮਾ ਦੀ। ਜਾਂ ਕੋਲ ਜਾਊ ਫਿਰ ਤਾਂ ਸੀਤਲ ਹੋਣਾ। ਹਾਂ। ਇੰਦਰ ਸੋ ਨ ਰਾਜਾ ਭਵ ਭੂਮ ਕੋ ਭਰਤ ਹੈ। ਜਿਹੜਾ ਇੰਦਰ ਵਰਗਾ ਕਹਿੰਦੇ ਰਾਜਾ ਇੱਥੇ ਕੋਈ ਨਹੀਂ। ਸਾਰੇ ਮੰਨਦੇ ਨੇ, ਆਮ ਲੋਕ ਇਹੀ ਮੰਨਦੇ ਨੇ। ਇੰਦਰ ਵਰਗਾ ਕੋਈ ਰਾਜਾ ਨਹੀਂ ਹੈ। ਇੰਦਰ ਦੇਵਤਿਆਂ ਦਾ ਰਾਜਾ ਨਾ, ਦੇਵਤੇ ਚੰਗਾ ਮੰਨਦੇ ਨੇ ਇੰਦਰ ਨੂੰ। ਉਹ ਰਾਖਸ਼ ਨਹੀਂ ਮੰਨਦੇ ਚੰਗਾ। ਰਾਖਸ਼ਾਂ ਦੀ ਗੱਲ ਨਹੀਂ ਕਰੀ ਹੋਈ, ਧਰਮ ਦੇਵਤਿਆਂ ਦਾ ਹੁੰਦਾ। ਇੰਦਰ ਤੋਂ ਨਾ ਰਾਜਾ ਭਵ ਭੂਮ ਕੋ ਭਰਤ ਹੈ। ਭਵ ਭੂਮ ਕੋ ਭਰਤ ਹੈ। ਅਡੀ ਭੂਮ ਹੈ ਨਾ, ਇਹਨੂੰ ਪਦਾਰਥਾਂ ਨਾਲ ਭਰ ਦਿੰਦਾ, ਭਰ ਕੇ ਰੱਖ ਦਿੰਦਾ ਲੋਕਾਂ ਵਾਸਤੇ। ਸ਼ਿਵ ਸੇ ਫਲਦਾਰ ਬਾਗ ਲਵਾ ਦੇਣੇ ਵੀ ਲੋਕ ਖਾਣਗੇ। ਸਮਝੇ ਨਹੀਂ? ਫਸਲਾਂ ਜ਼ਿਆਦਾ ਹੋਣ ਵੀ ਲੋਕ ਭੁੱਖੇ ਨਾ ਮਰਨ। ਫਿਰ ਇਲਾਜ ਕਰਨੇ
ਲੋਕਾਂ ਦੇ ਬਿਮਾਰੀਆਂ ਦੇ ਵੀ ਮਰਨ ਘੱਟ ਆਪੇ ਭਰੀ ਜਾਣੀਆਂ ਭੋਗ। ਮੌਤ ਦਾ ਜਿਵੇਂ ਜਦੋਂ ਬੱਚੇ ਨੇ ਛੋਟੀ ਉਮਰ 'ਚ ਮਰ ਜਾਂਦੇ ਨੇ, ਜੇ ਉਹਨਾਂ ਦਾ ਇਲਾਜ ਦੇਖ ਹੋਵੇ ਤਾਂ ਭਰ ਜੂਗੀ ਭੋਗ। ਜਿਹੜੇ ਚੰਗੇ ਰਾਜ ਪ੍ਰਬੰਧ ਹੁੰਦੇ ਨੇ ਏਦਾਂ ਦੀਆਂ ਗੱਲਾਂ ਕਰਦੇ ਹੁੰਦੇ। शिव से तपस्वी आद ब्रह्मा से न वेदचारी। ਕਹਿੰਦੇ ਸ਼ਿਵ ਵਰਗਾ ਤਪਸਵੀ ਕੋਈ ਨਹੀਂ, ਜਿਹੜਾ ਆਦ ਬ੍ਰਹਮਾ ਉਹਦੇ ਵਰਗਾ ਵੇਦਾਚਾਰੀ ਕੋਈ ਨਹੀਂ। ਵੇਦ ਮਤਲਬ ਵੇਦਾਂ ਦੇ ਵਿਆਖਿਆ ਕਰਨ ਵਾਲਾ ਕੋਈ ਨਹੀਂ ਵੇਦਾਚਾਰੀ। ਵੇਦ ਵਰਗਾ ਆਚਰਣ ਵੀ ਹੈ ਉਹਦਾ, ਐਸੀ ਨਹੀਂ ਗੱਲ। संत कुमार सी तपस्या न अनंत है। ਜਿਹੜਾ ਸੰਤ ਕੁਮਾਰ ਹੈ ਉਹਦੇ ਵਰਗੀ ਤਪੱਸਿਆ ਮੁਸ਼ਕਲ ਹੈ ਕਰਨੀ। ਸੰਤ ਕੁਮਾਰ ਦੇ ਉੱਤੇ ਬ੍ਰਹਮਾ ਦਾ ਅਸਰ ਘੱਟ ਹੈ, ਸ਼ਿਵਜੀ ਦਾ ਜ਼ਿਆਦਾ ਹੈ, ਕਿ ਤਪੱਸਿਆ ਸ਼ਿਵਜੀ ਦੇ ਹਿੱਸੇ ਚ ਆਈ ਹੋਈ ਹੈ। ਇਸ ਕਰਕੇ ਸੰਤ ਕੁਮਾਰ ਨੂੰ ਢੀਰਾਂ ਨੇ ਬਹੁਤੀ ਦਿੱਤੀ, ਹਿੰਦੂਆਂ ਨੇ ਸਨਾਤਨ ਨੂੰ ਦਿੱਤੀ ਹੈ। ਸਨਾਤਨ ਧਰਮ ਪ੍ਰਮਾਣ ਹੈ, ਸੰਤ ਕੁਮਾਰ ਵਾਲਾ ਧਰਮ ਨਹੀਂ ਚੱਲਿਆ, ਕਿ ਉਹਦੇ ਤੇ ਰੰਗ ਦੂਆ ਚੜਿਆ ਹੋਇਆ ਸੀ ਤਪੱਸਿਆ ਵਾਲਾ। ਉਹ ਰਾਜੇ ਨੇ ਨਹੀਂ ਪ੍ਰਮਾਣ ਕੀਤਾ। ਰਾਜਾ ਦਾ ਪ੍ਰਮਾਣ ਸਿਰਫ ਸ਼ਾਸਤਰਾਂ ਦੇ ਧਰਮ ਨੂੰ ਕਰਦਾ ਹੈ, ਗਿਆਨ ਧਰਮ। ਇਹ ਵੀ ਰਾਜੇ ਵਾਲਾ ਵੀ ਧਰਮ ਗਿਆਨ ਧਰਮ ਹੈ, ਪਰ ਇਹ ਗਿਆਨ ਸੰਸਾਰੀ ਹੈ। ਨਿਰਾਕਾਰੀ ਗਿਆਨ ਤੋਂ ਅਲਰਜੀ ਹੈ ਰਾਜੇ ਨੂੰ, ਆਤਮ ਗਿਆਨ ਤੋਂ ਤਾਂ ਅਲਰਜੀ ਹੈ ਰਾਜੇ ਨੂੰ। ਉਹ ਵੀ ਜ਼ਿਆਦਾ ਅਲਰਜੀ ਹੈ ਜਦ ਉਹਦੇ ਗਲ ਪੈਂਦਾ ਹੈ, ਜਦੋਂ ਰਾਜੇ ਨੂੰ ਰਾਜਾ ਹੀ ਨਹੀਂ ਮੰਨਦਾ। ਉਹਨਾਂ ਚਿਰ ਨਹੀਂ ਅਲਰਜੀ, ਜਿੰਨਾ ਚਿਰ ਉਹ ਚੰਗੀਆਂ ਗੱਲਾਂ ਕਰਦਾ, ਭਾਈ ਰਲ ਕੇ ਰਹੋ, ਇਹ ਕਰੋ ਉਹ ਕਰੋ, ਉਹਨਾਂ ਚਿਰ ਠੀਕ ਹੈ। ਜਦੋਂ ਇਹ ਸਟੇਜ ਤੋਂ ਗਾਹਾਂ ਵੱਧਦਾ ਫਿਰ ਉਹਨੂੰ ਵੀ ਅਲਰਜੀ ਹੋ ਜਾਂਦੀ ਹੈ। ਧਰਮ ਸਾਰੇ ਚੰਗਾ ਤਾਂ ਕਹਿੰਦੇ ਨੇ ਜਿੰਨਾ ਚਿਰ ਰਾਜੇ ਨੂੰ ਵੀ ਚੰਗਾ ਹੀ ਕਹੀ ਜਾਣ। ਜੇ ਰਾਜੇ 'ਚ ਨੁਕਸ ਕੱਢਣ ਲੱਗ ਜਾਣ ਫਿਰ ਰਾਜਾ ਪਰੇਸ਼ਾਨ ਹੋ ਜਾਂਦਾ। ज्ञान के विहीन काल फास के अधीन सदा। ਗਿਆਨ ਕੇ ਵਿਹੀਨ ਨੇ ਜਿਹੜੇ ਕਾਲ ਫਾਸ ਕੇ ਅਧੀਨ ਵੀ ਹੈ ਸਾਰੇ, ਚਾਹੇ ਉਹ ਬ੍ਰਹਮਾ ਸਾਹਿਬ ਵੇਦਾਚਾਰੀ ਹੋਵੇ, ਚਾਹੇ ਉਹ ਸ਼ਿਵਜੀ ਵਰਗਾ ਤਪਸਵੀ ਹੋਵੇ, ਸਮਝਿਆ ਨਹੀਂ? ਚਾਹੇ ਉਹ ਮਤਲਬ ਆ ਜਿਹੜਾ ਸੀਗਾ ਸਨਾਤਨ ਨਾ ਸਨਕ ਕੁਮਾਰ ਹੋਵੇ, ਸੰਤ ਕੁਮਾਰ, ਇਹ ਸਾਰੇ ਜਿੰਨੇ ਨੇ ਨਾ, ਜੇ ਗਿਆਨ ਨਹੀਂ, ਆਤਮ ਗਿਆਨ ਨਹੀਂ ਹੈ, ਫਿਰ ਸਭ ਕੁਝ ਬੇਕਾਰ ਹੈ। ਗਿਆਨ ਕੇ ਵਿਹੀਨ कैसे पावे काल फास के अधीन सदा। ਕਾਲ ਫਾਸ ਕੇ ਅਧੀਨ ਸਦਾ। ਉਹ ਕਾਲ ਫਾਸ ਵਿੱਚ ਹੈ, ਜਮ ਦੇ ਜਾਲ 'ਚ ਫਸਿਆ ਹੋਇਆ ਹੈ। ਜਮ ਦੇ ਜਾਲ 'ਚ ਕਰ ਰਿਹਾ ਜੋ ਕੁਝ ਕਰ ਰਿਹਾ ਹੈ। ਜਿਹੜਾ ਗਿਆਨ ਹੈ, ਗਿਆਨ ਅਗਿਆਨਤਾ ਦੇ ਖਿਲਾਫ ਹੈ। ਗਿਆਨ ਅਗਿਆਨਤਾ ਦੇ ਖਿਲਾਫ ਹੈ, ਭਰਮ ਦੇ ਖਿਲਾਫ ਹੈ। ਗੁਰ ਪ੍ਰਸਾਦ ਭਰਮ ਕਾ ਨਾਮ। ਭਰਮ ਦਾ ਜਾਲ ਹੈ, ਭਰਮ ਦਾ ਜਾਲ ਹੀ ਜਮ ਦਾ ਜਾਲ ਹੈ। ਅਸਲ 'ਚ ਆਤਮਾ ਨੂੰ ਕੋਈ ਚੀਜ਼ ਨਹੀਂ ਘੇਰ ਸਕਦੀ ਬਗੈਰ ਹਨੇਰੇ ਤੇ। ਚਾਨਣ ਨੂੰ ਕੋਈ ਚੀਜ਼ ਨਹੀਂ ਢੱਕ ਸਕਦੀ ਹਨੇਰੇ ਤੇ ਬਗੈਰ। ਹਨੇਰਾ ਹੀ ਘੇਰਦਾ ਚਾਨਣ ਨੂੰ, ਹੋਰ ਕੀ ਨਾ ਘੇਰਦਾ। ਹਨੇਰੇ ਦਾ ਚਾਨਣ ਦਾ ਮੁਕਾਬਲਾ। ਰੋਸ਼ਨੀ ਤੇ ਉਲਟ ਚੀਜ਼ ਕੀ ਹੈ? ਹਨੇਰਾ। ਸੂਰਜ ਗਾਇਬ ਹੋ ਜੂ, ਹਨੇਰਾ ਆ ਜੂ, ਛਾ ਜੂਗਾ। ਸੂਰਜ ਚੜੂ, ਹਨੇਰਾ ਗਾਇਬ ਹੋ ਜੂਗਾ। ਇੱਕ ਦੂਜੇ ਦਾ ਵਿਰੋਧ ਇਹਨਾਂ ਦਾ ਹੀ ਹੈ। जुगन की चौकड़ी फराई फिरत है। ਜੁਗਨ ਕੀ ਚੌਕੜੀ, ਇਹ ਚੌਕੜੀ ਹੈ ਜੋਗੀਆਂ ਦੀ। ਜੁਗਨ ਕੀ ਜਾਂ ਕਹਿ ਲਓ ਵੀ ਚਾਰੇ ਯੁੱਗ ਤਾਂ ਚੱਲਦੇ ਹੀ ਰਹਿੰਦੇ ਨੇ। ਚਾਰੇ ਯੁੱਗ ਜੇ ਵੀ ਇਹਨਾਂ ਦੀ ਚੌਕੜੀ ਵੀ ਚੱਲਦੀ ਰਹਿੰਦੀ ਹੈ। ਚਾਰ ਪ੍ਰਕਾਰ ਦੇ ਦੱਸੇ ਨੇ ਨਾ। ਉਹ ਸ਼ਿਵ ਜੀ ਹੋਇਆ, ਵੇਦਾਚਾਰੀ ਹੋਇਆ, ਤਪੱਸੀ ਹੋਇਆ, ਸ਼ਿਵ ਜੀ ਦਾ ਹੋਰ ਤਰ੍ਹਾਂ ਦਾ ਤਪ ਹੈ। ਇਹ ਚਾਰੇ ਯੁੱਗਾਂ ਦੇ ਵਿੱਚ ਘੁੰਮਦੇ ਹੀ ਰਹਿੰਦੇ ਨੇ। ਇਹ ਜਿਹਾ ਕੁਛ ਰਹਿੰਦਾ, ਚੱਲਦਾ ਹੀ ਰਹਿੰਦਾ। ਇਹ ਜੁਗਨ ਕੀ ਚੌਕੜੀ ਹੈ ਜੋਗੀਆਂ ਦੀ, ਜੁੜਨ ਵਾਲਿਆਂ ਦੀ ਚੌਕੜੀ ਹੈ। ਇਹ ਜੁਗਨ ਮਤਲਬ ਪਰਮੇਸ਼ਰ ਦੀ ਖੋਜ ਕਰਦੇ ਨੇ, ਜਿਹੜੇ ਜੁੜਨ ਦੀ ਇੱਛਾ ਰੱਖਦੇ ਨੇ, ਉਹਨਾਂ ਦੀ ਚੌਕੜੀ ਹੈ। ਜੁਗਾਂ ਦੀ ਚੌਕੜੀ ਨਹੀਂ ਹੁੰਦੀ ਹੈ। ਜੁਗ ਚਾਰ ਹੈ ਹੀ ਨਹੀਂ। ਜੇ ਹੈ ਤਾਂ ਇਹੋ ਜਿਹੇ ਨਹੀਂ ਹਨ ਜਿਵੇਂ ਇਹ ਮੰਨਦੇ ਨੇ
ਵੀ ਹੁਣ ਇੱਕ ਬਦਲ ਗਿਆ ਦੂਆ ਆ ਗਿਆ, ਦੂਆ ਬਦਲ ਗਿਆ ਤੀਆ ਆ ਗਿਆ, ਏਦਾਂ ਨਹੀਂ ਆਉਂਦੇ ਹੁੰਦੇ ਜੋ ਚੌਕੜੀ ਹੋਈ। ਏਕ ਸ਼ਿਵ ਭਏ ਏਕ ਗਏ ਇੱਕ ਫੇਰ ਭਏ। ਇੱਕ ਸ਼ਿਵ ਭਏ, ਇੱਕ ਤਾਂ ਕਹਿੰਦੇ ਸ਼ਿਵ ਜੰਮਿਆ, ਜਾਂ ਚਲੋ ਸ਼ਿਵ ਜੀ ਦੀ ਉਪਾਧੀ ਮਿਲ ਗਈ, ਭਗਤੀ ਕਰਦਾ ਰਿਹਾ ਕਹਿੰਦੇ ਵੀ ਹੁਣ ਇਹ ਸ਼ਿਵ ਹੋ ਗਿਆ, ਸ਼ਿਵ ਜੀ ਦੀ ਕੁਰਸੀ ਤੇ ਬਹਿ ਗਿਆ। ਭਾਈ ਬੈਠਿਆ ਕਦ ਯਾਰ ਇੱਕ ਮਰ ਗਿਆ ਪਹਿਲਾਂ। ਇੱਕ ਸ਼ਿਵ ਭਏ ਇੱਕ ਗਏ ਇੱਕ ਗਏ, ਉਹ ਜਾਊਗਾ ਤਾਂ ਹੀ ਦੂਆ ਨੂੰ ਸ਼ਿਵ ਜੀ ਦੀ ਮਿਲੂਗੀ ਤਲਕ। ਇੱਕ ਫੇਰ ਭਏ। ਵੀ ਇਹ ਮਰਿਆ ਫਿਰ ਦੂਆ ਫਿਰ ਪਿਆ, ਇੱਥੇ ਚੱਲਦਾ ਹੀ ਰਹੂ ਨਾ। ਜਿਹੜੀ ਕੁਰਸੀ ਖਾਲੀ ਹੋਊ ਤਾਂ ਹੀ ਦੂਆ ਬੈਠੂਗਾ। ਉਹਨੂੰ ਸ਼ਿਵ ਬਣਾ ਦਿੰਦੇ ਨੇ ਫਿਰ, ਲਵੀ ਹੁਣ ਤੂੰ ਸ਼ਿਵ, ਜਿਵੇਂ ਅਸੀਂ ਜਹੇਦਾਰ ਬਣਾ ਦਿੰਦੇ ਆ, ਉਹ ਮਰੇ ਤੇ ਹੀ ਬਣਾਉਂਦੇ ਤੇ ਕੁਰਸੀ ਛੱਡੀ, ਬਾਅਦ ਚ ਸੰਤਾਂ ਦੇ ਮਰੇ ਤੇ ਹੀ ਬਾਅਦ ਦੂਏ ਨੂੰ ਦਿੰਦੇ ਨੇ। ਇੱਥੇ ਜਹੇਦਾਰ ਜਿਉਂਦਾ ਹੀ ਬਣਾ ਦਿੰਦੇ ਨੇ। ਇਹ ਤਾਂ ਚਲ ਉਹੀ ਆ, ਇਹ ਕਿਹੜਾ ਹਾਂ ਬਈ ਟਿੱਕੇ ਹੋਏ ਨੇ ਤਾਂ ਉਹ ਗੱਲ ਹੋਰ ਸੀ, ਇਹ ਤਾਂ ਹੋਰ ਹੈ। ਇਹ ਤਾਂ ਜਿਹਨੂੰ ਮਰਜ਼ੀ ਬਣਾ ਦੋ, ਇਹਦਾ ਕੀ ਹੈ। ਉਹ ਤਾਂ ਕੁਛ ਪਰਖੇ ਹੋਏ ਹੁੰਦੇ, ਉਹ ਪਰਖ ਕੇ ਬਣਾਉਂਦੇ ਸੀ। ਇੱਥੇ ਬਿਨਾਂ ਪਰਖ ਤੇ ਚੱਲਦਾ ਕੰਮ। ਕਿਸੇ ਦਾ ਜਿਹੜਾ ਉਹਨੂੰ ਚੱਲਦਾ ਵੀ ਸਾਡੇ ਹੱਥ 'ਚ ਰਹੂਗਾ, ਵੀ ਚਿੱਠੀ ਅਸੀਂ ਲਿਖਤਾ ਅਸੀਂ ਦੇਣਾ, ਫਰਮਾਨ ਸਾਈਨ ਇਹਨਾਂ ਦੇ ਕਰਾ ਲੈਣੇ, ਇਹ ਬੋਲਣਾ ਅਸੀਂ ਆ, ਲਿਖਣਾ ਇਹਨਾਂ ਨੇ ਨਾ। ਇਹਨਾਂ ਦਾ ਬਚਣਾ ਮਰਜ਼ੀ ਇਹਨਾਂ ਦੀ ਕੋਈ ਨਹੀਂ ਲਿਖਣ ਚਾਹੇ। ਤਾਂ ਇਹ ਜਿਹੇ ਜਹੇਦਾਰ ਨੇ ਨਾ ਲੱਗੀ। रामचंद्र कृष्ण के अवतार भी अनेक हैं। एक शिव भय एक गए एक फिर भय। रामचंद्र कृष्ण के अवतार भी अनेक। रामचंद्र कृष्ण भी अनेक ही ने, एक नहीं है। हुण शिव जी भी एक नहीं, रामचंद्र कृष्ण भी एक नहीं। उन्हां नाल फिर खास जिहड़ा रामचंद्र है या कृष्ण है, वो तो खत्म हो गया। ਜਿਹੜੇ ਕ੍ਰਿਸ਼ਨ ਅਵਤਾਰ ਰਾਮਚੰਦਰ ਅਵਤਾਰ ਇਹਨਾਂ ਨੇ ਲਿਖੇ ਨੇ, ਉਹ ਕੁਝ ਹੋਰ ਗੱਲ ਹੈ। ਤਾਂ ਇਹ ਤਾਂ ਸਾਨੂੰ ਸੰਕੇਤ ਦਿੰਦੀ ਹੈ ਗੱਲ, ਵੀ ਉਹ ਸਮਝਣ ਦੀ ਲੋੜ ਹੈ ਕੀ ਕਹਿ ਰਹੇ ਨੇ ਉੱਥੇ। ਉਹਨਾਂ ਵਾਲੇ ਤਾਂ ਖੰਡਨ ਹੋ ਰਿਹਾ ਸਭ ਕੁਝ। ਜਿਹੜਾ ਨਵਾਂ ਦੱਸਿਆ ਰਾਮ, ਉਹ ਕੀ ਹੈ? ਰਾਮ ਸੀ ਸਿਰਫ ਇੱਕ, ਜਿਹੜਾ ਨਾ ਕਦੇ ਜੰਮਦਾ ਨਾ ਮਰਦਾ। ਜੰਮਦਾ ਮਰਦਾ ਕ੍ਰਿਸ਼ਨ ਵੀ ਨਹੀਂ ਹੈ, ਜੰਮਦਾ ਮਰਦਾ ਨਹੀਂ ਹੈ। ਇਹ ਵੀ ਜਦ ਰਾਮ ਨੂੰ ਕਲੰਕ ਲੱਗ ਜਾਂਦਾ ਨਾ, ਉਹਨਾਂ ਹਿੱਸਾ ਰਾਮ ਦਾ ਜਿੰਨਾ ਕਲੰਕਿਤ ਹੋ ਜਾਂਦਾ, ਉਹਨੂੰ ਕ੍ਰਿਸ਼ਨ ਕਹਿੰਦੇ ਨੇ। ਜਿਵੇਂ ਕਿਸੇ ਆਦਮੀ ਦੇ ਸਰੀਰ ਤੇ ਤਿਲ ਹੋਵੇ, ਕੋਈ ਲਸਣ ਹੁੰਦਾ ਨਾ, ਉਹਨਾਂ ਹੀ ਸੋ ਕਾਲਾ ਹੋਇਆ ਨਾ, ਉਹਨੇ ਦਾ ਇਲਾਜ ਕਰਨਾ ਜਿੰਨੇ ਤੁਹਾਡੇ ਉੱਤੇ ਲਸਣ ਹੈ। ਬਾਕੀ ਤਾਂ ਠੀਕ ਹੈ। ਰਾਮ ਔਰ ਕ੍ਰਿਸ਼ਨ ਦੋ ਨਹੀਂ ਹੁਣ, ਇੱਕੋ ਹੀ ਹੈ। ਤਾਂ ਹੀ ਵਿਸ਼ਨੂੰ ਦਾ ਅਵਤਾਰ ਮੰਨਦੇ ਨੇ ਦੋਹਾਂ, ਇੱਕੋ ਹੀ ਹੈ। ਗੁਰਬਾਣੀ ਦੇ ਵਿੱਚ ਜਿਹੜੇ ਇੱਕ ਦੀ ਗੱਲ ਕੀਤੀ ਹੋਈ ਹੈ ਨਾ, ਜਿੰਨਾ ਚਿਰ ਤਾਂ ਇੱਕ ਹੈ ਉਹਨਾਂ ਚਿਰ ਤਾਂ ਅਯੁੱਧੀ ਹੈ। ਜਦ ਇਹ ਦਾਲ ਹੈ, ਕ੍ਰਿਸ਼ਨ ਵੀ ਹੈ, ਰਾਮ ਵੀ ਇਹੀ ਹੈ, ਰਾਮ ਵੀ ਇਹੀ ਹੈ, ਕ੍ਰਿਸ਼ਨ ਵੀ ਇਹੀ ਹੈ। ਮਨ ਕਰਕੇ ਕ੍ਰਿਸ਼ਨ ਹੈ, ਚਿੱਤ ਕਰਕੇ ਰਾਮ। ਉਹ ਜਦ ਕਿਹਾ ਸੀ ਨਾ ਦਰਿਆਵੇ ਕੰਨੇ ਬਗਲਾ, ਉਹ ਬਗਲਾ ਕੌਣ ਸੀ? ਬਗਲਾ ਮਨ ਸੀ, ਕਾਲਾ ਸੀ, ਕ੍ਰਿਸ਼ਨ ਸੀ। ਬੈਠਾ ਖੇਲ ਕਰੇ, ਮਾਇਆ 'ਚ ਲੱਗਿਆ ਹੋਇਆ ਸੀ ਨਾ ਖੇਲ ਕਰਨ। ਖੇਲ ਕਰਨ ਦੇ ਹੰਝ ਨੂੰ ਅਚੰਤੇ ਬਾਜ ਪਏ। ਹੰਝ ਤਾਂ ਫਿਰ ਕ੍ਰਿਸ਼ਨ ਰਿਹਾ ਨਾ, ਫਿਰ ਉਹ ਤਾਂ ਬਗਲਾ ਕਾਲਾ ਸੀ। ਅਸਲ 'ਚ ਬਗਲਾ ਔਰ ਹੰਝ ਇੱਕੋ ਹੀ ਆ। ਖੇਲ ਕਰਨ ਦੇ ਹੰਝ ਨੂੰ ਅਚੰਤੇ ਬਾਜ ਪਏ, ਹੱਗ ਪਈ ਆ ਹੰਝ ਨੂੰ। केला करता बगला, ਕੇਲਾ ਕਰਦਾ ਸੀ ਬਗਲਾ, ਫਿਰ ਇੱਕ ਹੀ ਹੋਇਆ, ਦੋ ਕਿਵੇਂ ਹੋਏ? ਇਹ ਗੱਲ ਸੀ ਵਿਚਾਰਨ ਵਾਲੀ। ਪਰ ਵਿਚਾਰਦਾ ਕੌਣ? ਬਿਜ਼ਬਾਨਾ ਕੋ ਤਾਂ ਬੁੱਧੀ ਨਹੀਂ ਹੁੰਦੀ ਵਿਚਾਰਨ ਵਾਲੀ। ਉਹਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਹੰਝ ਨੂੰ ਆਵਾਜ਼ ਕਿਵੇਂ ਪੈ ਗਏ, ਉੱਥੇ ਤਾਂ ਬਗਲਾ ਸੀ। ਇਹ ਗੱਲ ਕੀ ਹੈ? ਬੁੱਝਣ ਵਾਲੀ ਗੱਲ ਸੀ ਬਹੁਤ ਤਕੜੀ। ਇਹ
ਨਾਂਗੇ ਉੱਤੇ ਦੀ ਮੋਤੀ ਮਾਰਗ ਵਿਥਰੇ ਅੰਧਾ ਨਿਕਸਿਆ ਜਾਏ। ਅੰਨੇ ਨਿਕਲੇ ਜਾਂਦੇ ਸੀ, ਅੰਨੇ ਵਿਦਵਾਨ ਸਾਰੇ ਅੰਨੇ ਨਿਕਲ ਗਏ ਕੋਲ ਦੀ, ਕੋਈ ਪਤਾ ਹੀ ਨਹੀਂ ਕੀ ਲਿਖਿਆ ਹੈ। ਜੋਤ ਬਿਨਾ ਜਗਦੀਸ਼ ਕੀ ਜਗਤੋਂ ਲੰਘੇ ਜਾਏ, ਕਿਉਂਕਿ ਜਗਦੀਸ਼ ਵਾਲੀ ਜੋਤ ਨਹੀਂ ਨਾ, ਵਿਵੇਕ ਬੁੱਧੀ ਨਹੀਂ ਨਾ ਕੋਲ ਹੈ, ਕੋਲ ਦੀ ਲੰਘੇ। ਵੀ ਗੱਲ ਕੀ ਹੈ, ਬਗਲਾ ਕਿੱਥੋਂ ਆ ਗਿਆ? ਬਗਲ ਦੀ ਜਗ੍ਹਾ ਹੰਝ ਕਿਵੇਂ ਆ ਗਿਆ? ਬਾਜ ਹੰਝ ਨੂੰ ਪੈਂਦਾ ਹੈ, ਸੀ ਬਗਲਾ, ਕੀ ਬਗਲਾ ਹੀ ਹੰਝ ਬਣ ਗਿਆ? ਇਹ ਕੋਈ ਹੈ ਰਾਮ ਕ੍ਰਿਸ਼ਨ ਦੋ ਨਹੀਂ ਹੁੰਦੇ, ਇਹ ਦੋ ਹੋਏ ਹੋਏ ਨੇ। ਇਸ ਕਰਕੇ ਰਾਮ ਔਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਸਾਰੇ ਰਾਮ ਕ੍ਰਿਸ਼ਨ ਮਨ ਔਰ ਚਿੱਤ ਜਿਨ੍ਹਾਂ ਦੇ ਕੋਲ ਨੇ ਸਭ ਰਾਮ ਕ੍ਰਿਸ਼ਨ, ਸਾਰੀਆਂ ਜੂਨਾਂ ਚ ਨੇ। ਗੁਰਬਾਣੀ ਵਾਲੇ ਰਾਮ ਕ੍ਰਿਸ਼ਨ, ਗੁਰਬਾਣੀ ਰਾਮ ਕ੍ਰਿਸ਼ਨ ਦੀ ਇਕੱਠੀ ਭਗਤੀ ਹੈ। ਜਦ ਤਨ ਵਿੱਚੋਂ ਮਨ ਖੋਜਣਾ, ਜਿੰਨਾ ਚਿਰ ਤਨ ਵਿੱਚੋਂ ਮਨ ਖੋਜਣਾ ਕ੍ਰਿਸ਼ਨ ਭਗਤੀ ਹੈ। ਮਨ ਕਾਲਾ, ਮਨ ਚ ਭਰਮ ਹੈ, ਮਨ ਚੰਚਲ ਹੈ, ਮਨ ਚ ਔਗਣ ਨੇ। ਇਹੋ ਜਿਹੇ ਕ੍ਰਿਸ਼ਨ ਚ ਦਿਖਾਏ ਹੋਏ ਨੇ ਔਗਣ, ਤਾਂ ਹੀ ਦਿਖਾਏ ਹੋਏ ਨੇ। ਕਾਲਾ ਵੀ ਹੈ, ਕਾਲਾ ਵੀ ਦਿਖਾਇਆ ਹੋਇਆ, ਉਹ ਚੌਗਣ ਵੀ ਦਿਖਾਏ ਨੇ, ਸ਼ਰਾਰਤੀ ਵੀ ਹੈ, ਚੰਚਲ ਵੀ ਹੈ। ਉਹ ਸਾਰੀਆਂ ਗੱਲਾਂ ਤਾਂ ਹੀ ਦਿਖਾਈਆਂ ਹੋਈਆਂ ਨੇ ਉਹ 'ਚ। ਉਹ ਵੀ ਬ੍ਰਹਮ ਗਿਆਨ ਹੈ, ਉਹ ਬ੍ਰਹਮ ਗਿਆਨ ਹੈ ਸੀ, ਬੁੱਝਣ ਦੀ ਗੱਲ ਸੀ। ਹੁਣ ਸੰਤਾਂ ਨੂੰ ਪਤਾ ਹੈਗਾ ਨਹੀਂ, ਇਹਨਾਂ ਨੂੰ ਹਿੰਦੂਆਂ ਨੂੰ, ਉਹ ਵਿਚਾਰੇ ਹੋਰੇ ਪਾਸੇ ਉਲਝੇ ਹੋਏ ਨੇ। ਉਹ ਤਾਂ ਬ੍ਰਹਮ ਗਿਆਨ ਸੀ ਸਾਰਾ, ਅਰਥੇ ਨਹੀਂ ਕਰਨੇ ਆਏ ਉਹਨਾਂ ਨੂੰ, ਅਰਥਾਂ ਦੇ ਅਨਰਥ ਕਰੀ ਬੈਠੇ ਨੇ। ਕ੍ਰਿਸ਼ਨ ਖੁਦ ਕਹਿ ਰਿਹਾ ਗੋਪੀਆਂ ਨੂੰ ਵੀ ਜੇ ਉਹ ਮੈਂ ਤੁਹਾਨੂੰ ਦਿਸ ਰਿਹਾ ਮੈਂ ਨਹੀਂ, ਜੋ ਮੈਂ ਹਾਂ ਤੁਹਾਨੂੰ ਦਿਸਦਾ ਨਹੀਂ। ਫਿਰ ਪੂਜਾ ਕਿਹਦੀ ਕਰਦੇ ਨੇ? ਜਿਹੜਾ ਗੋਪੀਆਂ ਨੂੰ ਦੀਦਾ ਸੀ ਉਹ ਮੂਰਤੀ ਦੀ। ਉਹ ਕਹਿ ਰਿਹਾ ਮੈਂ ਹਾਂ ਨਹੀਂ ਹੈ ਜਿਹੜਾ ਤੁਹਾਨੂੰ ਦੀਦਾ। ਅਰੇ ਮੰਨਦੇ ਵੀ ਨੇ ਉਸ ਗੱਲ ਨੂੰ ਵੀ ਕ੍ਰਿਸ਼ਨ ਨੇ ਕਹਿੰਦਾ। ਫਿਰ ਤੁਸੀਂ ਜਿਹੜਾ ਨਹੀਂ ਹੈ ਉਹਦੀ ਪੂਜਾ ਕਰ ਰਹੇ ਹੋ। ਉਹ ਤਾਂ ਕਹਿੰਦਾ ਜੋ ਤੁਹਾਨੂੰ ਮੈਂ ਦੀਨਾ ਹੈ ਨਹੀਂ, ਦੀਦੀ ਹੈ ਮੂਰਤੀ। ਬਸ ਇੱਥੋਂ ਹੀ ਖੁੱਜ ਗਏ। ਜੇ ਇੱਥੋਂ ਗੁਰਬਾਣੀ ਨੇ ਸਾਨੂੰ ਇੱਥੋਂ ਖੁੱਜਣ ਤੋਂ ਹਟਾ ਲਿਆ ਵੀ ਇੱਧਰ ਆ ਜਾਓ, ਮੂਰਤੀ ਵੱਲ ਨਾ ਜਾਓ, ਆਤਮਾ ਵੱਲ ਦੇਖੋ। ਕ੍ਰਿਸ਼ਨ ਕਹਿ ਰਿਹਾ ਜੋ ਮੇਰੇ ਸਰੀਰ 'ਚ ਮਨ ਹੈ ਉਹਨੂੰ ਖੋਜੋ, ਉਹਨੂੰ ਦੇਖੋ। ਤੂੰ ਆਪਣੇ ਸਰੀਰ 'ਚ ਵੀ ਮਨ ਨੂੰ ਦੇਖੋ, ਆਤਮਾ ਦੇਖੀ ਹੁੰਦੀ ਹੈ। ਦੇਖੋ ਜੋਤ ਨਾ ਪੁੱਛੋ, ਜਾਣੋ ਜੋਤ ਨਾ ਪੁੱਛੋ ਜਾਤੀ। ਇੱਥੋਂ ਹੀ ਰੋਕਿਆ ਸੀ ਇਹ ਕਹਿ ਕੇ। ਉਹ ਕੋਈ ਵੱਖਰੀ ਮਤ ਨਹੀਂ ਹੈ। ਜਿੱਥੋਂ ਸਲਿੱਪ ਹੋ ਗਏ ਸੀ ਨਾ, ਇੱਥੋਂ ਤਿਲਕ ਕੇ ਹਿੰਦੂ ਖੱਡ 'ਚ ਜਾ ਡਿਗੇ ਸੀ, ਡਿਗੈਰੀ 'ਚ ਹਿੰਦੂ ਮਤ। ਉਹ ਡਿਗੇ ਹੋਇਆ ਦਾ ਨਾ ਉਹ ਹਿੰਦੂ ਹੈ, ਜਿਹੜੇ ਬਚ ਗਏ ਉਹ ਸਿੱਖ ਨੇ। ਜਿਹੜਾ ਇੱਥੋਂ ਸਲਿੱਪ ਹੋਣ ਤੇ ਬਚ ਗਿਆ, ਮੂਰਤੀ ਪੂਜ ਕੇ ਨਹੀਂ ਰਹੂਗਾ, ਉਹ ਸਿੱਖ ਹੈ। ਬਸ ਮਤ ਤਾਂ ਇੱਕੋ ਹੀ ਹੈ, ਮਤਾਂ ਦੋ ਨਹੀਂ ਹਨ। ਦੋ ਨੇ ਮੂਰਖਾਂ ਦੀਆਂ ਬਣਾਈਆਂ ਹੋਈਆਂ। ਜਿਹੜੇ ਮੂਰਤੀ ਪੂਜਾ ਨੇ ਉਹ ਵੀ ਮੂਰਖ ਨੇ, ਜਿਹੜੇ ਦੂਏ ਨੇ ਵਿਰੋਧ ਕਰਨ ਵਾਲੇ ਉਹ ਵੀ ਮੂਰਖ ਨੇ। ਵਿਰੋਧ ਕਰਨ ਵਾਲੇ ਨਹੀਂ ਸਮਝਾਈਦਾ ਹੁੰਦਾ, ਵਿਰੋਧ ਕਰਨ ਦਾ ਕੀ ਫਾਇਦਾ? ਉਹਨਾਂ ਨੂੰ ਦੱਸੋ ਵੀ ਮੂਰਤੀ ਪੂਜਾ ਜਾਂ ਕ੍ਰਿਸ਼ਨ ਖੁਦ ਕਹਿੰਦਾ ਵੀ ਜੋ ਮੈਂ ਦੀਨ ਉਹ ਹੈ ਨਹੀਂ। ਫਿਰ ਕਮਲੇ ਹੋ ਤੁਸੀਂ ਇਹਦੀ ਪੂਜਾ ਕਰਦੇ ਹੋ, ਪਾਗਲ ਹੋ ਤੁਸੀਂ। ਤਾਂ ਤੁਸੀਂ ਉਹਦੀ ਗੱਲ ਤਾਂ ਮੰਨਦੇ ਨਹੀਂ। ਫਿਰ ਕ੍ਰਿਸ਼ਨ ਕਹਿੰਦਾ ਵੀ ਆਤਮਾ ਮਰਦੀ ਨਹੀਂ, ਅਮਰ ਹੈ। ਫਿਰ ਤੁਸੀਂ ਕਹਿੰਦੇ ਆਤਮ ਹੱਤਿਆ ਹੋ ਜਾਂਦੀ ਹੈ। ਫਿਰ ਤੁਸੀਂ ਕ੍ਰਿਸ਼ਨ ਦੀ ਗੱਲ ਨਹੀਂ ਮੰਨਦੇ। ਫਿਰ ਪੁੰਨ ਪਾਪ ਕਾਹਦਾ ਰਹਿ ਗਿਆ? ਆਤਮ ਹੱਤਿਆ ਹੋ ਜਾਂਦੀ, ਹੁੰਦੀ ਹੋ ਨਹੀਂ, ਆਤਮਾ ਮਰਦੀ ਨਹੀਂ। ਤੁਸੀਂ ਕਹਿੰਦੇ ਆਤਮ ਹੱਤਿਆ ਹੁੰਦੀ ਹੈ। ਇੱਥੋਂ ਹੀ ਹਿੰਦੂ ਮਤ ਬਣ ਜਾਂਦਾ। ਜੇ ਕ੍ਰਿਸ਼ਨ ਦੀ ਗੱਲ ਨਾ ਮੰਨੀਏ ਤਾਂ ਹਿੰਦੂ ਆ, ਜੇ ਕ੍ਰਿਸ਼ਨ ਦੀ ਮੰਨ ਲਈਏ ਤਾਂ ਸਿੱਖਾਂ। ਇਹ ਦੋ ਗੱਲਾਂ ਨੇ ਕ੍ਰਿਸ਼ਨ ਦੀਆਂ। ਜੇ ਮੰਨ ਲਈਏ ਤਾਂ ਸਿੱਖਾਂ, ਨਾ ਮੰਨੀਏ ਤਾਂ ਹਿੰਦੂ ਆ। ਅਸੀਂ ਮੰਨ ਕੇ ਇੱਕ ਪਾਸੇ ਹੋ ਗਏ, ਆਤਮਾ ਵਾਲੇ ਪਾਸੇ ਆ ਗਏ। ਉਹ ਜੋ ਆਏ ਨਹੀਂ, ਆ ਜਾਣਗੇ, ਉਹ ਵੀ ਕੋਈ ਨਹੀਂ, ਸਮਝ ਜਾਣਗੇ, ਆ ਜਾਣਗੇ। ਹਾਲੇ ਉਹਨਾਂ ਦੇ ਸਮਝ ਨਹੀਂ ਆਈ ਗੱਲ, ਹਾਲੇ ਵਿਰੋਧ ਸਮਝ ਆਇਆ ਹੋਇਆ। ब्रह्मा और विष्णु कहते, वेद और पुराण कहते। ब्रह्मा और विष्णु कहते इसे करके कह कि शिव गए भय राम और कृष्ण के अवतार पी ने कहा सारे ही हाँ, सारे शिव का अवतार हाँ। समझे नहीं? सारे कृष्ण का अवतार हाँ, सारे राम का अवतार हाँ।
ਆਪਣੇ ਆਪ ਨੂੰ ਪਛਾਣਨਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਤਮ ਗਿਆਨ ਹੈ ਇਹ। ਕ੍ਰਿਸ਼ਨ ਦੇ ਵਿੱਚ ਰਾਮ ਹੈ, ਮਨ ਮੈਂ ਆਪ ਹੈ, ਉਹ ਰਾਮ ਆਪ ਹੈ ਮਨ ਦੇ ਵਿੱਚ। ਪਹਿਲਾਂ ਕ੍ਰਿਸ਼ਨ ਨੂੰ ਲੱਭ ਲਓ ਸਰੀਰ ਚੋਂ, ਫਿਰ ਰਾਮ ਨੂੰ ਲੱਭ ਲਿਓ ਉਹਦੇ ਵਿੱਚੋਂ। ਏਦਾਂ ਮਿਲ ਜਾਣਗੇ, ਦੋ ਹੀ ਮਿਲ ਜਾਣਗੇ। ਪਹਿਲਾਂ ਕ੍ਰਿਸ਼ਨ ਨੂੰ ਲੱਭ ਲਓ ਮਨ ਚੋਂ, ਸਰੀਰ ਚੋਂ, ਫਿਰ ਮਨ ਵਿੱਚੋਂ ਆਰਾਮ ਲੱਭ ਜੂਗਾ, ਦੋਏ ਮਿਲ ਜਾਣਗੇ। ਜਾਤਮਾ ਜੋਤ, ਸਰੀਰ ਵਿੱਚ ਜੋਤ ਹੈ। ਜੋਤ ਕੌਣ ਹੈ? ਕ੍ਰਿਸ਼ਨ। ਮਨ ਤੂੰ ਜੋਤ ਸਰੂਪ ਹੈ। ਜੋਤ ਮੈਂ ਜਾਤਾ ਕਹਿੰਦਾ, ਜਾਂ ਰਾਮ ਨੂੰ ਜਾਣਾ, ਜੋਤ ਵਿੱਚ ਸੀ ਉਹ, ਕ੍ਰਿਸ਼ਨ ਦੇ ਵਿੱਚੇ ਸੀ। ਕ੍ਰਿਸ਼ਨ ਦੇ ਵਿੱਚ ਰਾਮ ਹੁੰਦਾ ਹੈ, ਇੱਕੋ ਹੀ ਨੇ, ਦੋਏ ਦੋ ਨਹੀਂ ਹਨ। ब्रह्मा और विष्णु कहते, वेद और पुराण कहते। ब्रह्मा और विष्णु कहते, ब्रह्मा विष्णु भी कितने ही नहीं, कितनी है। ब्रह्मा विष्णु श्रेत है अगणत, अनगिनते बनाए हुए ने। तिनको मोह पिया मन मत का, यही तो बाणी कर रही है। बाणी नकार नहीं कर रही कुछ भी, बाणी जड़ी गलती होगी उन्हें सुधार रही है। जितो स्लिप हो के डेगे ना, तिलक के पैर घाटी ते जाते जाते पैर तिलक के खड्डे जा डिगे, ਹੁਣ ਖੱਡ ਚੋਂ ਨਿਕਲਦੇ ਨਹੀਂ। ਕਹਿੰਦੇ ਵੀ ਮਕਾਨ ਵਧੀਆ ਮਿਲ ਗਿਆ, ਗਿੱਦੜ ਦੇ ਭੈਟੋ ਵਿੱਚ ਕਹਿੰਦਾ ਯਾਰਾਂ ਨੂੰ ਮਕਾਨ ਦੇ, ਇਹ ਕਹਿੰਦਾ ਇਹ ਮੱਤ ਵਧੀਆ, ਇੱਥੇ ਖਾਣ ਪੀਣ ਨੂੰ ਬਹੁਤ ਹੈ। ਇਹ ਮੱਤ ਤਾਂ ਨਹੀਂ ਛੱਡਦੇ, ਉੱਥੇ ਸੁੱਖ ਬੜਾ, ਚੜਾਵਾ ਬੜਾ ਚੜ੍ਹਦਾ, ਕਰਨ ਨੂੰ ਕੁਛ ਹੈ ਨਹੀਂ। ਸਮਝਿਆ ਨਹੀਂ? ਚੰਗਾ ਖਾਣ ਨੂੰ ਤੇ ਬੰਦਾ ਬੋਲਣ ਨੂੰ। ਪੁਲਿਸ ਵਾਲਿਆਂ ਨੂੰ, ਉਹ ਜਿਨ੍ਹਾਂ ਦਾ ਚੜਾਵਾ ਖਾਣਾ ਉਹਨਾਂ ਨੂੰ ਹੀ ਝਿੜਕਣਾ, ਉਹਨਾਂ ਨੂੰ ਡਰਾਉਣਾ, ਉਹਨਾਂ ਨੂੰ ਡਰਾਉਣਾ, ਉਹਨਾਂ ਤੇ ਹਕੂਮਤ ਕਰਨੀ ਹੈ। ਇਹਨੂੰ ਕਹਿੰਦੇ ਚੰਗਾ ਖਾਣਾ ਤੇ ਬੰਦਾ ਬੋਲਣਾ। ਬੋਲਣਾ ਬੰਦਾ ਹੀ ਹੈ ਨਾ, ਸੱਚ ਬਿਨਾਂ ਸਭ ਬੰਦਾ ਬੋਲਣਾ, ਸੱਚ ਬਿਨਾਂ ਜੋ ਬੋਲਣਾ ਸਭ ਬੰਦਾ ਹੈ। ਫਿੱਕਾ ਬੋਲਣਾ। सिमरती समूहन का होए होए बताए हैं। सिमरती समूहन के होए होए बताए हैं। बतेरियाँ थे सिमरतियाँ लिख लिख के लोग चले गए, याद रख रख के चले गए। हो ही जाते ने, बीती जाते ने, हो ही जाते ने, बीती जाते ने। चार चार वेदां नूं याद रख के, सिमरतियां नूं याद रख के बथेरे आए, बथेरे चले गए। होए होए बताए हैं। हाँ, हो के बीत गए, चले गए, मर गए, खत्म हो गए। मोहन दी मदार कहते, असनी कुमार कहते। मोहनी, मोहन दी लिखे थे। अच्छा, मोहन दी मदार कहते, असनी कुमार कहते। मोहनी होनी चाहिए। चलो, मोहन दी मदार कहते। मोहनी हैगा शायद मिसप्रिंट हो गए। मोनी ना हो। मोहन दी लिखे, हाँ मोहन दी। मोहन दी मोहनी धारण, मोहन धारण करने वाले मदार कहते। मदार कहते, असनी कुमार कहते। अश्विनी कुमार कहते। कितने अश्विनी कुमार होए ने? अंसा अवतार कहते, काल बस भए हैं। अंसा अवतार कहते। अंसा अवतार कहते ने जेड़ा आदमी अंसा अवतार होता है। राम की अंश है ना, कहो कबीर तू राम की अंश, आदमी राम की अंश है ना। जेड़ा अंसा अवतार है तो किन्ने ही हो के चले गए, जिन्होंने अपने आप को इत्थे तक समझ लिया भी मैं अंसा अवतार हाँ। अंसा अवतार अपने आप को मन के मुक्ति नहीं मिलती, हंकार हो जाता। फिर बड़ा था तू तो अंश है, अवतार है, फिर बड़ा कौन है? मूल की है? टाणी है, टाणी का मूल तो कुछ है ना। अपने आप को बड़ा जनाउन लग गए, अवतार मान लिया ना अपने आप को। अंसा अवतार कहते, काल बस भए हैं। कालवश पए हैं, कालवश ने, सारे ही कालवश ने। जे कोई अपने आप को अवतार समझता है ना, बड़ा समझता है, जे कोई नौ धराए वड्डा, साध करे मन भाने, खसमे नजरी कीड़ा आवे जिते चुगे दाने, सब कालवश ने। हाँ। पीर और पिकांबर कहते, गणे ना परत एते। पीर और पैगंबर बथेरे होए ने मुसलमानों दे विच, कितनी गिणती है, मैं ते नहीं गिणाए जाते।
ਕਿੰਨੇ ਕੁ ਹੋ ਚੁੱਕੇ ਹੁਣ, ਕੌਣ ਗਣੇ ਇਹਨਾਂ ਨੂੰ। ਭੂਮि ही ते होए के फिर भूमि ही मलाए हैं। ਆ ਧਰਤੀ ਚੋਂ ਪੈਦਾ ਹੋ ਗਏ, ਧਰਤੀ 'ਚ ਮਿਲ ਗਏ। ਸਰੀਰ ਕਰਕੇ ਹੀ ਸੀਗੇ, ਆਤਮਾ ਦੀ ਤਾਂ ਗੱਲ ਹੀ ਨਹੀਂ ਉਹਨਾਂ ਨੇ ਕੀਤੀ। ਕਿਤੇ ਤਾਂ ਨੇ ਜੇ ਸਰੀਰ ਹੈ ਦੇਹਧਾਰੀ ਉਹਨਾਂ ਜਿਹੜੇ ਕਹਿੰਦੇ ਤੇ ਅਸੀਂ ਜਿੰਨਾ ਚਿਰ ਸਰੀਰ ਸੀ ਉਹਨਾਂ ਚਿਰ ਮੈਂ ਹਾਂ। ਸਰੀਰ ਦੇ ਬਾਅਦ ਤਾਂ ਮੈਂ ਖਤਮ ਹੋ ਜਾਂਦੀ ਹੈ ਨਾ। ਉਹ ਮੈਂ ਜਿਹੜੀ ਸੀ ਸਰੀਰ ਭੂਮ ਚੋਂ ਪੈਦਾ ਹੋਈ ਸੀ, ਭੂਮ 'ਚ ਮਿਲ ਗਈ। ਤਾਂ ਹੀ ਤਾਂ ਤੂੰ ਕਰਦਾ ਤੂੰ ਪਿਆ, ਮੁਝ ਮੈਂ ਰਿਹਾ ਨਾ। ਆ ਜਿਹੜਾ ਹੰਕਾਰ ਸੀ ਖਤਮ ਹੋ ਗਿਆ, ਸਰੀਰ ਵਾਲਾ ਖਤਮ ਹੋ ਗਿਆ। ਸਰੀਰ ਤਾਂ ਮਿੱਟੀ ਸੀ, ਮਿੱਟੀ ਨੂੰ ਮੈਂ ਕਹੀ ਜਾਂਦਾ। ਜੇ ਆਹ ਸਰੀਰ ਅੱਡ ਕਰ ਦਈਏ ਫਿਰ ਮੈਂ ਕੌਣ? ਫਿਰ ਦੱਸ ਮੈਂ ਕੌਣ? ਉਹ ਜਿਹੜਾ ਮੈਂ ਬੋਲਦਾ ਉਹ ਕੌਣ ਹੈ? ਦਿਖਾ ਕਿੱਥੇ ਹੈ? ਜੇ ਉਹਨੂੰ ਕਹੇ ਵੀ ਜਿਹੜਾ ਮੈਂ ਬੋਲਦਾ ਦਿਖਾ ਕਿੱਥੇ ਹੈ, ਫਿਰ ਕੁਝ ਵੀ ਨਹੀਂ ਦਿਖਾਉਣ ਨੂੰ ਰਹਿੰਦਾ। ਜਾਂ ਦਿਖਾਉਣ ਨੂੰ ਕੁਝ ਨਹੀਂ, ਆਪੇ ਹੈ ਨਹੀਂ। ਮੈਂ ਦਾ ਵਜੂਦ ਕੁਛ ਵੀ ਨਹੀਂ ਹੈ। ਜੇ ਕੋਈ ਕਹਿੰਦਾ ਮੈਂ ਦਿਖਾ ਕੀ ਹੈ, ਸਰੀਰ ਇਹ ਦਿਖਾਊਗਾ ਖੜਾ, ਇਹ ਤਾਂ ਮਿੱਟੀ ਹੈ। ਤੂੰ ਮੈਂ ਦਿਖਾ ਕੀ ਹੈ? ਤੇਰੀ ਜਿਹੜੀ ਮਾਇਆ ਉਹ ਦਿਖਾ ਕੀ ਹੈ? ਉਹ ਕੁਛ ਵੀ ਨਹੀਂ ਹੈ, ਫਿਰ ਕੁਛ ਵੀ ਨਹੀਂ। ਮੈਂ ਵਿੱਚੋਂ ਖੋਵੇ। ਹਾਂ, जोगी जति ब्रह्मचारी। ਕਹਿੰਦਾ ਮੈਂ ਨਹੀਂ ਕੁਛ ਹੋ ਨਹੀਂ, ਉਹ ਵੀ ਕੁਛ ਨਹੀਂ ਹੈ, ਮੈਂ ਵੀ ਕੁਛ ਨਹੀਂ ਹੈ। ਇਹ ਭਰਮ ਤੋਂ ਪੈਦਾ ਹੋਏ ਹੋਏ ਨੇ ਦੋਏ ਲਫ਼ਜ਼। ਦੋਏ ਲਫ਼ਜ਼ ਭਰਮ ਤੋਂ ਪੈਦਾ ਹੋਏ ਨੇ, ਮੈਂ ਵੀ ਹਾਂ ਵੀ। ਜਦ ਭਰਮ ਗਿਆ ਫਿਰ ਦੋਏ ਚਲੇ ਗਏ, ਫਿਰ ਦੋਏ ਖੋਏ ਗਏ। ਮੈਂ ਹਾਂ, ਦੋਏ ਵਿੱਚੋਂ ਖੋਏ ਗਏ। ਹਾਂਜੀ। जोगी जति ब्रह्मचारी बड़े बड़े छत्रधारी। जोगी जति ब्रह्मचारी। जोगी जति ब्रह्मचारी बड़े बड़े छत्रधारी। जोगी जति ब्रह्मचारी बड़े बड़े छत्रधारी राजे जिन्हें भी होए ने। छत्र ही की छाया कई कोसलों चलता है। ਜਿਹੜੇ ਛਤਰੀਆਂ ਦੀ ਛਾਇਆ 'ਚ ਕਈ ਕੋਸ ਤੱਕ ਚੱਲਦੇ ਸੀ। ਕਿਵੇਂ ਚੱਲਦੇ ਸੀ? ਇੱਧਰ ਵੀ ਛਤਰੀਆਂ ਲਈ ਖੜੇ ਨੇ ਛਤਰ, ਇੱਧਰ ਵੀ ਲੋਕ ਖੜੇ ਨੇ, ਖੜੇ ਰਹਿੰਦੇ ਸੀ। ਉਹ ਛਾਂ ਚੱਲੀ ਜਾਂਦੇ ਸੀ, ਇੱਧਰਲੇ ਫਿਰ ਗਾਹਾਂ ਭੱਜ ਕੇ ਹੋ ਜਾਂਦੇ ਸੀ, ਇੱਧਰੋਂ ਇੱਧਰਲੇ ਭੱਜ ਕੇ ਗਾਹਾਂ ਹੋ ਜਾਂਦੇ ਸੀ। ਜਿਵੇਂ ਕੋਈ 100 ਆਦਮੀ ਇੱਧਰ 200 ਖੜਾ ਹੋਵੇ, ਛਤਰ ਲਈ 100-200 ਇੱਧਰ ਖੜਾ ਹੋਵੇ। ਜਿਉਂ-ਜਿਉਂ ਰਾਜੇ ਨੇ ਤੁਰੀ ਜਾਣਾ, ਉਹਨਾਂ ਨੇ ਗਾਹਾਂ ਦੀ ਗਾਹਾਂ ਲਾਈਨ ਬਣਾਈ ਜਾਣੀ। ਜਦ ਗਾਹਾਂ ਲੰਘਿਆ ਰਾਜਾ, ਪਿਛਲੇ ਨੇ ਭੱਜ ਕੇ ਗਾਹਾਂ ਹੋ ਜਾਣਾ। ਜਦੋਂ ਗਾਹਾਂ ਲੰਘਿਆ, ਪਿਛਲੇ ਨੇ ਭੱਜ ਕੇ ਗਾਹਾਂ ਹੋ ਜਾਣਾ। ਉਹਨੂੰ ਛਤਰੀ ਦੀ ਛਾਂ ਰਹਿਣੀ, ਉਹ ਧੁੱਪ ਨਹੀਂ ਉੜ ਦੇਣੀ ਰਾਜੇ ਨੂੰ। ऐसे राजे भी हुए, बड़े बड़े छत्रधारी। बड़े बड़े राजन के दावत फिरत देश। दावत फिरत देश, बड़े बड़े राजां दे देश ਜਿਹੜੇ ਦੱਬਣ ਵਾਲੇ, ਦਬਾਉਣ ਵਾਲੇ ਸੀ। ਰਾਜੇ ਤੇ ਕਬਜ਼ਾ ਕਰ ਲੈਣਾ ਜਾ ਕੇ ਰਾਜ ਤੇ ਉਹਦੇ ਤੇ। बड़े बड़े राजन के दर्प को दलत हैं। दर्प गर्भ गर्भ दद्दा दद्दा। हाँ, दर्प को दलत है। बड़े बड़े राजां ਦਾ ਜਿਹੜਾ ਦਿਮਾਗ ਸੀ ਨਾ, ਉਹਨਾਂ 'ਚ ਹੰਕਾਰ ਸੀ। ਜਾਂ ਉਹਨਾਂ ਦਾ ਜਿੰਨਾ ਵੀ ਗਿਆਨ ਸੀ, ਸ਼ਕਤੀ ਸੀ, ਉਹਨੂੰ ਦਲ ਦੇਣ ਵਾਲੇ ਸੀ, ਭੈ ਭੀਤ ਕਰ ਦੇਣ ਵਾਲੇ ਸੀ। मान से महीप और दलीप कैसे छत्रधारी। मान से महीप, मान राजा होया एक, दलीप राजा होया एक। ਦਲੀਪ ਰਾਜੇ ਨੇ ਦਿੱਲੀ ਵਸਾਈ ਹੈ। ਦਸਮ ਪਾਤਸ਼ਾਹ ਦੀ ਕਥਾ ਹੁੰਦੀ ਹੈ ਉਹਦੇ 'ਚ। ਦਿੱਲੀ ਦਲੀਪ ਦੇ ਨਾਂ ਤੇ ਹੈ, ਸਮਝਿਆ ਜੀ। ਦਲੀਪ ਰਾਜਾ ਬੜਾ ਤਕੜਾ ਪ੍ਰਤਾਪੀ ਰਾਜਾ ਹੈ। ਦਲੀਪ ਜੈਸੇ ਛਤਰਧਾਰੀ। मान से महीप और दलीप कैसे छत्रधारी। बड़ो अभिमान भुज दंड को करत हैं। ਜਿਹੜਾ ਉਹਨਾਂ ਦੀ ਭੁਜਾ ਨਾਲ ਬਾਹੂਬਲ ਸੀ, ਉਹਦਾ ਬੜਾ ਮਾਣ ਸੀ, ਉਹਨਾਂ ਨੂੰ ਹੰਕਾਰ ਸੀ। बड़ो अभिमान ਸ਼ਕਤੀ ਸੀ, ਸ਼ਕਤੀਆਂ ਦਾ, ਆਪਣੀ ਸ਼ਕਤੀ ਦਾ ਬੜਾ ਹੰਕਾਰ ਸੀ ਉਹਨਾਂ ਨੂੰ। दारा से दिल्ली सर दुर्योधन से मान धारी। ਦਾਰਾ ਸੇ ਦਿੱਲੀ ਸਰ, ਜਿਹੜੇ ਦਿੱਲੀ ਨੂੰ ਸਰ ਕਰਨ ਵਾਲੇ ਸੀ, ਦਾਰਾ ਵਰਗੇ। ਦੁਰਯੋਧਨ ਸੇ ਮਾਨਧਾਰੀ। ਮਾਨਧਾਰੀ ਹੰਕਾਰੀ ਸੀ। ਦੁਰਯੋਧਨ ਨੂੰ ਬੜਾ ਮਾਣ ਸੀ। ਕਿਹਦੇ ਤੇ ਮਾਣ ਸੀ? ਕਰਣ ਦੇ ਨਾਲ ਸੀ। ਬੜੇ ਬੜੇ ਉਹਦੇ ਕੋਲ ਸੈਨਾਪਤੀ ਸੀ, ਉਹਨਾਂ ਦਾ ਦਾਦਾ ਸੀ, ਸਮਝਿਆ ਨਹੀਂ। ਤੇ
ਉਹਦਾ ਵੀ ਬਹੁਤ ਬੜੀ ਆਪਣੀ ਜਿਹੜੀ ਸ਼ਕਤੀ ਸੀ ਉਹਦੇ ਤੇ ਮਾਨ ਸੀ, ਉਹਨੂੰ ਹੰਕਾਰ ਸੀ। ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤਾ ਹੈ। ਆ ਸਾਰਾ ਇੱਥੇ ਸਰੀਰ ਕਰਕੇ ਇੱਥੇ ਭੋਗ ਭੋਗ ਕੇ ਸਰੀਰ ਦੇ ਲੈਵਲ ਤੇ ਜੀਏ ਨੇ ਲੋਕ, ਆਤਮਾ ਦੇ ਲੈਵਲ ਤੇ ਨਹੀਂ ਜੀਏ। ਸਰੀਰ ਦੇ ਲੈਵਲ ਤੇ ਜਿਉਂਦੇ ਰਹੇ, ਸਰੀਰ ਦੇ ਲੈਵਲ ਤੇ ਖਾਂਦੇ ਪੀਂਦੇ ਰਹੇ, ਸਰੀਰ ਦੇ ਲੈਵਲ ਤੇ ਸ਼ਕਤੀ ਸੀ ਇਹਨਾਂ ਦੀ, ਆਤਮਾ ਦੇ ਲੈਵਲ ਦੀ ਸ਼ਕਤੀ ਨਹੀਂ ਸੀ। ਆਤਮ ਗਿਆਨੀ ਨਹੀਂ ਸੀ, ਆਤਮ ਧਿਆਨੀ ਸੀ। ਆਤਮਾ ਦਾ ਕੋਈ ਇਹਨਾਂ ਨੇ ਖੋਜ ਨਹੀਂ ਕੀਤੀ, ਆਤਮਾ ਦਾ ਕੋਈ ਇਹਨਾਂ ਨੂੰ ਜ਼ਿਕਰ ਨਹੀਂ ਕੀਤਾ। ਬਸ ਭੂਮ ਚੋਂ ਪੈਦਾ ਹੋਏ ਸਰੀਰ ਕਰਕੇ ਭੂਮ 'ਚ ਮਿਲ ਗਏ। ਸਰੀਰ ਤਾਂ ਮਿੱਟੀ ਚੋਂ ਪੈਦਾ ਹੋਇਆ, ਮਿੱਟੀ ਹੋ ਗਿਆ ਬਾਅਦ 'ਚ। ਹਾਂਜੀ, ਸਿਜਦੇ ਕਰੇ ਅਨੇਕ ਤੋਪਚੀ ਕਪਟ ਭੇਸ। ਜੇ ਆਪਾਂ ਇਹ ਮੰਨੀਏ ਵੀ ਸਿਜਦਾ ਜਿਹੜਾ ਕਰਨਾ ਹੈ, ਸਿਜਦਾ ਹੁੰਦਾ ਝੁਕਣਾ, ਸਲਾਮ ਕਰਨਾ, ਮੱਥਾ ਟੇਕਣਾ, ਦੰਡੌਤ ਕਰਨਾ। ਜਿੰਨਾ ਜਿਹੜੇ ਤੋਪਚੀ ਨੇ ਤੋਪ ਚਲਾਉਂਦੇ ਹੁੰਦੇ ਨਾ ਅੱਗੇ, ਹਰ ਵਾਰ ਉਹ ਆਏ ਥੱਲੇ ਦੀ ਝੁੱਕ ਕੇ ਪਲੀਤਾ ਲਾਉਂਦੇ। ਜੇ ਪਲੀਤਾ ਲਾਉਣਾ ਹੁੰਦਾ ਨਾ, ਉਹਦੇ ਥੱਲੇ ਹੁੰਦਾ ਨਾ ਤੋਪ ਦੇ ਸੁਰਾਖ, ਐ ਦੇਖਣਾ ਬਈ ਉਹਦੇ 'ਚ ਬਰੂਦ ਪੈ ਗਿਆ। ਹਰ ਵਾਰ ਤੋਪਚੀ ਨੂੰ ਨੀਵਾਂ ਹੋਣਾ ਪੈਂਦਾ। ਜੇ ਆਪਾਂ ਕਰ ਲਈਏ ਵੀ ਤੋਪਚੀ ਇੰਨੀ ਵਾਰ ਨੀਵਾਂ ਹੁੰਦਾ ਤੋਪ ਚਲਾਉਂਦਾ, ਜਿੰਨੀ ਵਾਰ ਸਜਦਾ ਕਰਦਾ ਪਰਮੇਸ਼ਰ ਨੂੰ, ਇਹ ਭਗਤੀ ਹੈ। ਜਿਹੜੇ ਲੋਕ ਸਜਦਾ ਕਰਦੇ ਨੇ ਨਾ, ਉਹ ਤੋਪਚੀ ਵਰਗੇ ਹੀ ਨਾ। ਸੀਸ ਨਵਾਈਏ ਕਿਆ ਥੀਏ ਜਬ ਹृदय को ਸੁਧਾ ਜਾਏ ਕਪਟ ਭੇਸ। ਉਹ ਲੋਕਾਂ ਦੇ ਤਾਂ ਤੋਪ ਚਲਾ ਰਹੇ ਨੇ, ਉਹ ਝੁਕ ਰਹੇ ਨੇ, ਸਜਦਾ ਕਰ ਰਹੇ ਨੇ। ਇਹ ਵੀ ਕਹਿ ਰਹੇ ਨੇ ਵੀ ਮੇਰੀ ਤੋਪ ਨਿਸ਼ਾਨੇ ਤੇ ਲੱਗੇ ਐ। ਪਰਮੇਸ਼ਰ ਨੂੰ ਵੀ ਯਾਦ ਕਰ ਰਹੇ ਵੀ ਮੇਰਾ ਨਿਸ਼ਾਨਾ ਸਹੀ ਲੱਗੇ। ਚਲਾ ਦਾ ਤੋਪ ਰਿਹਾ ਤੂੰ, ਉਹ ਤਾਂ ਉਹਦੀ ਮਰਜ਼ੀ ਹੈ। ਨਿਸ਼ਾਨਾ ਜੋ ਉਹਨੇ ਮਾਰਨਾ, ਜੇ ਕਿਸੇ ਨੂੰ ਮਾਰਨਾ ਲਵਾ ਦੂ, ਨਹੀਂ ਨਾ ਸਹੀ। ਐਸੇ ਹੀ ਇਹ ਨੇ ਜਿਹੜੇ ਸਜਦਾ ਕਰਨ ਵਾਲੇ ਨੇ, ਲੋਕਾਂ ਦੇ ਤੋਪਾਂ ਵੀ ਚਲਾਉਂਦੇ ਨੇ, ਸਜਦੇ ਵੀ ਰੱਬ ਅੱਗੇ ਕਰਦੇ ਨੇ। ਸਜਦੇ ਕਰਦੇ, ਨਮਾਜ਼ਾਂ ਵੀ ਪੜ੍ਹਦੇ ਨੇ, ਕਹਿਰ ਵੀ ਕਰਦੇ ਰਹੇ ਨੇ, ਹਮਲੇ ਵੀ ਕਰਦੇ ਰਹੇ ਨੇ, ਲੁੱਟ ਕੇ ਵੀ ਲਿਜਾਂਦੇ ਰਹੇ ਨੇ। ਉਹ ਇਸ਼ਾਰਾ ਹੋਰ ਤਰ੍ਹਾਂ ਦਾ ਹੈ। ਗੱਲ ਡੂੰਘੀ ਹੈ। ਰਾਜ ਸਜਦੇ ਕਰਦੇ ਉਹਨਾਂ ਨੇ ਚੜਾਈ ਹਿੰਦੁਸਤਾਨ ਨੂੰ ਤੈਨੂੰ ਕੀਤੀ ਹੋਈ ਹੈ। ਕਾਰਨ ਜ਼ੁਲਮ ਆ ਰਹੇ ਨੇ। ਇੱਥੋਂ ਲੜਕੀਆਂ ਲੈ ਜਾਣੀਆਂ, ਗੁਲਾਮ ਬੱਚੇ ਲੈ ਜਾਣੇ, ਲੋਕਾਂ ਨੂੰ ਲੁੱਟ ਲੈਣਾ, ਮਾਰ ਦੇਣਾ, ਵੱਢ ਦੇਣਾ, ਜ਼ਬਰ ਕਰਨਾ। ਤੇਰੀ ਨਮਾਜ਼ ਕੀ ਕਰੂਗੀ? ਨਮਾਜ਼ ਕੀ ਕਰੂ ਤੇਰੀ? 5 ਵੇਲੇ ਨਮਾਜ਼ ਪੜ੍ਹਨੀ, ਸਿਜਦੇ ਕਰੇ ਅਨੇਕ, 5 ਵੇਲੇ ਨਮਾਜ਼ ਵੀ ਪੜ੍ਹਨੀ। ਕੰਮ ਤੋਪਚੀ ਵਾਲਾ ਕਰਨਾ, ਐ ਕਹਿ ਰਹੇ ਨੇ। ਅਸਲ ਦੇ ਵਿੱਚ ਡੂੰਘੀ ਗੱਲ ਹੈ ਥੋੜੀ ਜਿਹੀ। ਕਪਟ ਭੇਸ ਫੇਰ ਉਹ ਅੰਦਰ ਤਾਂ ਕਪਟ ਹੈ। ਜੋ ਪਹਾੜਿਆਂ ਦੇ ਵਿੱਚ ਤਾਂ ਹੈ ਨਹੀਂ ਹੁਕਮ, ਤਾਂ ਆਪਣਾ ਹੁਕਮ ਤਾਂ ਆਪਣੀ ਕਰਦਾ, ਕਪਟ ਨਹੀਂ ਹੈ। ਜੇ ਪਹਾੜੇ 'ਚ ਚੱਲਦਾ ਸਿੱਧਾ ਕਰੇ ਨਾ, ਪਹਾੜੇ 'ਚ ਚੱਲ ਕੇ ਉਹ ਕਰੇ ਚਾਹੇ ਨਾ ਕਰੇ, ਸਿੱਧਾ ਹੀ ਹੈ ਉਹਦਾ। ਜਿਹੜਾ ਆਪਣੀ ਹੁਕੂਮਤ ਕਾਇਮ ਕਰਨੀ ਚਾਹੁੰਦਾ ਹੈ, ਧੱਕਾ ਕਰਦਾ ਹੈ, ਉਹਦਾ ਸਿੱਧਾ ਕਿਵੇਂ ਕਬੂਲ ਹੋ ਜਾਊਗਾ? ਸਿੱਧਾ ਕਰਿਆ ਨੇਕ ਤੋਪਚੀ ਕਪਟ ਭੇਸ ਹੈ ਕੀ? ਤੋਪਚੀ ਕਪਟ ਭੇਖੀ ਹਿਰਦੇ ਕੋ ਸੁਧਾ। ਪੋਸਤੀ ਅਨੇਕ ਦਾ ਨਿਭਾਵਤ ਹੈ ਸੀਸ ਕੋ। ਕਹਿੰਦਾ ਪੋਸਤੀ ਹੈ, ਪੋਸਤ ਵੀ ਕਿਉਂ ਐ ਜੋ ਲੈ ਜਾਂਦਾ ਥੱਲੇ ਨੂੰ, ਉਹਦਾ ਵੀ ਸਿਰ ਥੱਲੇ ਨੂੰ ਹੋਈ ਜਾਂਦਾ। ਯਾਨੀ ਅਪਰਾਧੀ ਦਾ ਨਹੀਂ ਲਿਖਿਆ ਪੋਸਤੀ ਨੂੰ। ਦੇਖੋ ਅਪਰਾਧੀ ਨਹੀਂ ਲਿਖਿਆ ਪੋਸਤੀ ਨੂੰ, ਪਰ ਪੋਸਤੀ ਦਾ ਉਹ ਆਪਣਾ ਝੋਲਦਾ ਮਜ਼ੇ 'ਚ। ਉਹ ਵੀ ਕਹਿੰਦੇ ਉਹ ਤਾਂ ਸਿੱਧਾ ਹੀ ਕਰਦਾ, ਪਰ ਅਪਰਾਧੀ ਨਹੀਂ ਹੈਗਾ ਉਹ। ਅਪਰਾਧੀ ਨਹੀਂ ਕਿਹਾ ਇਹਨੂੰ, ਕਪਟ ਭੇਸੀ ਨਹੀਂ ਕਿਹਾ ਇਹਨੂੰ। ਦੇਖੋ ਅਮਲੀ ਹੈ, ਪੋਸਤੀ ਹੈ। ਜਿਹਨੇ ਨਸ਼ਿਆਂ ਦੇ ਖਿਲਾਫ ਲੋਕ ਨੇ, ਨਸ਼ਿਆਂ ਤੇ ਕਿਤੇ ਵੀ ਗੁਰਬਾਣੀ ਖਿਲਾਫ ਸੀ। ਕਪਟ ਭੇਸ ਨਹੀਂ ਲਿਖਿਆ ਇਹਨੂੰ। ਕਪਟ ਭੇਸ ਉਹਦਾ ਦੂਏ ਦਾ, ਉਹ ਮਾੜਾ, ਉਹ ਮਾੜਾ। ਜਿਹੜਾ ਨਸ਼ਿਆਂ ਦੇ ਖਿਲਾਫ ਨੇ ਕਪਟੀ ਇਹ ਨੇ, ਸਾਰੇ ਹੀ ਕਪਟੀ ਨੇ। ਇਹ ਮਿਲਾ ਕੇ ਦੇਖਣ ਵੀ ਅਸੀਂ ਜ਼ਿਆਦਾ ਕਪਟੀਆਂ ਘੱਟ ਕਪਟੀਆਂ। ਆਪਣੇ ਨਹੀਂ ਨਾ ਅੰਦਰ ਝਾਕਦਾ। ਅਸਲ ਜਿਹੜਾ ਦੂਏ ਵੱਲ ਝਾਕਦਾ ਹੈ, ਉਹ ਆਪਣੇ ਅੰਦਰ ਨਹੀਂ ਕਦੇ ਝਾਕਦਾ ਹੁੰਦਾ। ਦੁਰਮਤ ਨੂੰ ਨਸ਼ਾ ਕਿਹਾ, ਦੁਰਮਤ ਛੱਡਤੀ ਇਹਨਾਂ ਨੇ।
ਦੁਰਮਤ ਲਈ ਬੈਠੇ ਨੇ, ਜਿਹਨੂੰ ਗੁਰਮਤ ਕਹਿੰਦੀ ਹੈ ਨਾ, ਦੁਰਮਤ ਮੱਧ ਜੇ ਪੀਵਤੇ, ਉਹ ਸਾਡੀ ਦੁਰਮਤ ਵੱਲ ਕੋਈ ਝਾਕ ਨਾ ਲਵੇ, ਰੌਲਾ ਹੋ ਰਿਹਾ ਪਾਤਾ ਨਸ਼ੇ ਮੁੰਡਿਆਂ ਨੂੰ ਹਟਾਓ, ਰੌਲਾ ਪਾਤਾ ਆਪਣੇ ਵਾਲਾ ਨਸ਼ਾ। ਯਾਰ ਜਿਹਨੂੰ ਗੁਰਮਤ ਉਂਗਲੀ ਕਰਦੀ ਹੈ ਜਿਹੜੇ ਨਸ਼ੇ ਵੱਲ, ਉਹ ਨਸ਼ੇ ਵੱਲ ਧਿਆਨ ਨਾ ਚਲਿਆ ਜਾਵੇ ਕਿਸੇ ਦਾ। ਗੁਰਬਾਣੀ ਵਿੱਚ ਜਿਹੜੇ ਨਸ਼ੇ ਵੱਲ ਉਂਗਲੀ ਉੱਠੀ ਹੈ ਨਾ, ਦੁਰਮਤ ਮੱਧ ਇਹ ਪੀਵਤੇ ਜਾਂ ਮਾਇਆ ਮੱਧ ਬਾਤਾ, ਇੱਧਰ ਉਂਗਲੀ ਨਾ ਉੱਠ ਜਾਵੇ, ਹੋਰ ਰੌਲਾ ਪਾਤਾ ਬਾਕੀ ਨਸ਼ਿਆਂ ਦਾ, ਤਾਂ ਕਿ ਰੌਲੇ 'ਚ ਗੱਲ ਪਾ ਦਈਏ। ਬਹੁਤ ਛਾਤਰ ਆਦਮੀ ਨੇ ਇਹ, ਜਿੱਦਣ ਦੂਜਿਆਂ ਨੂੰ ਪਤਾ ਲੱਗ ਗਿਆ ਨਾ, ਇਹਨਾਂ ਦੀ ਦੇਖੋ ਕੀ ਬਣਨੀ ਹੈ ਫਿਰ ਹਾਲਤ। ਜਿਹੜੀ ਸੰਤਾਂ ਦੀ ਹਾਲਤ ਆ ਨਾ, ਪਤਲੀ ਹਾਲਤ ਹੋਈ ਹੋਈ ਹੈ। ਲੋਕ ਮਗਰ ਪੈ ਗਏ, ਹੁਣ ਪੈਣਾ ਹੀ ਸੀ, ਕੂੜ ਸੀ ਕੋਲ ਕੁਛ ਹੈ ਨਹੀਂ ਸੀ। ਇਹ ਦੂਆਂ ਦੇ ਹੋਰ ਵੀ, ਇਹਨਾਂ ਦੇ ਸੰਤਾਂ ਦੇ ਮਗਰ ਇਹ ਵੀ ਪੈਣ ਵਾਲੇ ਨੇ, ਦੂਏ ਪੋਸਤੀ ਵੀ ਆਪਣਾ ਆਪੇ ਵਿਗਾੜਦੇ ਨੇ। ਉਹਨੂੰ ਕਿਹਾ ਮਨਮੁਖ ਆਪਣਾ ਆਪ ਵਿਗਾੜਦਾ ਹੁੰਦਾ, ਇਹ ਕਿਸੇ ਦਾ ਵਿਗਾੜਦੇ ਨੇ। ਮਨਮੁਖ ਆਪਣਾ ਆਪ ਵਿਗਾੜਦਾ, ਜਿਹੜਾ ਮਨਮੁਖ ਆ ਆਪਣਾ ਆਪ ਵਿਗਾੜਦਾ, ਜਿਹੜਾ ਸਾਖਤ ਹੈ ਲੋਕਾਂ ਦਾ ਵਿਗਾੜਦਾ, ਆਪਣਾ ਤਾਂ ਵਿਗਾੜੇ ਲਿਆ। ਲੋਕ ਗਏ ਪਰ ਲੋਕ ਗਵਾਇਓ, ਆਪਣਾ ਤਾਂ ਗਿਆ ਹੀ ਗਿਆ, ਉਹ ਹੋਰਨਾਂ ਦਾ ਵਿਗਾੜਦਾ ਹੁੰਦਾ। ਪੇਗ ਦਿਖਾਇਓ ਜਗਤ ਕੋ ਲੋਕਨ ਕੋ ਬਸ ਕੀਨ, ਉਹਨੇ ਲੋਕਾਂ ਦਾ ਵਿਗਾੜਿਆ ਕਰ ਬਹੁਤੇ ਗੱਲ ਏ। ਹਾਂ, ਬਹੁਤੇ ਘਰ ਗਾਲਤੇ ਇਹਨਾਂ ਨੇ। ਕਹਾਂ ਭਇਓ ਮੱਲ ਜੋ ਪੈ ਕੱਢਦ ਅਨੇਕ ਡੰਡ, ਉਹ ਦੇਖ ਲਓ ਡੰਡ ਕੱਢਦੇ ਨੇ ਮੱਲ, ਉਹ ਵੀ ਸਿੱਧਾ ਹੀ ਕਰਦੇ ਨੇ, ਡੰਡੌਤ ਕਰਦੇ ਨੇ। ਕਹੋ ਜੋ ਕਹਿੰਦੇ ਡੰਡੌਤ ਕਰਨ ਵਾਲੇ ਤਾਂ ਪਖੰਡ ਹੈ, ਡੰਡੌਤ ਕਰਨ ਵਾਲਿਆਂ ਦਾ ਪਖੰਡ ਨੂੰ ਕਹਿ ਰਹੇ। ਡੰਡ ਤਾਂ ਫਿਰ ਉਹ ਡੰਡ ਕੱਢਦਾ, ਉਹ ਵੀ ਡੰਡੌਤ ਕਰਦਾ। ਮੱਲ ਭਲਵਾਨ ਹੈ ਜਿਹੜਾ ਡੰਡ ਕੱਢਦਾ, ਉਹ ਸਿੱਧਾ ਪਿਆ, ਡੰਡ ਨਹੀਂ ਕੱਢਦਾ, ਉਹ ਵੀ ਡੰਡੌਤ ਕਰਦਾ। ਫਿਰ ਜੋ ਕਹਿੰਦਾ ਮੈਂ ਡੰਡੌਤ ਕਰਦਾ, ਫਿਰ ਤੇਰੇ ਨਾਲ ਤੇ ਜ਼ਿਆਦਾ ਉਹ ਕਰਦਾ, ਉਹ ਭਗਤੀ ਜ਼ਿਆਦਾ ਹੈ। ਸੋ ਤੋ ਨਾ ਡੰਡੌਤ ਅਸ਼ਟਾਂਗ ਅਥ 30 ਹੈ, ਅਥ 30 ਕੋ, ਫਿਰ ਉਹ ਡੰਡੌਤ ਹੋ ਗਈ। ਸੋ ਤੋ ਨਾ ਡੰਡੌਤ, ਉਹ ਤਾਂ ਡੰਡੌਤ ਨਹੀਂ ਹੈ। ਫਿਰ ਅਸ਼ਟਾਂਗ ਅਥ 30 ਕੋ, 8 ਅੰਗ ਨੇ ਉਹਦੇ, ਚਾਹੇ ਸਿੱਧੇ ਕੀਤੇ ਹੋਏ, ਦੋਏ ਹੱਥ ਪੈਰ, ਸਮਝੇ ਨਹੀਂ, ਸਾਰੇ ਬਿਲਕੁਲ ਸਿੱਧਾ ਉਹ ਅਸ਼ਟਾਂਗ। ਉਹਨੂੰ ਤੁਸੀਂ ਮੰਨਦੇ ਨਹੀਂ। ਬਾਂਹ ਵੀ ਨੇ, ਪੈਰ ਵੀ ਨੇ, ਹੱਥ ਵੀ ਨੇ, ਲੱਤਾਂ ਵੀ ਨੇ, ਸਾਰਾ ਕੁਝ ਉਹਦਾ ਸਰੀਰ, ਧੜ ਵੀ ਹੈ, ਸਿਰ ਵੀ ਹੈ। ਕਹਾਂ ਭਇਓ ਰੋਗੀ ਜੋ ਪੈ ਡਾਰਿਓ ਰਹਿਓ ਉਰਦ ਮੁਖ, ਹੁਣ ਕੋਈ ਰੋਗੀ ਹੈ, ਉਹ ਅਸਮਾਨ ਕਰਨੇ ਨੂੰ ਮੂੰਹ ਕਰਕੇ ਉਹਨੂੰ ਲੰਮਾ ਪਾ ਦਿੰਦੇ ਨੇ। ਡਾਕਟਰ ਕਹਿੰਦੇ ਇਹਨੂੰ ਪਾਸੇ ਤੇ ਨਹੀਂ ਪਾਉਣਾ, ਫਿਰ ਉਹ ਭਗਤੀ ਕਰਦਾ। ਜੇ ਤੁਸੀਂ ਸਿੱਧੇ ਪੈ ਗਏ, ਕਹਿੰਦੇ ਭਗਤੀ ਹੈ, ਬਥੇਰੇ ਹਸਪਤਾਲਾਂ ਦੇ ਰੋਗੀ ਪਏ ਨੇ ਸਿੱਧੇ। ਉਰਦਮੁਖ ਕਹਿੰਦਾ ਉੱਤੇ ਨੂੰ ਮੂੰਹ ਰਹਿਣਾ, ਆਕਾਸ਼ ਵੱਲ ਨੂੰ। ਦੇਖੋ ਉਰਦਮੁਖ ਆ ਰਿਹਾ, ਆਕਾਸ਼ ਵੱਲ ਨੂੰ ਮੂੰਹ, ਉਰਦ ਨੂੰ ਪੁੱਠਾ ਕਰ ਰਹੇ ਨੇ। ਉੱਤੇ ਅਰਥ ਆਕਾਸ਼ ਵੱਲ ਨੂੰ ਮੂੰਹ ਰਹਿਣਾ, ਉੱਪਰ ਨੂੰ। ਐਂ ਜਾਂ ਸਿੱਧੇ ਪੈਣਾ ਨਾ ਆਪਾਂ, ਉਹ ਆਕਾਸ਼ ਵੱਲ ਨੂੰ ਰਹਿੰਦਾ, ਇਹ ਉਰਦਮੁਖ ਹੈ। ਕਿਉਂ ਹੈ ਉਰਦਮੁਖ ਆਕਾਸ਼ ਵੱਲ? ਆਕਾਸ਼ ਚੋਂ ਮੂੰਹ ਦੇ ਵਿੱਚ ਕੁਝ ਪੈਣ ਨੂੰ ਹੈ ਨਹੀਂ, ਖਾਣ ਨੂੰ ਧਰਤੀ ਤੇ ਹੈ। ਜੋ ਮੂੰਹ 'ਚ ਪੈਣ ਨੂੰ ਕੁਝ ਹੈ, ਧਰਤੀ 'ਚੋਂ ਹੈ। ਆਕਾਸ਼ 'ਚੋਂ ਕੀ ਪੈਣ ਨੂੰ ਮੂੰਹ 'ਚ? ਇਸ ਕਰਕੇ ਸਾਰੀ ਖੁਰਾਕ ਸਾਡੀ ਧਰਤੀ 'ਚ ਹੈ। ਉਰਦਮੁਖ ਤਾਂ ਕਹਿੰਦੇ ਨੇ, ਇਹੀ ਕਹਿੰਦੇ ਨੇ ਉਰਦਮੁਖ। ਗੁਰਬਾਣੀ ਨੇ ਤਾਂ ਭਾਸ਼ਾ ਇਹਨਾਂ ਵਾਲੀ ਵਰਤੀ ਹੈ ਸਿਰਫ, ਅਸੀਂ ਉਰਦਮੁਖ ਨਹੀਂ ਮੰਨਦੇ, ਪਰ ਉਹ ਕਹਿੰਦੇ ਨੇ ਉਰਦਮੁਖ। ਉਹਨਾਂ ਵਾਲੀ ਭਾਸ਼ਾ ਜੇ ਹੁਣ ਸਮਝਾਉਣੀ ਪਊ ਗੱਲ। ਮਨ ਤੇ ਨਾ ਮੂੰਡ ਨਿਹਾਰਿਓ ਆਦ ਈਸ ਕੋ, ਮਨ ਤੇ ਨਾ ਮੂੰਡ ਨਿਹਾਰਿਓ, ਮਨ ਤਾਂ ਮੁੰਡਿਆ ਨਹੀਂ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾ ਕਾਏ। ਜੇ ਮਨ ਨੂੰ ਮੁੱਲ ਲੈਂਦੇ ਫੇਰ ਤਾਂ ਹਰ ਜਿਹੜਾ ਈਸ਼ ਹੈ ਨਾ, ਆਪਣਾ ਮੂਲ ਹੈ, ਫੇਰ ਉਹਨੂੰ ਦੇਖ ਲੈਂਦੇ ਤੁਸੀਂ। ਮਨ ਤੇ ਨਾ ਮੂੰਡ ਨਿਵਾਦੀਸ, ਮਨ ਤੇ ਨਾ ਮੂੰਡ ਨਿਹਾਰਿਓ ਹਰ ਈਸ਼ ਕੋ, ਈਸ਼ ਕੋ, ਆਦੀਸ ਕੋ, ਆਦਿ ਈਸ਼ ਕੋ। ਜਿਹੜਾ ਆਦਿ ਕਹਿੰਦੇ ਨੇ, ਜੀ ਚੋਂ ਮਨ ਦਾ ਜਨਮ ਹੋਇਆ ਹੈ, ਇਹ ਤਾਂ ਆਦ ਹੈ ਨਾ। ਆਪਣੇ ਮੂਲ ਨੂੰ ਨਿਹਾਰ ਨਹੀਂ
ਇਹਦੇ ਮਨ ਨੂੰ ਮੁੰਨਣਾ ਕੀ ਹੁੰਦਾ? ਮਨ ਦੀਆਂ ਜਿਹੜੀ ਵਿੱਚੋਂ ਇੱਛਾਵਾਂ ਉੱਠਦੀਆਂ ਨੇ ਇਹਨਾਂ ਨੂੰ ਖਤਮ ਕਰ ਦੇਣਾ, ਇਹਨਾਂ ਨੂੰ ਉੱਠਣੇ ਨਾ ਦੇਣਾ। ਉਹ ਤਾਂ ਹੀ ਜੜਾਂ ਤੋਂ ਵੱਢਦੇ ਨੇ ਸਿਰ ਦੇ ਵਾਲ ਵੀ ਉੱਠਣੇ ਨਾ, ਦੁਬਾਰਾ ਪੈਦਾ ਹੀ ਨਾ ਹੋਣ। ਉਹ ਕਹਿੰਦੇ ਜੋ ਆਉਂਦੀ ਹੈ ਕੱਟ ਦੋ, ਜੋ ਕਲਪਨਾ ਪੈਦਾ ਹੁੰਦੀ ਉਹਨੂੰ ਕੱਟੀ ਜਾਓ, ਕੱਟੀ ਜਾਓ, ਪੈਦਾ ਨਹੀਂ ਹੋਣ ਦੇਣੀ। ਜੇ ਇਦਾਂ ਕਰੀ ਜਾਵੇ ਕੋਈ ਤਾਂ ਆਪਣਾ ਮੂਲ ਨੂੰ ਪਛਾਣ ਲੈਂਦਾ। ਇਹ ਕੀਤਾ ਨਹੀਂ ਤਾਂ ਕੰਮ ਸਿਰ ਬਣਾਈ ਜਾਂਦੇ। ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ। ਕਾਮਨਾ ਅਧੀਨ ਸਦਾ, ਸਦਾ ਹੀ ਕਾਮਨਾ ਅਧੀਨ, ਔਰ ਧਨ ਦੇ ਅਧੀਨ। ਦਾਮਨਾ ਹੁੰਦਾ ਧਨ, दामना प्रवीण एक। दामना प्रवीण एक। भावना विहीन कैसे पावे जगदीश को। दामना ਤਾਂ ਪ੍ਰਵੀਨ ਹੈ, ਧਨ ਦੌਲਤ ਦੀ ਕੋਈ ਕਮੀ ਨਹੀਂ ਤੇਰੇ ਕੋਲ, ਇਹਦੀ ਕਮਾਈ ਦੇ ਵਿੱਚ ਵੀ ਬੜਾ ਖੂਬ ਹੈ ਤੂੰ। ਦੌਲਤ, ਸਾਰੀ ਦੌਲਤ ਕਮਾਉਣ ਦੇ ਸਾਰੇ ਤਰੀਕੇ ਤੈਨੂੰ ਬਹੁਤ ਵਧੀਆ ਹੁੰਦੇ ਨੇ। ਇਹ 'ਚ ਨਹੀਂ ਕੋਈ ਕਮੀ ਹੈ ਵੀ ਸੰਸਾਰੀ ਦੌਲਤ ਦੀ ਕਮਾਈ, ਚਾਹੇ ਲੋਕਾਂ ਨੂੰ ਪ੍ਰੇਰ ਕੇ ਧਰਮ ਦੇ ਨਾਂ ਤੇ ਕਰਦਾ ਹੋਵੇ, ਚਾਹੇ ਆਪਣੀ ਬੁੱਧੀ ਨਾਲ ਕਰਦਾ ਹੋਵੇ, ਚਾਹੇ ਹੋਰ ਕੋਈ ਕਿਸੇ ਵੀ ਤਰੀਕੇ ਨਾਲ ਕਰਦਾ। ਇਹ ਤਾਂ ਪ੍ਰਵੀਨ ਹੈ ਤੂੰ, ਸੰਸਾਰੀ ਧਨ ਵਿੱਚ ਪ੍ਰਵੀਨ ਹੈ। ਭਾਵਨਾ ਵਿਹੀਨ ਕੈਸੇ ਪਾਵੇ ਪਰ ਜਗਦੀਸ਼ ਨਾਮ ਦੀ ਕੋ। ਭੁੱਖ ਨਹੀਂ ਹੈਗੀ। ਭਾਵਨਾ ਵਿਹੀਨ, ਭਾਵਨਾ ਵਿਹੀਨ, ਭਾਵਨਾ ਜਿਹੜੀ ਨਾਮ ਦੀ ਭੁੱਖ, ਅੰਦਰਲੀ ਭਾਵਨਾ ਜਿਹੜੀ ਉਹ ਸਹੀ ਨਹੀਂ। कैसे ਮਾਇਆ ਦੀ पावे ਭਾਵਨਾ, जगदीश को। ਮਾਇਆ ਦੀ ਭਾਵਨਾ ਵਾਸਤੇ ਹੈ ਸਾਰਾ। कैसे पावे ਭਾਵਨਾ जगदीश को। ਫਿਰ ਜਗਦੀਸ਼ ਨੂੰ ਕਿਵੇਂ ਪ੍ਰਾਪਤ ਕਰੇ? ਜਗਦੀਸ਼ ਦੇ ਪਾਉਣ ਦੀ ਭੁੱਖ ਹੀ ਨਹੀਂ ਤੇਰੇ ਅੰਦਰ। ਜਦ ਜਗਦੀਸ਼ ਦੀ ਪ੍ਰਾਪਤੀ ਦੀ, ਜਗਦੀਸ਼ ਨਾਲ ਮੇਲ ਦੀ, ਜਗਦੀਸ਼ ਦੀ, ਉਹਦੇ ਤਾਂ ਤੇਰੇ ਅੰਦਰ ਭਾਵਨਾ ਹੀ ਹੈ ਨਹੀਂ, ਇੱਛਾ ਹੀ ਹੈ ਨਹੀਂ। ਤੇ ਫਿਰ ਪਾਵੇਂਗਾ ਕਿਵੇਂ? ਪਾਵੇਂਗਾ ਉਹੀ ਚੀਜ਼ ਜਿਹੜੀ ਚੀਜ਼ ਦੀ ਇੱਛਾ ਹੈ। ਇੱਛਾ ਕਾਹਦੀ ਹੈ? ਦੌਲਤ ਦੀ ਹੈ। ਦੌਲਤ ਤਾਂ ਤੇਰੀ ਪਾ ਲਈ, ਉਹ ਤੂੰ ਪ੍ਰਵੀਨ ਹੈ। ਕਦੇ ਕਦੇ ਮੰਦਰ, ਕਦੇ ਕੁਛ ਬਣਾਇਆ ਹੈ ਸੰਤਾਂ ਨੇ, ਕਰੋੜਾਂ ਰੁਪਏ, ਅਰਬਾਂ ਰੁਪਏ ਨੇ। ਉਹ ਜੇ ਮਾਹਰ ਸੀਗੇ ਇਕੱਠੇ ਹੋ ਗਏ, ਔਰ ਉਸੇ ਦੀ ਭੁੱਖ ਸੀ ਇਹਨਾਂ ਨੂੰ ਮਾਇਆ ਦੀ। ਉਹ ਜੇ ਉਹਦੀ ਭੁੱਖ ਨਹੀਂ ਹੁੰਦੀ, ਮਾਇਆ ਇਕੱਠੀ ਕਿਵੇਂ ਹੋ ਜਾਂਦੀ? ਜਿਹਦੀ ਮਾਇਆ, ਜਿਹੜਾ ਮਾਇਆ ਦੀ ਭੁੱਖ ਰੱਖਦਾ ਉਹਨੂੰ ਮਾਇਆ ਮਿਲ ਜਾਂਦੀ ਹੈ। ਰਿੱਧ ਸਿੱਧ ਨਾਮਾ ਕੀ ਦਾਸੀ ਹੈ ਨਾ। ਰਿੱਧ ਸਿੱਧ ਮਾਇਆ ਇਹ ਰਾਹ ਰੋਕਦੀ ਹੈ। ਆਡੀ ਪਰਵਲ ਮਾਇਆ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਮਾਇਆ ਨੇ ਸਾਡਾ ਰਾਹ ਰੋਕ ਲਿਆ। ਇਹ ਨਹੀਂ ਸਮਝਦੇ। ਮਾਇਆ ਆ ਗਈ, ਰਾਹ ਰੋਕ ਲਿਆ। ਉਹਨਾਂ ਨੇ ਮਾਇਆ ਵੰਡ ਦੇ ਦਿੱਤੀ ਆਪਣੇ ਅੰਦਰ, ਮਨ ਦੇ ਵਿੱਚ। ਲੋਕ ਉਹਨਾਂ ਨੂੰ ਮੰਨਦੇ ਸੀ ਸੰਤ। ਮਾਇਆ ਆਵੜੀ, ਰਾਹ ਰੋਕ ਗਿਆ। ਜਗਦੀਸ਼ ਵਾਲਾ ਰਾਹ ਰੁਕ ਗਿਆ। ਰਾਹ ਮਾਇਆ ਵਾਲੇ ਪੈ ਗਏ, ਮਾਇਆ ਵਾਲੇ ਪੈ ਗਏ ਜਮਦੇ ਮਾਰਗ ਪੈ ਗਏ। ਮਾਇਆ ਵਾਲਾ ਮਾਰਗ ਜਮਦਾ ਮਾਰਗ ਹੈ। ਕਿੱਡਾ ਹੀ ਸੰਤ ਕੋਈ ਅਮੀਰ ਹੋਵੇ, ਜਮਦੇ ਜਾਲ 'ਚ ਫਸਿਆ ਹੋਇਆ ਭੁਲੇਖਾ ਆਪਣੇ ਮਨ 'ਚ ਚਾਹੇ ਰੱਖੀ ਬੈਠਾ, ਪਿਆ ਰੱਖੀ ਬੈਠਾ ਰਹੇ। ਆਪਣੇ ਮਨ 'ਚ ਭੁਲੇਖਾ ਜੇ ਉਹਨੂੰ ਹੈਗਾ ਰੱਖੀ ਬੈਠਾ ਰਹੇ। ਕੌਣ ਪੁੱਛਦਾ ਇਸ ਗੱਲ ਨੂੰ? ਜਮਦੇ ਜਾਲ 'ਚ ਫਸਿਆ ਹੋਇਆ। ਸੀਸ ਪਟਕਤ ਜਾ ਕੇ ਕਾਨ ਮੈਂ ਖਜੂਰਾ ਧਸੈ। ਕਹਿੰਦਾ ਸੀਸ ਪਟਕਾਉਂਦਾ ਹੁੰਦਾ ਜੇ ਕੰਨ ਖਜੂਰਾ ਪੈ ਜੇ ਕਿਸੇ ਦੇ ਕੰਨ 'ਚ। ਸੀਸ ਪਟਕੂਏ ਵਿਚਾਰਾ ਕੀ ਕਰੂਗਾ? ਕਿਉਂ ਕੰਨ ਖਜੂਰਾ ਪੈ ਜੇ, ਛੋਟਾ ਜਿਹਾ ਕੰਨ ਖਜੂਰਾ ਜਿਹਾ ਵੜ ਜਾਏ, ਜਾਂ ਕੋਈ ਚੀਜ਼ ਹੋਰ ਜਾਨਵਰ ਵੜ ਜਾਏ, ਤੇ ਫਿਰ ਉਹ ਸਿੱਧਾ ਉਹਨੇ ਪਟਕਣਾ ਹੀ ਆ। ਕੀ ਕਰੂਗਾ? ਹਾਂ, ਮੂੰਡ ਛਟਕਤ। ਇਹ ਜਿਹੜੇ ਸੀਸ ਪਟਕਦੇ ਨੇ, ਜਿਹੜੇ ਵੈਗਰੂ ਵੈਗਰੂ ਕਰਦੇ ਨੇ, ਹੋਰ ਨੇ, ਉਹਨਾਂ ਦੀ ਗੱਲ ਆ। ਉਹਨਾਂ ਨੂੰ ਕਿਹਾ ਹੋਇਆ ਸੀਸ ਤਾਂ ਬੇਚੈਨ ਹੋਇਆ ਹੋਇਆ ਭਟਕਦਾ ਹੁੰਦਾ। ਜਪਦੇ ਉਹ ਨਾਮ, ਤੁਹਾਨੂੰ ਬੇਚੈਨੀ ਕਾਹਦੀ ਹੈ? ਜਿਹੜੇ ਨਾਮ ਜਪਣਾ ਬੇਚੈਨੀ, ਉਹਨੂੰ ਛੱਡ ਦਿਓ। ਉਹਦੇ ਨਾਲ ਉਹੀ ਚੈਨ ਨਾ ਬਹਿ ਜਾਓ ਆਰਾਮ ਨਾਲ। ਸੀਸ ਉਹ ਭਟਕਦਾ ਹੁੰਦਾ ਜਿਹਦੇ ਕੰਨ 'ਚ ਖਜੂਰਾ ਧਸ ਜਾਂਦਾ। ਮੂੰਡ ਛਟਕਤ ਮਿੱਤਰ ਪੁੱਤਰ ਹੂੰ ਕੋ ਸੋਗ ਸੋ। ਜਿਹੜੇ ਸਿਰ ਨੂੰ ਬਹੁਤ ਜ਼ਿਆਦਾ ਮਾਰਦੇ ਨੇ ਥੱਲੇ ਦੇ ਦੇ ਕੇ, ਉਹ ਕੌਣ ਮਾਰਦੇ ਨੇ? ਉਹ ਗਾਉਣ ਵਾਲੇ, ਕਵਾਲੀਆਂ ਵਾਲੇ, ਹੋਰ ਇੱਕ ਹੋਰ ਹੁੰਦੇ ਨੇ, ਇਹਨਾਂ ਦੇ ਸਾਂਗ ਜਿਹੜੇ ਬਣਾਉਂਦੇ ਸੀ। ਇਹਨਾਂ ਦੇ ਵਿੱਚ ਆਪ ਪਛਾੜਿਆ ਧਰਤੀ ਨਾਲ। ਆਪ ਪਛਾੜਿਆ ਧਰਤੀ ਨਾਲ।
ਉਹ ਵੀ ਧਾਰਮਿਕ ਬੰਦੇ ਸੀ। ਕਹਿੰਦੇ ਉਹ ਪਛਾਣਦੇ ਹੁੰਦੇ ਨੇ ਐਸੇ ਪਿੱਟ ਪਟੂਆ ਤਾਂ ਜਿਨ੍ਹਾਂ ਦਾ ਕੋਈ ਸੰਬੰਧੀ ਮਰ ਜਾਏ ਜਾਂ ਕੋਈ ਘਰ ਦਾ ਮਰ ਜੇ, ਮਿੱਤਰ ਪੁੱਤਰ ਹੂੰ ਕੋ ਸੋਗ ਸੋ, ਜਾਂ ਉਹਦਾ ਪੁੱਤਰ ਮਰ ਜੇ ਕਿਸੇ ਦਾ, ਜਾਂ ਕੋਈ ਖਾਸ ਸੰਬੰਧੀ ਮਰ ਜੇ ਬਹੁਤਾ ਜ਼ਿਆਦਾ, ਉਹ ਐਦਾ ਪਿੱਟ ਪਟੂਆ ਪਾਉਂਦੇ ਹੁੰਦੇ ਨੇ। ਤੁਹਾਨੂੰ ਬਿਪਤਾ ਪਈ ਹੈ ਤੇ ਇਹ ਚੰਗੀ ਭਗਤੀ ਹੈ ਤੁਹਾਡੀ ਪਿੱਟ ਪਟੂਏ ਵਾਲੀ। ਹਾਂ, ਆਖ ਕੋ ਚਰਈਆ ਫਲ ਫੂਲ ਕੋ ਪਛਈਆ ਸਦਾ। ਕਹਿੰਦੇ ਅੱਕ ਖਾਣ ਵਾਲੇ ਨੇ ਜਿਹੜੇ ਜੋਗੀ ਨੇ, ਗੁਰੂ ਨਾਨਕ ਨੂੰ ਵੀ ਅੱਕ ਕਾ ਪਛਈਆ ਲਿਖਿਆ ਹੋਇਆ ਉਹਨਾਂ ਨੇ। ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਉਹ ਜਿਹਨੂੰ ਕਹਿੰਦੇ ਨੇ ਭਾਈ ਗੁਰਦਾਸ ਦੀਆਂ, ਭਾਈ ਗੁਰਦਾਸ ਲਿਖ ਦੂਗਾ ਉਹ ਗੱਲ। ਇਹ ਜਾਣ ਬੁੱਝ ਕੇ ਲਿਖੀ ਹੈ ਗੁਰੂ ਨਾਨਕ ਦੇ ਨੂੰ ਖਿਲਾਫ ਗੱਲ ਉਹਨਾਂ ਨੇ। ਸ੍ਰੀ ਚੰਦ ਦੇ ਚੇਲਿਆਂ ਨੇ ਲਿਖਾਈ ਹੋਈ ਹੈ ਇਹ। ਬਾਅਦ ਚ ਅੰਦਰੋਂ ਲੱਗਦੇ ਸੀ ਨਾ, ਆਪ ਜੋ ਖਾਂਦੇ ਸੀ ਜੋਗੀ, ਜੋਗੀਆਂ ਦਾ ਚੇਲਾ ਸ੍ਰੀ ਚੰਦ। ਜੋਗੀਆਂ ਨੇ ਕਿਹਾ ਸੀ ਵੀ ਤੈਨੂੰ ਦਿੰਦੇ ਆ, ਸਾਰਿਆਂ ਦਾ ਗੁਰੂ ਮੰਨ ਲੈਂਦੇ ਆ। ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਉਹ ਨਹੀਂ ਲਿਖਿਆ ਹੋਇਆ। ਕਹਿੰਦੇ ਅੱਕ ਖਾਣ ਵਾਲੇ ਜਿਹੜੇ ਨੇ, ਆਖ ਕੋ ਚਰਈਆ ਫਲ ਫੂਲ ਕੋ ਪਛਈਆ ਸਦਾ। ਇਹ ਫਲ ਫੁੱਲ ਖਾਣੇ ਵਾਲੇ ਨੇ, ਸਦਾ ਸਦਾ ਹੀ ਫਲ ਫੁੱਲ ਖਾਣੇ ਨੇ, ਰੋਟੀ ਨਹੀਂ ਖਾਣੀ। ਬਣ ਕੋ ਭਰਮਈਆ ਔਰ ਦੂਸਰੋਂ ਨਾ ਬੋਕ ਸੋ। ਜਿਹੜੇ ਬੋਕ ਹੁੰਦੇ ਨੇ ਨਾ ਬੱਕਰੀਆਂ ਦੇ, ਉਹਦੇ ਬਿਨਾਂ ਹੋਰ ਕੋਈ ਨਹੀਂ ਹੋ ਸਕਦਾ। ਜਿਹੜੇ ਇਦਾਂ ਦੇ ਨੇ ਅੱਕ ਬੋਕ ਖਾਂਦੇ ਹੀ ਨੇ। ਉਹ ਤੈਨੂੰ ਇਹ ਫਲ ਫੁੱਲ ਖਾਂਦੇ ਨੇ, ਤੁੱਕੇ ਖਾ ਲੈਂਦੇ ਨੇ, ਹੋਰ ਕੁਝ ਮਿਲ ਜਾ ਉਹ ਖਾ ਲੈਂਦੇ ਨੇ। ਬੋਕ ਸੋ, ਬੋਕ ਦੇ ਬਿਨਾਂ ਕੁਝ ਨਹੀਂ ਉਹਦੇ, ਉਹਨੂੰ ਸੰਗਿਆ ਮੈਂ ਦੇ ਸਕਦਾ, ਮੈਂ ਉਹਨੂੰ ਬੋਕ ਕਹੂੰਗਾ, ਹੋਰ ਕੁਝ ਨਹੀਂ ਮੈਨੂੰ ਸਮਝ ਆਉਂਦੀ ਕੀ ਕਹਾਂ ਉਹਨੂੰ। ਤਾਂ ਬੋਕ ਹੈ, ਬੋਕਾ ਖਾ ਲਿਆ ਹਾਰ ਖਾਲੀ ਹੋ ਗਿਆ। ਬੋਕਾ ਨੂੰ ਆਪਾਂ ਭਰ ਦਿੰਦੇ ਆ, ਖਾਲੀ ਹੋ ਜਾਂਦਾ। ਸਮਝਿਆ ਨਹੀਂ? ਕਹਾਂ ਪਇਓ ਭੇਡ ਜੋ ਕਸਤ ਸੀਸ ਵਿਸ਼ਰਨ ਸੋ। ਬਿਰਛਮ ਸੋ, ਬਿਰਛਮ ਸੋ, ਬਿਰਛਮ ਦਾ ਕਿਆ ਹੋ ਗਿਆ ਜੇ ਭੇਡ ਕਹਿੰਦੇ ਸਰਕਸ ਆ ਰਹੀ ਹੈ ਇਹ ਬਿਰਛ ਨਾਲ। ਉਹ ਜਿਹੜੇ ਆਏ ਨੇ ਨਾ ਸਰੇਬੜੇ, ਇਹ ਇਕੱਠੇ ਹੋ ਕੇ ਇੱਕ ਦੂਏ ਨਾਲ ਸਰਕਸ ਆਉਂਦੇ ਹੁੰਦੇ ਨੇ, ਬੜਾ ਰੋਂਦੇ ਨੇ। ਜਿਵੇਂ ਭੇਡ ਸਰਕਸ ਆਉਂਦੀ ਹੈ ਨਾ, ਕਿਸੇ ਬਿਰਛ ਨਾਲ ਰਗੜਦੀ ਹੈ, ਉਹ ਤਾਂ ਉਹਦੇ ਖਾਜ ਹੁੰਦੀ ਹੈ ਤਾਂ ਰਗੜਦੀ ਹੈ। ਸਰ ਕੀ ਹੋ ਗਿਆ ਜੇ ਭੇਡ ਬਿਰਛ ਨਾਲ ਕਿਸੇ ਨਾਲ ਸਰਕਸ ਆਉਂਦੀ ਹੈ? ਫਿਰ ਆਪਣਾ ਮਾਟੀ ਕੋ ਪਛਈਆ ਬੋਲ ਪੁੱਛ ਲੀਜੇ ਜੋਗ ਸੋ। ਜਿਹੜਾ ਮਿੱਟੀ ਉਹ ਮਿੱਟੀ ਖਾਂਦੇ ਨੇ, ਸਿਰਫ ਕਹਿੰਦੇ ਹੋਰ ਕੁਝ ਖਾਣਾ ਹੀ ਨਹੀਂ। ਉਹ ਵੀ ਇਹੀ ਨੇ, ਥੱਲੇ ਮਿੱਟੀ ਉਹ ਖਾ ਲੈਣੀ। ਮਾਟੀ ਕੇ ਪਛਈਆ ਉਹੀ ਰੇਤ ਆਕਾ ਹਾਰ ਕਰ। ਦਸਪਾ ਜਾ ਕੀ ਕਹਿ ਰਹੇ ਨੇ, ਉਹਨੇ ਬਾਅਦ ਚ ਕੀ ਲਿਖਿਆ ਹੋਇਆ, ਇਹਦੇ ਖਿਲਾਫ ਲਿਖਿਆ ਹੋਇਆ। ਕਹਿੰਦੇ ਜੇ ਮਿੱਟੀ ਦੀ ਖਾਣ ਵਾਲੀ ਦੀ ਗੱਲ ਤੁਸੀਂ ਪੁੱਛਣੀ ਹੈ, ਮਿੱਟੀ ਖਾਣ ਵਾਲੀ ਦੀ, ਜੋਗ ਨਾਲ ਗੱਲ ਕਰਕੇ ਦੇਖ ਲਓ ਜੋਗ ਦਾ ਕੀ ਹਾਲ ਹੈ। ਜੋਗ ਨਹੀਂ ਹੁੰਦੀ ਪਾਣੀ ਦੇ ਵਿੱਚ, ਉਹ ਮਿੱਟੀ ਉਹ ਖਾਂਦੀ ਹੈ। ਉਹਨੂੰ ਕਿੰਨਾ ਕੁ ਆਨੰਦ ਆਉਂਦਾ ਜੋਗ ਨੂੰ, ਕਿੰਨਾ ਉਹਨੂੰ ਗਿਆਨ ਹੋ ਗਿਆ ਉਹ ਮਿੱਟੀ ਖਾ ਕੇ, ਉਹਦੋਂ ਪੁੱਛ ਲਓ ਉਹਦੀ ਜ਼ਿੰਦਗੀ ਕਿਹੋ ਜਿਹੀ ਹੈ। ਜੋ ਕੀ ਕਰਦੀ ਆ ਤਾਂ ਮਿੱਟੀ ਖਾਂਦੀ ਆ, ਫਿਰ ਕਿਸੇ ਦਾ ਖੂਨ ਚੂਸਦੀ ਹੈ। ਜੇ ਕੋਈ ਡੱਕੇ ਆ ਜਾਏ ਫਿਰ ਉਹਦਾ ਖੂਨ ਚੂਸਦੀ ਹੈ, ਹੋਰ ਤਾਂ ਕੋਈ ਨਹੀਂ ਕਰਦੀ। ਛੱਪੜ 'ਚ ਕੋਈ ਜਾਨਵਰ ਵੜ ਜਾ ਉਹਦੇ ਲੱਗ ਜਾਂਦੀ ਹੈ, ਖੂਨ ਪੀ ਲੈਂਦੀ ਹੈ ਉਹਦਾ। ਜਿਹੜਾ ਉਹਦੇ ਆ ਜਾ ਗੇੜ 'ਚ ਉਹਦਾ ਖੂਨ ਪੀ ਜਾਂਦੀ ਹੈ, ਜਾਂ ਫਿਰ ਵਿਚਾਰੀ ਮਿੱਟੀ ਖਾਂਦੀ ਹੈ। ਜੋਗ ਦਾ ਮਤਲਬ ਇਹ ਹੈ ਕਹਿਣ ਦਾ ਨਾ। ਹਾਂ, ਹਰ ਗੱਲ ਦੇ ਪਿੱਛੇ ਕੁਛ ਨਾ ਕੁਛ ਹੁੰਦਾ। ਕਿਤੇ ਜੋਗ ਦਾ ਹੋਈ ਨਹੀਂ ਵੀ ਜੋਗ ਕਹਿਤਾ, ਜੋਗ ਆ ਖੂਨ ਵੀ ਪੀ ਲੈਂਦੀ ਹੈ। ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ। ਕਾਮਨਾ ਅਧੀਨ, ਮਨ ਦੇ ਵਿੱਚ ਤਾਂ ਹਰ ਵਕਤ ਕਾਮਨਾ ਕੁਛ ਨਾ ਮਾਇਆ ਦੀ, ਇਹਦੇ ਤੋਂ ਅਧੀਨ, ਆਪਣੀ ਕਾਮਨਾ ਦੇ ਅਧੀਨ ਚੱਲਦਾ, ਪਰਮੇਸ਼ਰ ਦੇ ਹੁਕਮ ਦੇ ਵਿੱਚ ਕਦੇ ਨਹੀਂ ਚੱਲਦਾ। ਕਾਮ ਕ੍ਰੋਧ ਮੈਂ ਪ੍ਰਵੀਨ। ਇੱਕ ਭਾਵਨਾ ਵਿਹੀਨ ਕੈਸੇ ਭੇਟੈ ਪਰਲੋਕ ਸੋ। ਭਾਵਨਾ ਵਿਹੀਨ ਕੈਸੇ ਭੇਟੈ ਪਰਲੋਕ ਸੋ। ਪਰਲੋਕ ਸੋ, ਭਾਵਨਾ ਹੈ ਨਹੀਂ ਤੇਰੇ 'ਚ ਪਰਲੋਕ ਦੀ। ਪਰਲੋਕ ਦੀ ਤਾਂ ਭੁੱਖੇ ਨਹੀਂ ਅੰਦਰ ਹੈ। ਫਿਰ ਉਹਦੇ ਨਾਲ ਤੂੰ ਭੇਟੇਗਾ ਕਿਵੇਂ? ਉੱਥੇ ਪਹੁੰਚੇਗਾ ਕਿਵੇਂ? ਪਰਲੋਕ ਜਾਏਗਾ ਕਿਵੇਂ? ਪਰਲੋਕ ਦੀ ਤੈਨੂੰ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਜਦ ਤੇਰੇ 'ਚ ਭੁੱਖੇ ਹੀ ਨਹੀਂ ਹੈ? ਜਿਹੜੀ ਚੀਜ਼ ਦੀ ਭੁੱਖ ਹੈ ਉਹ ਉਹੀ ਕੰਮ ਕਰ ਰਹੇ। ਹਰ ਆਦਮੀ ਜੋ ਉਹਦਾ ਭੁੱਖ ਹੈ ਉਸੇ ਚੀਜ਼ ਮਗਰ ਫਿਰਦਾ ਭੱਜਿਆ। ਨਾਚਿਓਈ ਕਰਤ ਮੋਰ ਦਾਦਰ ਕਰਤ ਸ਼ੋਰ। ਮੋਰ ਦਾ ਕੰਮ ਹੈ ਨੱਚਣਾ,
ਡੱਡੂਆਂ ਦਾ ਕੰਮ ਹੈ ਉਹੀ ਬੋਲੀ ਜਾਣਾ, ਸ਼ੋਰ ਕਰਨਾ। ਡੱਡੂ ਕੜਾਂ ਕੜਾਂ ਕਰੀ ਜਾਂਦੇ ਨੇ, ਬੇਮਤਲਬ ਬੋਰ ਨੱਚਿਆ ਕਰਦਾ। ਸਦਾ ਕਣਕੋਰ ਘਨ ਕਰਿਓ ਹੀ ਕਰਤ ਹੈ। ਕਨਕੋਰ ਜਿਹੜਾ ਕਾਇਨਾ ਬੱਦਲ ਹਮੇਸ਼ਾ ਗਰਜਦਾ ਰਹਿੰਦਾ, ਗੁਰਮੁਖ ਬੱਦਲ ਹੈ ਗਰਜਦਾ ਰਹਿੰਦਾ। ਉਹਦੀ ਗਰਜਣ ਨੂੰ ਸੁਣ ਕੇ ਜਿਹੜੇ ਗੁਰਮੁਖ ਨੇ, ਹੋਰ ਨੇ ਦੂਏ ਗੁਰਸਿੱਖ ਨੇ, ਉਹ ਖੁਸ਼ ਹੁੰਦੇ ਨੇ, ਨੱਚਦੇ ਨੇ। ਸੱਚ ਪ੍ਰਗਟ ਹੁੰਦਾ ਹੈ, ਜਾਂ ਸੱਚ ਪ੍ਰਗਟ ਹੁੰਦਾ ਹੈ ਤਾਂ ਕਨਕੋਰ ਹੁੰਦੀ ਹੈ। ਜਿਨ੍ਹਾਂ ਨੂੰ ਸੱਚ ਮਿੱਠਾ ਲੱਗਦਾ ਉਹਨਾਂ ਨੂੰ ਚੌ ਚੜਦਾ। ਬਾਦਲ ਕਰਤ ਸ਼ੋਰ। ਡੱਡੂ ਕੀ ਹੈ? ਡੱਡੂ ਜਦ ਬੱਦਲ ਹੁੰਦਾ ਉਹ ਕੜਾਂ ਕੜਾਂ ਹੋ ਰਹੀ ਗੱਲਾਂ, ਉਹ ਵਿਰੋਧ ਉਹ ਕੜਾਂ ਕੜਾਂ ਕਰੀ ਜਾਂਦੇ ਆਪਣੀ। ਕੜਾਂ ਕੜਾਂ ਕਰਨ ਵਾਲੇ ਵੀ ਹੁੰਦੇ ਨੇ ਸੱਚ ਦੇ ਖਿਲਾਫ, ਉਹਨੇ ਸੱਚ ਦੇ ਖਿਲਾਫ ਬੋਲਣ ਵਾਲੇ ਨੇ ਕੜਾਂ ਕੜਾਂ ਹੈ। ਐਵੇਂ ਹੀ ਬੇਮਤਲਬ ਦੀ ਗੱਲ, ਸਮਝਿਆ ਨਹੀਂ? ਏਕ ਪਾਏ ਠਾਂਡੇ ਸਦਾ ਬਣ ਮੈਂ ਰਹਿਤ ਬਿਰਛ। ਜਿਹੜੇ ਬਿਰਛ ਨੇ ਇੱਕ ਲੱਤ ਭਾਰੇ ਸਾਰੀ ਜ਼ਿੰਦਗੀ ਖੜੇ ਰਹਿੰਦੇ ਨੇ ਜੰਗਲ 'ਚ। ਇੱਕ ਲੱਤ ਭਾਰ ਖੜਨ ਵਾਲੇ ਵੀ ਤਾਂ ਲੋਕ ਤਪਸਵੀ ਹੈਗੇ ਨੇ। ਉਹ ਕਹਿੰਦੇ ਤੁਸੀਂ ਤਾਂ ਘੰਟਾ 2 ਘੰਟੇ 4 ਘੰਟੇ ਖੜ ਜਾਓਗੇ। ਬਿਰਛ ਜਿੰਨਾ ਦਾ ਜੰਮਿਆ ਉਦੋਂ ਦਾ ਇੱਕ ਲੱਤ ਭਾਰੇ, ਉਹਨੇ ਦੂਈ ਹੈ ਹੀ ਨਹੀਂ ਵਿਚਾਰੇ ਦੇ, ਹੈ ਉਹ ਇੱਕ, ਉਹ ਵੀ ਖੜਾ ਉਹ। ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ। ਜਿਹੜੇ ਸਰਾਵਕ ਨੇ, ਸਰੇਵੜੇ ਨੇ, ਉਹ ਵਿਚਾਰੇ ਜ਼ਮੀਨ ਦੇ ਉੱਤੇ ਐ ਫੂਕ ਕੇ ਪੈਰ ਧਰਦੇ ਨੇ ਵੀ ਕੋਈ ਕੀੜਾ ਕੋਈ ਚੀਜ਼ ਨਾ ਆ ਜਾਏ, ਮਰ ਨਾ ਜਾਵੇ, ਸਾਤੇ ਪਾਪ ਨਾ ਹੋ ਜਾਵੇ। ਉਹ ਐਂ ਧਰਦੇ ਨੇ ਪੈਰ ਬਹੁਤ ਧਿਆਨ ਨਾਲ। ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੈ। ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੈ। ਯੁਗ ਏਕ ਠੌਰ ਬਾਸ ਕਰੇ। ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੈ। ਹਾਂ, ਪੱਥਰ ਜਿਹੜਾ ਹੈਗਾ ਜਿੱਥੇ ਰੱਖਤਾ ਕਿੰਨੇ ਸਮੇਂ ਤੱਕ ਉੱਥੇ ਹੀ ਪਿਆ ਰਹਿੰਦਾ, ਹਿਲਦਾ ਹੀ ਨਹੀਂ। ਪੱਥਰ ਜਿੱਥੇ ਰੱਖਦਾ ਹੁਣ ਕੋਈ ਹਿਲਾਊ ਤਾਂ ਹੀ ਹਿਲੂਗਾ। ਜਿਹੜੇ ਕਿੱਥੋਂ ਸਮਾਧੀ ਲਾ ਕੇ ਬੈਠਣ ਵਾਲੇ ਨੇ ਉਹ ਪੱਥਰ ਨੇ, ਉਹਨਾਂ ਪੱਥਰਾਂ ਦੇ ਬਰਾਬਰ ਨੇ ਉਹ। ਜਿਵੇਂ ਪੱਥਰ ਜਿੱਥੇ ਪਿਆ ਪਿਆ ਵਿਚਾਰਾ, ਪਹਾੜ ਜਿੱਥੇ ਖੜਾ ਇੱਕੇ ਥਾਂ ਨਿਵਾਸ ਰੱਖਦਾ ਉਹ। ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ। ਕੌਰ ਇੱਲ ਚੀਲ ਜਿਹੜੀ ਹੈ ਉਹ ਇੱਕ ਦੂਏ ਦੇਸ਼ ਫਿਰੀ ਜਾਂਦੀ ਹੈ। ਜਾਂ ਤਾਂ ਜੋਗੀ ਇਹ ਦੇਸਾਂ ਪ੍ਰਦੇਸਾਂ 'ਚ ਘੁੰਮਦੇ ਨੇ, ਜਾਂ ਫਿਰ ਇੱਕੋ ਥਾਂ ਬੈਠੇ ਰਹਿੰਦੇ ਨੇ। ਇੱਕੋ ਥਾਂ ਬੈਠੇ ਰਹਿੰਦੇ ਨੇ ਤਾਂ ਪੱਥਰ ਵਰਗੇ ਨੇ। ਜੇ ਘੁੰਮਦੇ ਨੇ ਜ਼ਿਆਦਾ ਫਿਰ ਚੀਲ ਆ ਉਹ ਆਪਣਾ ਕੌਮ ਦੀ ਗੱਲ ਹੈ ਕੋਈ ਇਹਨਾਂ ਦੀ। ਉੱਥੇ ਜਿਵੇਂ ਕੌਮ ਫਿਰਦੇ ਨੇ, ਇਹ ਚੀਲ ਫਿਰਦੀ ਹੈ। ਚੀਲ ਆਪਣੇ ਖੁਰਾਕ ਵਾਸਤੇ ਫਿਰਦੀ ਹੈ, ਕੌਮ ਆਪਣੀ ਖੁਰਾਕ ਵਾਸਤੇ ਫਿਰਦਾ। ਗਿਆਨ ਕੇ ਵਿਹੀਨ ਮਹਾਦਾਨ ਮੈਂ ਨਾ ਹੁਜੈ ਲੀਨ। ਗਿਆਨ ਕੇ ਵਿਹੀਨ, ਗਿਆਨ ਤੋਂ ਸਖਣੇ ਨੇ ਜਿਹੜੇ ਲੋਕ। ਗੱਲ ਗਿਆਨ ਤੇ ਆ ਕੇ ਮੁੱਕਦੀ ਹੈ, ਗੱਲ ਗਿਆਨ ਤੇ ਆ ਕੇ ਮੁੱਕਦੀ ਹੈ। ਗਿਆਨ ਤੇ ਗੁਰਬਾਣੀ ਕਹਿੰਦੀ ਹੈ, ਗਿਆਨ ਤੇ ਕਬੀਰ ਕਹਿੰਦਾ। ਕਬੀਰ ਨੇ ਕਹਿੰਦਾ ਸੀ ਪਹਿਲਾਂ, ਜੈ ਗਿਆਨ ਤੇ ਧਰਮ। ਜੇ ਧਰਮ ਗਿਆਨ ਹੀ ਨਹੀਂ ਉੱਥੇ ਧਰਮ ਹੈ ਹੀ ਨਹੀਂ। ਇਹਨਾਂ ਦੇ ਵਿੱਚ ਗਿਆਨ ਕੁਛ ਨਹੀਂ ਲੋਕਾਂ ਦੇ ਵਿੱਚ, ਇਸ ਕਰਕੇ ਇਹਨੂੰ ਧਰਮ ਨਹੀਂ ਮੰਨਿਆ ਗਿਆ। ਕਬੀਰ ਨੇ ਜੋ ਕਿਹਾ ਸੀ ਉਹੀ ਕਹਿ ਰਹੇ ਨੇ ਦਸਮ ਪਾਤਸ਼ਾਹ, ਉਲਟ ਨਹੀਂ ਕੋਈ ਕਹਿ ਰਹੇ, ਸਾਬਤ ਕਰ ਰਹੇ ਨੇ। ਉਹਨੇ ਤਾਂ ਗੱਲ ਸਮੁੱਚੀ ਕਹਿਤੀ ਸੀ। ਜਿੱਥੇ ਗਿਆਨ ਨਹੀਂ ਧਰਮ ਨਹੀਂ। ਇਹਨਾਂ ਨੇ ਉਹਦਾ ਵਿਆਖਿਆ ਕਰਕੇ ਦੱਸਤੀ, ਦਰਸ਼ਨ ਕਰਾਤਾ ਸਾਰਿਆਂ ਦਾ। ਆਏ ਜਿਹੜੇ ਹਨ ਕੈਟਾਗਰੀਆਂ ਨੇ ਨਾ ਧਰਮ ਦੀਆਂ, ਇੱਥੇ ਗਿਆਨ ਹੈ ਨਹੀਂ, ਇਹਨੂੰ ਧਰਮ ਨਾ ਮੰਨਿਓ ਤੁਸੀਂ। ਉਹ ਖੋਲ ਕੇ ਖੁਲਾਸਾ ਕਰਕੇ ਦਿਖਾਤਾ, ਦਰਸ਼ਨ ਕਰਾਤਾ ਸਾਰਾ। ਗਿਆਨ ਕੇ ਵਿਹੀਨ ਮਹਾਦਾਨ ਮੈਂ ਨਾ ਹੁਜੈ ਲੀਨ। ਗਿਆਨ ਕੇ ਵਿਹੀਨ ਜਿਹੜਾ ਹੈ ਆਦਮੀ, ਮਹਾਦਾਨ ਦੇ ਵਿੱਚ ਲੀਨ ਕਿਵੇਂ ਹੋ ਜੂ? ਮਹਾਦਾਨ ਕੀ ਹੈ? ਮਹਾਦਾਨ ਗਿਆਨ ਦਾ ਦਾਨ ਹੈ, ਨਾਮ ਦਾ ਦਾਨ ਹੈ। ਮਹਾਦਾਨ ਦੇ ਵਿੱਚ ਲੀਨ ਕਿਵੇਂ ਹੋ ਜੂਗਾ? ਜਿਹੜਾ ਦਾਨ ਹੈ ਸਿੱਖਾਂ ਦਾ, ਗੁਰਮੁਖਾਂ ਦਾ, ਗੁਰਮੁਖ ਨਾਮ ਦਾਨ ਇਸ਼ਨਾਨ। ਨਾਮ ਲੈਣਾ ਜਾਂ ਦੇਣਾ, ਦਾਨ ਨਾਲ ਦੇਣਾ, ਇਹ ਨਾਮ ਦੇ ਵਿੱਚ ਇਸ਼ਨਾਨ ਕਰਨਾ, ਇਹੀ ਉਹਨਾਂ ਦਾ ਕੰਮ ਹੈ। ਹੋਰ ਤਾਂ ਕੋਈ ਕੰਮ ਹੀ ਨਹੀਂ ਹੈ। ਮਹਾਦਾਨ ਹੈ ਗਿਆਨ ਦਾ ਦਾਨ। ਵਿਦਿਆ ਦਾ ਦਾਨ ਮਹਾਦਾਨ ਕਹਿਣਾ ਗਲਤ ਹੈ।
ਜਿਹੜੇ ਲੋਕ ਵਿਦਿਆ ਦਾ ਦਾਨ ਕਹਿੰਦੇ ਨੇ ਮਹਾਦਾਨ, ਉਹ ਵਿਦਵਾਨ ਹੋ ਸਕਦੇ ਨੇ, ਸੰਸਾਰੀ ਆਦਮੀ ਨੇ, ਉਹ ਸੰਸਾਰੀ ਨੇ, ਭਗਤ ਨਹੀਂ ਹਨ। ਉਹ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਜਿਹੜੇ ਵਿਦਿਆ ਦਾ ਦਾਨ ਕਹਿੰਦੇ ਨੇ ਉਹ ਸੰਸਾਰੀ ਨੇ ਸਾਰੇ, ਭਗਤ ਨਹੀਂ ਹੋ ਸਕਦੇ। ਉਹ ਮਾਇਆਧਾਰੀ ਨੇ ਸਾਰੇ ਵਿਦਿਆ ਦਾ ਦਾਨ ਕਹਿਣ ਵਾਲੇ। ਸਾਡੇ ਵਿਦਵਾਨ ਜਿੰਨੇ ਨੇ, ਸਰਕਾਰੀ ਬੰਦੇ ਨੇ, ਹੋਰ ਨੇ, ਉਹ ਵਿਦਿਆ ਦਾ ਦਾਨ ਕਹਿੰਦੇ ਨੇ, ਵਿਦਿਆ ਦੇ ਮੰਦਰ ਕਹਿੰਦੇ ਨੇ। ਵਿਦਿਆ ਦੇ ਮੰਦਰ ਨਹੀਂ ਹੈਗੇ ਹੁਣ, ਵਿਦਿਆ ਦਾ ਛੱਲਾ ਹੁੰਦਾ ਨੇ ਮੰਦਰ। ਮੰਦਰ ਕਾਹਦੇ ਮੰਦਰ ਛੱਲਾ ਹੀ ਦੀ ਹੈ, ਜਾਂ ਫਿਰ ਇਹੋ ਜਿਹੇ ਮੰਦਰ ਨੇ ਛੱਲਾ ਹੋਣ ਵਾਲੇ ਉਹਨਾਂ ਦੇ। ਉਹ ਵਿਦਿਆ ਦੇ ਮੰਦਰ ਦਾ ਤੁਹਾਡੇ ਛੱਲਾ ਹੀ ਜਾਂਦੇ ਨੇ, ਗਰੀਬ ਉੱਥੇ ਪੜ੍ਹਾਈ ਨਹੀਂ ਸਕਦਾ। ਮੰਦਰ ਤਾਂ ਫ੍ਰੀ ਚੀਜ਼ ਮਿਲਦੀ ਹੈ, ਆਪਣੀ ਮਰਜ਼ੀ ਮੰਦਰ 'ਚ ਕੋਈ ਦੇ ਦੇਵੇ ਜਾ ਕੇ ਕੁਛ। ਹੁਣ ਵੀ ਜਿਹੜੇ ਚੱਲ ਮੰਦਰ ਨੇ, ਜੇ ਮੰਦਰ 'ਚ ਕੋਈ ਦਿੰਦਾ ਆਪਣੀ ਮਰਜ਼ੀ ਨਾਲ ਦਿੰਦਾ ਨਾ ਜਾ ਕੇ, ਕੋਈ ਜ਼ਰੂਰੀ ਤਾਂ ਹੈ ਨਹੀਂ ਉੱਥੇ ਵੀ ਕੋਈ ਦੇ, ਤੂੰ ਜਾ ਕੇ ਦੇ ਦੇਵੇ ਜੋ ਮਰਜ਼ੀ ਦੇ ਦੇਵੇ। ਇੰਨਾ ਸਟੈਂਡਰਡ ਤਾਂ ਮੰਦਰਾਂ ਦਾ ਹੈਗਾ। ਵਿਦਿਆ ਦਾ ਮੰਦਰ ਤੁਸੀਂ ਬਿਨਾਂ ਹਜ਼ਾਰਾਂ ਰੁਪਏ ਲੈ ਦਾਖਲਾ ਨਹੀਂ ਦਿੰਦੇ, ਵਿਦਿਆ ਦੇ ਮੰਦਰ ਕਹਿੰਦੇ ਹੋ ਤੁਸੀਂ। ਵਿਦਿਆ ਦੇ ਮੰਦਰ ਦਾ ਤਾਂ ਨਹੀਂ ਜੇ ਤੁਸੀਂ ਕੋਈ ਡੋਨੇਸ਼ਨ ਹੋਵੇ ਹੀ ਨਾ ਕਿਸੇ, ਕੋਈ ਲੱਭੋ ਹੀ ਨਾ ਕਿਸੇ ਤੇ ਕੁਛ। ਭਾਵਨਾ ਵਿਹੀਨ ਦੀਨ ਕੈਸੇ ਕੇ ਤਰਤ ਹੈ। ਭਾਵਨਾ ਵਿਹੀਨ, ਭਾਵਨਾ ਤੇ ਵਿਹੀਨ, ਦੀਨ ਕੈਸੇ ਕੇ ਤਰਤ ਹੈ। ਦੀਨ ਕੈਸੇ ਕੇ ਤਰਤ ਹੈ। ਕਿਹੜਾ ਧਰਮ ਹੈ ਜਿਹੜਾ ਤਰਜੂਗਾ? ਕਿਹੜਾ ਮਤਲਬ ਹੈਗਾ ਦੀਨ ਧਰਮ? ਕੋਈ ਧਰਮ ਵੀ ਭਾਵਨਾ ਤੇ ਵਿਹੀਨ ਤਾਰਦਾ ਨਹੀਂ। ਜੇ ਇੱਛਾ ਨਹੀਂ ਹੈ, ਧਰਮ ਚਾਹੇ ਕੋਈ ਹੋਵੇ, ਉਹਦੇ ਇੱਛਾ ਜੇ ਤੁਹਾਡੀ ਹੈਗੀ ਹੈ ਤਰਨ ਦੀ ਤਾਂ ਤਰੂਗਾ। ਜੇ ਇੱਛਾ ਹੀ ਨਹੀਂ ਹੈ ਤਰਨ ਦੀ ਫਿਰ ਨਹੀਂ ਤਰਦਾ। ਜੈਸੇ ਏਕ ਸਵਾਂਗੀ ਕਹੂੰ ਜੋਗੀਆ ਬੈਰਾਗੀ ਬਣ। ਜੈਸੇ ਇੱਕ ਸੁੰਗੀ, ਸਵਾਂਗੀ ਕਹੂੰ ਜੋਗੀਆ ਬੈਰਾਗੀ ਬਣ। ਜਿਵੇਂ ਕੋਈ ਸਵਾਂਗੀ ਹੁੰਦਾ, ਸਵਾਂਗੀ ਹੁੰਦਾ ਸਵਾਂਗ ਧਾਰਦਾ, ਯਾਨੀ ਜਿਵੇਂ ਆਪਣਾ ਬਹਿਰੂਪੀਆ ਹੁੰਦਾ। ਕਦੇ ਜੋਗੀ ਹੋ ਜਾਂਦਾ ਹੈ, ਕਹੂੰ ਬੈਰਾਗੀ ਬਣ, ਕਦੇ ਬਰਾਗੀ ਹੋ ਜਾਂਦਾ ਹੈ। ਉਹਦਾ ਵਿਚਾਰਾ ਮੰਗਤਾ ਹੈ ਕੋਈ ਰੂਪ, ਕਦੇ ਪੁਲਿਸ ਵਾਲਾ ਬਣ ਜਾਂਦਾ, ਸਮਝਿਆ ਨਹੀਂ? ਕਦੇ ਕੁਛ ਬਣ ਜਾਂਦਾ, ਕਦੇ ਕੁਛ ਬਣ ਜਾਂਦਾ। ਕਬਹੂ ਸੰਨਿਆਸ ਭੇਸ ਬਣ ਕੇ ਦਿਖਾ ਬਈ। ਕਦੇ ਉਹ ਸੰਨਿਆਸੀ ਬਣ ਕੇ ਫਿਰਦਾ ਰਹਿੰਦਾ, ਮੰਗਦਾ, ਸੰਨਿਆਸੀ ਦਾ ਭੇਸ ਬਣਾ ਕੇ ਦਿਖਾ ਦਿੰਦਾ। ਉਹ ਤਾਂ ਵੈਸੇ ਕਰਦਾ ਵਿਚਾਰਾ। ਕਹੂੰ ਪੌਣ ਹਾਰੀ ਕਹੂੰ ਬੈਠੇ ਲਾਏ ਤਾਰੀ। ਕਿਤੇ ਪੌਣ ਹਾਰੀ ਬਣ ਕੇ ਬਹਿ ਜਾਂਦਾ, ਕਿਤੇ ਤਾੜੀ ਲਾ ਕੇ ਬਹਿ ਜਾਂਦਾ, ਤਾੜੀ ਸਮਾਧੀ ਲਾ ਕੇ। ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ। ਕਿਤੇ ਲੋਭ ਦੀ ਖਮਾਰੀ ਚ ਹੁੰਦਾ, ਲੋਭ ਦੀ ਖਮਾਰੀ ਸੋ ਅਨੇਕ ਗੁਣ ਗਵਾਈ। ਹਾਂ, ਅਨੇਕਾਂ ਜਿਹੜੇ ਗੁਣ ਨੇ, ਗੁਣ ਗਾਇਨ ਕਰਦਾ ਉਹ, ਜਿਵੇਂ ਲੋਭ ਕਰਕੇ ਰੱਬ ਨੂੰ ਬੜਾ, ਤੂੰ ਬੜਾ ਦਿਆਲੂ ਆ, ਕਿਰਪਾਲੂ ਆ, ਫਲਾਨਾ। ਲੋਕਾਂ ਦੇ ਗੁਣ ਗਾਇਨ ਕਰਨੇ ਮੰਗਤੇ ਫਿਰਦੇ ਨਹੀਂ ਹੁੰਦੇ, ਮੰਗਤੇ ਫਿਰਦੇ ਹੁੰਦੇ ਨੇ ਜਿਹੜੇ ਲੋਕਾਂ ਦੇ ਉੱਚੇ ਚਵਾਰਿਆਂ ਵਾਲੇ। ਉਹ ਫਲਾਨੇ ਦਾਤਾ ਇਹ ਕਰੋ, ਤੁਸੀਂ ਵਡਿਆਈ ਕਾਹਦੇ ਕਰਦੇ ਨੇ? ਤੁਹਾਡੇ ਮਹਿਲ ਚਵਾਰੇ ਬਣੇ ਰਹਿਣ, ਉਹ ਲੋਭ ਕਰਕੇ, ਲੋਭ ਕੀ ਖੁਮਾਰੀ, ਲੋਭ ਕਰਕੇ ਕਰਦੇ ਨੇ। ਉਹ ਤੁਹਾਡੇ ਗਾਉਂਦੇ ਨੇ ਗੁਣ। ਉਹ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ। ਕਹੂੰ ਬ੍ਰਹਮਚਾਰੀ ਹੈ, ਕਿਤੇ ਬਣਿਆ ਹੋਇਆ ਆਦਮੀ, ਕਿਤੇ ਹੱਥ ਪੇ ਲਗਾਵੇ ਬਾਰੀ। ਹੱਥ ਤੇ ਸਰੋਂ ਜਮਾਉਣ ਵਾਲਾ, ਬਾੜੀ ਹੁੰਦੀ ਹੈ ਸਰੋਂ ਜਮਾ ਲਈ ਹੱਥ ਤੇ। ਬਾੜੀ ਕੋਈ ਚੀਜ਼ ਜੰਮਿਆ ਆਈ, ਬਾੜੀ ਦੇ ਵਿੱਚ ਹੁੰਦਾ ਨਾ ਬੀਜਿਆ ਹੋਇਆ ਸਬਜ਼ੀ। ਕਹੂੰ ਡੰਡ ਧਾਰੀ ਹੋਏ ਕੇ ਲੋਗਣ ਭਰਮਾਵਈ। ਕਿਤੇ ਡੰਡ ਧਾਰੀ ਹੋ ਕੇ ਡੰਡੌਤ ਕਰ ਕਰਕੇ ਉਹ ਜਾਂਦੇ ਨਹੀਂ, ਨਾਨਾ ਦੇਵੀ ਨੂੰ ਡੰਡੌਤ ਕਰਦੇ ਜਾਂਦੇ ਨੇ, ਕੋਈ ਕਿਤੇ ਨੂੰ ਡੰਡੌਤ ਕਰਦੇ ਜਾਂਦੇ ਨੇ। ਲੈ ਜੀ ਇਹ ਹਰ ਸਾਲ ਜਾਂਦਾ ਜੀ, ਡੰਡੌਤ ਕਰਦਾ ਫਲਾਣੇ ਤੁਹਾਨੂੰ, ਇਹ ਬਾਬੇ ਵਡਭਾਗ ਦੇ ਜਾਂਦਾ, ਫਲਾਣੇ ਦੇ ਜਾਂਦਾ। ਉਹ ਸਾਰਾ ਸਾਲ ਆਪਣਾ ਫਿਰ ਉਹ ਪੂਜਾ ਕਰਾਉਂਦਾ। ਆਪਣੇ ਨਾਲ ਬੰਦੇ ਜੋੜੇ ਹੋਏ ਨੇ, ਉਹਨਾਂ ਨੂੰ ਨਾਲ ਲੈ ਕੇ ਜਾਂਦਾ, ਆਪ ਡੰਡੌਤ ਕਰਦਾ ਜਾਂਦਾ। ਕਹਿੰਦੇ ਜੀ ਇਹ ਤਾਂ ਬੜਾ, ਬਸ ਉੱਥੇ ਇਹਦੇ ਗੋਡੇ ਰਗੜੇ ਗਏ, ਕੁੜੀਆਂ ਰਗੜੀਆਂ ਗਈਆਂ, ਨੱਕ ਰਗੜਿਆ ਗਿਆ। ਉਹਨੂੰ ਪਤਾ ਵੀ ਇੱਕ ਸਾਲ 'ਚ ਇੱਕ ਵਾਰ ਕਰਨਾ, ਸਾਲ ਭਰ ਮੌਜ ਹੈ। ਫਿਰ ਜਾਂ 5 ਸਾਲ 'ਚ ਇੱਕ ਵਾਰ ਕਰਨਾ, ਫਿਰ ਮੌਜ ਹੈ। ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਣ ਸੋ। ਅਸਲ 'ਚ ਕਾਮਨਾ ਉਹਦੇ ਪਿੱਛੇ ਉਹਦੀ ਕੋਈ ਕਾਮਨਾ,
ਜੋ ਵੀ ਕੁਛ ਇਹ ਕਰ ਰਹੇ ਨੇ। ਪਰ ਉਹ ਨਾਚਦਾ ਹੈ, ਉਹ ਨਾਚਣ ਕਾਮਨਾ ਦੀ ਨੱਚਦਾ ਉਹ ਪਇਓ ਕਿਰਤ ਨੱਚੇ ਸਭ ਕੋਈ ਤਾਂ ਕਿਰਤ ਹੈ ਉਹਦੀ। ਵੀ ਸਾਲ ਬਾਅਦ ਰੋਟੀਆਂ ਵਾਧੂ ਨੇ ਫਿਰ ਆਪਣੇ ਕੋਲ, ਸਮਝਿਆ ਨਹੀਂ। ਇੱਕ ਵਾਰ ਕਰ ਲੋ ਕੰਮ ਜਿਹਾ, ਆ ਧੂੜੀਆਂ ਤਾਪਰੀਆਂ ਜੇਠ ਦੇ ਮਹੀਨੇ ਸਾਰਾ ਸਾਲ ਫਿਰ ਬਹੁਤ ਜਾ ਦੁੱਧ। ਲੋਕਾਂ ਨੇ ਭਗਤ ਦਾ ਸਰਟੀਫਿਕੇਟ ਦੇ ਸਮਝਿਆ ਨਹੀਂ। ਧੂੜੇ ਦਾ ਦੁੱਧ ਨਹੀਂ ਮੁੱਕਣਾ, ਜਿੰਨੇ ਮਰਜ਼ੀ ਲੋਕ ਹੋਰ ਵੀ ਪੀ ਜਾਣ। ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ। ਗਿਆਨ ਕੇ ਵਿਹੀਨ ਬ੍ਰਹਮ ਲੋਕ ਤਾਂ ਨਹੀਂ ਤੈਨੂੰ ਮਿਲਣਾ। ਆ ਤੇਰਾ ਜਿਹੜਾ ਤੂੰ ਕਰਦਾ, ਜਿਹੜੀ ਤੈਨੂੰ ਇੱਛਾ ਉਹ ਮਿਲ ਜੂਗੀ। ਲੰਗਰ ਵੀ ਚੱਲ ਜੂਗਾ ਤੇਰਾ, ਚਾਹੇ ਖੀਰ ਦਾ ਚਲਾਈ ਜਾਏ, ਚਾਹੇ ਪੂੜਿਆਂ ਦਾ ਦੁੱਧ ਦਾ ਚਲਾਈ ਜਾਏ, ਹੋਰ ਸਭ ਕੁਝ ਹੋ ਜੂਗਾ। ਸੰਸਾਰ ਦਾ ਕਾਰ ਸੇਵਾ ਜਿੰਨੀ ਮਰਜ਼ੀ ਕਰ ਲਈ ਇਹ ਵੀ ਹੋ ਜੂਗੀ। ਬ੍ਰਹਮ ਲੋਕ ਨਹੀਂ ਪਹੁੰਚ ਸਕਦਾ, ਬ੍ਰਹਮ ਲੋਕ ਨਹੀਂ ਪਹੁੰਚਿਆ ਜਾਣਾ। ਬ੍ਰਹਮ ਲੋਕ ਪਹੁੰਚਣ ਵਾਸਤੇ ਹੋਰ ਕੁਝ, ਇਹ ਸਭ ਕੁਝ ਛੱਡਣਾ ਪਊਗਾ, ਇਹ ਸਭ ਕੁਝ ਤਿਆਗਣਾ ਪਊਗਾ ਜਿਹੜਾ ਕੁਝ ਕਰ ਰਹੇ ਹੋ ਤੁਸੀਂ। ਬ੍ਰਹਮ ਲੋਕ ਦੀ ਭੁੱਖ ਵਾਲੇ ਕੰਮ ਨਹੀਂ ਕਰਦੇ, ਭਗਤਾਂ ਨੇ ਕੰਮ ਨਹੀਂ ਕੀਤਾ ਕਿਸੇ ਨੇ। ਜਿਹੜੇ ਬ੍ਰਹਮ ਲੋਕ ਗਏ ਨੇ ਉਹਨਾਂ ਨੇ ਕੰਮ ਕੀਤੇ ਹੀ ਨਹੀਂ ਨਾ। ਉਹਨਾਂ ਨੇ ਕਾਰ ਸੇਵਾ ਕੀਤੀ ਹੈ। ਕਾਰ ਸੇਵਾ ਨੂੰ ਪਿੱਛੇ ਵੀ ਤਾਂ ਮੰਦਰ ਸੀਗੇ, ਮੰਦਰੇ ਬਣਾਉਂਦੇ ਉਹ ਲੋਕ, ਵਧੀਆ ਮੰਦਰ ਬਣਾਉਂਦੇ ਪੁਰਾਣੇ ਸੀ ਜਿਹੜੇ। ਗੁਰਦੁਆਰੇ ਦੀ ਕਿਹੜੀ ਭਗਤੀ ਹੁੰਦੀ ਹੈ? ਜਿਹੜੇ ਗੁਰਦੁਆਰੇ ਬਣਾਈ ਜਾਂਦੇ ਉੱਥੇ ਹੁੰਦਾ ਕੀ ਹੈ? ਜਿਹੜੇ ਕਹਿੰਦੇ ਨੇ ਗੁਰਦੁਆਰੇ ਦੀ ਸੇਵਾ ਕਰਦੇ, ਉੱਥੇ ਤਾਂ ਗੁਰਮਤਿ ਦਾ ਵਿਰੋਧ ਹੋ ਰਿਹਾ ਗੁਰਦੁਆਰੇ। ਤੁਸੀਂ ਗੁਰਦੁਆਰਿਆਂ ਦੇ ਉੱਤੇ ਕਰੋੜਾਂ ਰੁਪਈਆ ਲਾਈ ਜਾਂਦੇ। ਉਹ ਗੁਰਦੁਆਰਿਆਂ 'ਚੋਂ ਮਿਲਦਾ ਕੀ ਹੈ ਲੋਕਾਂ ਨੂੰ? ਇਹ ਤਾਂ ਦੱਸੋ ਤੇ ਹੋ ਕੀ ਰਿਹਾ? ਕਬਜ਼ਾ ਕਿਹਦਾ ਹੈ? ਗੁਰਮਤਿ ਤੋਂ ਵਿਰੋਧ ਵਾਲਿਆਂ ਦਾ ਕਬਜ਼ਾ ਗੁਰਦੁਆਰੇ 'ਚ। ਇਹ ਤਾਂ ਤੁਸੀਂ ਵੀ ਵਿਰੋਧੀ ਉਹਨਾਂ ਦੇ ਨਾਲ ਦੇ ਹੀ ਹੋ। ਫਿਰ ਪੈਸੇ ਦੇ ਤੁਸੀਂ, ਰਿਸ਼ਵਤਾਂ ਦੇ ਤੁਸੀਂ ਕਾਰ ਸੇਵਾ ਲੈ ਲਿਓ। ਇਹਦੇ ਪਿੱਛੇ ਭਾਵਨਾ ਕੀ ਹੈ? ਸਭ ਜਾਣਦੇ ਨੇ, ਤੁਸੀਂ ਵੀ ਜਾਣਦੇ ਹੋ। ਬ੍ਰਹਮ ਲੋਕ ਵਾਲੀ ਗੱਲ ਤਾਂ ਨਹੀਂ ਤੁਹਾਨੂੰ ਮਿਲਣੀ। ਹਾਂ, ਦੁਨਿਆਵੀ ਇੱਜ਼ਤ ਮਿਲੀ ਜਾਊ, ਮਿਲਦੀ ਹੋਈ ਆ। ਇਹ 2-4 ਦਿਨ ਦੀ ਇੱਜ਼ਤ ਹੁੰਦੀ ਹੈ, ਕੁਛ ਨਹੀਂ ਹੁੰਦਾ ਇਹਦੇ 'ਚ। ਇਹ ਕੋਈ ਬਹੁਤੀ ਲੰਬੀ ਚੌੜੀ ਗੱਲ ਨਹੀਂ ਹੈ। ਜਿਹੜੇ ਲੋਕ ਇਸ ਗੱਲ ਨੂੰ ਸਮਝਦੇ ਨੇ ਉਹਨਾਂ ਦੀ ਨਿਗਾਹ 'ਚ ਤੁਸੀਂ ਕੁਛ ਨਹੀਂ ਹੈਗੇ। ਉਹ ਤੁਹਾਨੂੰ ਹੁਣ ਵੀ ਨਹੀਂ ਕੋਈ ਸਮਝਦੇ। ਤੁਸੀਂ ਆਪਣੇ ਆਪ ਨੂੰ, ਜਿਹੜੇ ਤੁਹਾਨੂੰ ਸਮਝਦੇ ਨੇ ਪਾਗਲ ਨੇ, ਮੂਰਖੰਦ ਕੋਰ ਨੇ। ਜਿਹੜੇ ਸਮਝਦੇ ਨੇ ਮੂਰਖੰਦ ਕੋਰ ਕਿਹਾ ਹੈ ਬਾਣੀ 'ਚ, ਅਸੰਖ ਮੂਰਖੰਦ ਕੋਰ। ਉਹ ਮੂਰਖੰਦ ਕੋਰ ਨੇ, ਸਮਝ, ਉਹਨਾਂ ਨੂੰ ਕੀ ਪਤਾ। ਇਸੇ ਕਰਕੇ ਝੂਠ ਦੀਆਂ ਦੁਕਾਨਾਂ ਸਾਰੀਆਂ ਚੱਲੀ ਜਾਂਦੀਆਂ। ਭਾਵੇਂ ਗੁਰਬਾਣੀ ਨੇ ਕਿਹਾ ਹੋਇਆ ਕਿਹੜੀ ਹੈ ਝੂਠ ਦੀ ਦੁਕਾਨ ਜਿਹੜੀ ਫੇਲ ਹੈ? ਸਾਰੀਆਂ ਚੱਲਦੀਆਂ। ਕਿਉਂ ਚੱਲਦੀਆਂ? ਮੂਰਖੰਦ ਕੋਰ ਨੇ ਲੋਕ, ਔਰ ਚੱਲਦੀਆਂ ਵੀ ਰਹਿਣਗੀਆਂ। ਇਹ ਬੰਦ ਵੀ ਨਹੀਂ ਹੋਣੀਆਂ। ਪਰ ਚਲਾਉਣ ਵਾਲਿਆਂ ਨੂੰ ਕੁਛ ਨਹੀਂ ਮਿਲਣਾ। ਜਿਹੜੇ ਲੀਡਰ ਨੇ ਚਲਾਉਣ ਵਾਲੇ ਨੇ ਉਹਨਾਂ ਨੂੰ ਕੁਛ ਨਹੀਂ ਮਿਲਣਾ। ਉਹਨਾਂ ਦਾ ਜੀਵਨ ਵਾ ਰੋਟੀ ਦਾਲ ਬਦਲੀ ਜਾ ਰਿਹਾ, ਆਟੇ ਲੂਣ ਬਦਲੀ ਜਾ ਰਿਹਾ। ਮੂਰਖੰਦ ਕੋਰ ਜਿਹੜੇ ਤੁਹਾਨੂੰ ਦੇਣ ਵਾਲੇ ਨੇ ਉਹਨਾਂ ਦਾ ਰੋਟੀ ਲੂਣ ਬਦਲ ਨਹੀਂ ਜਾ ਰਿਹਾ। ਉਹ ਤੁਹਾਨੂੰ ਦੇ ਰਹੇ ਨੇ ਕੁਛ, ਉਹ ਤੁਹਾਨੂੰ ਦੇ ਰਹੇ ਨੇ, ਉਹਨਾਂ ਨੂੰ ਬੈਨੀਫਿਟ ਹੋ ਜਾਣਾ, ਤੁਹਾਨੂੰ ਕੁਛ ਨਹੀਂ ਹੋਣਾ ਬੈਨੀਫਿਟ। ਤੁਸੀਂ ਸਮਝਦੇ ਹੋ ਗੱਲ ਕੁਛ, ਉਹ ਤਾਂ ਸਮਝਦੇ ਨਹੀਂ ਹੁਣ। ਪੰਜ ਵਾਰ ਗੀਦਰ ਪੁਕਾਰੇ ਪਰੇ ਸੀਤਕਾਲ। ਜਦੋਂ ਠੰਡ ਆਉਂਦੀ ਆ ਗਿੱਦੜ ਕਹਿੰਦੇ ਬੋਲਦੇ ਹੁੰਦੇ ਨੇ। ਠੰਡ 'ਚ ਬੋਲਦੇ ਨੇ, ਠੰਡ ਲੱਗਦੀ ਹੈ ਨਾ ਤਾਂ ਬੋਲਦੇ ਨੇ। ਉਹ ਇੱਕ ਗਿੱਦੜ ਬੋਲਿਆ 2-4 ਵਾਰ ਜਿਹੜੇ ਹੋਰ ਉਹਦੇ ਸੁਣ ਕੇ ਬੋਲਣ ਲੱਗ ਜਾਂਦੇ ਨੇ। ਪੰਜ ਵਾਰ ਗੀਦਰ ਪੁਕਾਰੇ ਪਰੇ ਸੀਤਕਾਲ। ਸੀਤਕਾਲ ਹੁੰਦਾ ਸਰਦੀ ਦਾ ਮੌਸਮ, ਸੀਤਕਾਲ ਪੈਂਦਾ 5-4 ਵਾਰ ਗਿੱਦੜ ਬੋਲਦਾ। ਫਿਰ ਕੁੰਚਰ ਉਹ ਗਧਾ ਅਨੇਕ ਦਾ ਪੁਕਾਰ ਹੀ। ਆ ਕੁੰਚਰ ਵਾਲਾ ਗਧਾ ਸਾਰਾ ਸਾਲੇ ਬੋਲਦੇ ਨੇ। ਗਧਾ ਵੀ ਤਕਰੀਬਨ ਜਦ ਗਰਮੀ ਆਉਂਦੀ ਹੈ ਜਦ ਬੋਲਦਾ। ਹਾਥੀ ਵੀ ਬੋਲਦਾ, ਹਾਥੀ ਤਾਂ ਸਾਰਾ ਸਾਲੇ ਬੋਲਦਾ। ਕਹਾਂ ਭਇਓ ਜੋ ਪੈ ਕਲਵੱਤਰ ਲਿਓ ਕਾਂਸ਼ੀ ਵਿੱਚ। ਗਧਾ ਜ਼ਿਆਦਾ ਗਰਮੀ 'ਚ ਬੋਲਦਾ, ਠੰਡ 'ਚ ਗਧਾ ਨਹੀਂ ਬੋਲਦਾ, ਘੱਟ ਬੋਲਦਾ। ਹਾਂ, ਕਹਾਂ ਪਿਓ ਜੋ ਪੈ ਕਲਵੱਤਰ ਲਿਓ ਕਾਸ਼ੀ ਵਿੱਚ। ਕਹਿੰਦਾ ਕੀ ਹੋ ਗਿਆ ਜੇ ਕਾਸ਼ੀ ਤੂੰ ਚਲਿਆ ਗਿਆ, ਜਾ ਕੇ ਆਰੇ ਨਾਲ ਆਪਣਾ ਆਪ ਚਰਾ ਲਿਆ। ਕਲਵੱਤਰ ਆਰਾ ਖੂਹ 'ਚ ਲੱਗਿਆ ਹੋਇਆ ਸੀ ਨਾ, ਛਾਲ ਮਾਰਤੀ ਉੱਥੇ, ਚੀਰਿਆ ਗਿਆ। ਤੂੰ ਚੀਰ ਲਿਆ, ਮੱਛੀਆਂ ਨੇ ਖਾ ਲਿਆ, ਫਿਰ ਕੀ ਹੋ ਗਿਆ? ਇਹ ਕੋਈ ਤੈਨੂੰ ਪ੍ਰਾਪਤੀ ਨਹੀਂ ਹੈ ਇਹਦੇ ਵਿੱਚ ਕੁਛ ਵੀ। ਚੋ ਚੀਰ ਚੀਰ ਚੋਰਟਾ ਕਠਾਰਨ ਸੋ ਮਾਰ ਹੀ।
ਜਿਹੜੇ ਚੋਰ ਹੁੰਦੇ ਲੋਕ ਚੋਰਾਂ ਨੂੰ ਫੜ ਕੇ ਕੁਹਾੜਿਆਂ ਨਾਲ ਵੱਢ ਮਾਰੇ ਜਾਂਦੇ ਨੇ। ਕੀ ਤੂੰ ਚੋਰ ਹੈ? ਆਪਣੇ ਆਪ ਨੂੰ ਚੋਰ ਸਮਝਦਾ ਕਿ ਤੂੰ ਅਪਰਾਧੀ ਹੈ? ਤੈਨੂੰ ਕੀ ਲੋੜ ਪਈ? ਜਾਂ ਤਾਂ ਤੂੰ ਅਪਰਾਧੀ ਹੈ, ਫਿਰ ਅਪਰਾਧੀਆਂ ਨੂੰ ਮਾਰਿਆ ਜਾਂਦਾ, ਭਗਤਾਂ ਨੂੰ ਨਹੀਂ ਮਾਰਿਆ ਜਾਂਦਾ। ਭਗਤ ਨਹੀਂ ਏਦਾਂ ਮਰਦੇ ਹੁੰਦੇ, ਉਹਨਾਂ ਨੂੰ ਨਹੀਂ ਲੋੜ ਹੈ ਕਰਨ ਦੀ। ਕਰਦਾ ਭਗਤੀ ਹੈ, ਕੰਮ ਚੋਰਾਂ ਵਾਲੇ ਬਹੁਤ ਚੋਰਾਂ ਵਾਲੀ ਮਰਦਾ ਹੈ। ਕਿਉਂ ਮਰਦਾ? ਕਹਾਂ ਪਇਓ ਫਾਂਸੀ ਡਾਰ ਬੁੱਢਿਓ ਜੜ ਗੰਗ ਧਾਰ। ਕਹਾ ਪਿਓ, ਕਹਾ ਨਹੀਂ ਹੁੰਦਾ, ਕਹਾ ਕੀ ਹੋ ਗਿਆ? ਕੀ ਹੋ ਗਿਆ ਜੇ ਤੂੰ ਗਲ 'ਚ ਫਾਂਸੀ ਪਾ ਕੇ ਗੰਗਾ ਦੀ ਧਾਰ 'ਚ ਡੁੱਬ ਗਿਆ ਜਾਣ ਕੇ ਆਪੇ? ਏਦਾਂ ਲੋਕ ਕਰਦੇ ਸੀ, ਕਰਦੇ ਸੀਗੇ। ਡਾਰ ਡਾਰ ਫਾਸ ਠੱਗ ਮਾਰ ਮਾਰ ਡਾਰ ਹੀ। ਲੋਕ ਠੱਗਾਂ ਨੂੰ ਫੜ ਕੇ ਫਾਂਸੀ ਦੇ ਮਾਰੇ ਰਹੇ ਨੇ। ਉਹ ਜਵਾਨਾਂ 'ਚ ਮਾਰ ਦਿੰਦੇ ਸੀ, ਸਰਕਾਰਾਂ ਵੀ ਮਾਰਦੀਆਂ ਸੀ। ਜਿਵੇਂ ਰਾਜਸਥਾਨ 'ਚ ਇਹਨਾਂ ਨੇ ਆਪ ਨਹੀਂ ਮਾਰੇ ਜਾਲੇ, ਉਹ ਜਿਹੜੇ ਬਸੰਤ ਸੀ, ਤੇਲ 'ਚ ਸਾੜੇ ਨੇ, ਤੇਲ ਪਾ ਕੇ ਇਹੋ ਜਿਹਾ ਕੁਛ ਕੀਤਾ ਜਾਂਦਾ ਸੀ। ਜੇ ਸਖਤੀ ਨਾ ਕਰੇ ਨਾ ਲੋਕਾਂ ਨਾਲ, ਠੀਕ ਨਹੀਂ ਹੁੰਦੇ। ਹੁਣ ਜਿੰਨੇ ਸਖਤੀ ਘੱਟ ਹੈ ਨਾ, ਉਹਨਾਂ ਕ੍ਰਾਈਮ ਜ਼ਿਆਦਾ। ਕ੍ਰਾਈਮ ਕਦ ਵੱਧਦਾ ਜਾਂ ਸਖਤੀ ਘਟ ਜਾਂਦੀ ਹੈ। ਇਹ ਜਿਹੜੇ ਲੋਕ ਕਰਦੇ ਨੇ ਨਾ ਮੌਤ ਦੀ ਸਜ਼ਾ ਫਲਾਣਾ, ਇਹ ਵਿਦਵਾਨ ਤਾਂ ਪਾਗਲ ਨੇ, ਸਦਾਈ ਨੇ। ਇਹਨਾਂ ਦੀ ਦਿਮਾਗ ਦੀ ਉਪਜ ਹੈ। ਇਹ ਜਿਹੜਾ ਕ੍ਰਾਈਮ ਵੱਧਦਾ ਨਾ, ਤਾਂ ਹੀ ਵੱਧਦਾ ਜਦੋਂ ਸਖਤੀ ਘਟ ਜਾਂਦੀ ਹੈ ਇਹਨਾਂ ਲੋਕਾਂ ਦੇ ਖਿਲਾਫ, ਜਦ ਜੁਰਮ ਵੱਜਣ ਤੋਂ। ਸਖਤੀ ਰੱਖਣੀ ਚਾਹੀਦੀ ਹੈ। ਅਪਰਾਧ ਦੇ ਖਿਲਾਫ ਸਖਤੀ ਜਿੰਨੀ ਹੋ ਜਾਏ ਉਨੀ ਥੋੜੀ ਹੈ। ਅਪਰਾਧ ਨੂੰ ਘਟਾਉਣਾ ਤਾਂ ਸਖਤੀ ਕਰਨੀ ਪਊਗੀ, ਨਹੀਂ ਤਾਂ ਅਪਰਾਧ ਆਜ਼ਾਦ ਹੋ ਜਾਊਗਾ। ਜਿੰਨਾ ਆਜ਼ਾਦ ਹੋਊਗਾ ਲੋਕ ਜ਼ਿਆਦਾ ਅਪਰਾਧ ਕਰਨ ਲੱਗ ਜਾਣਗੇ। ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ। ਗਿਆਨ ਦੇ ਵਿਚਾਰ ਤੋਂ ਬਿਨਾ ਲੋਕ ਨਰਕ ਧਾਰ ਵਿੱਚ ਡੁੱਬਦੇ ਚਲੇ ਜਾਂਦੇ ਨੇ। ਇਸ ਕਰਕੇ ਗਿਆਨ ਵਿਚਾਰ ਸ਼ਬਦ ਵਿਚਾਰ ਹਰ ਪੰਨੇ ਤੇ ਕਈ ਵਾਰ ਲਿਖਿਆ ਮਿਲਦਾ ਸਾਨੂੰ। ਗਿਆਨ ਵਿਚਾਰ ਤੋਂ ਬਿਨਾ ਨਰਕ ਧਾਰ ਦੇ ਵਿੱਚ ਮੂਰਖ ਲੋਕ ਡੁੱਬੀ ਜਾਂਦੇ ਨੇ। ਕਹਿੰਦੇ ਨੇ ਅਸੀਂ ਧਾਰਮਿਕ ਆਪਣੇ ਆਪ ਨੂੰ ਧਾਰਮਿਕ ਕਹਿੰਦੇ ਹੋਏ, ਜਿਵੇਂ ਸੰਤ ਨੇ ਸਾਰੇ। ਬਾਬਰੇ ਤਾਂ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ, ਕਬੀਰ ਕਹਿੰਦਾ। ਇਹਨਾਂ ਲੋਕਾਂ ਨੇ ਬਿਰਥਾ ਹੀ ਜਨਮ ਗਵਾਇਆ। ਸਾਰਾ ਦਿਨ ਲੱਕ ਬੰਨੀ ਫਿਰਦੇ ਨੇ ਸਾਥ 'ਚ। ਉਹ ਜੀ ਕੈਲੰਡਰ ਫਲਾਨਾ ਤੈ ਸੰਤਾਂ ਨੇ ਕੀ ਲੈਣਾ ਕੈਲੰਡਰ ਤੇ? ਕੋਈ ਬਣਾਵੇ ਕੋਈ ਨਾ ਬਣਾਵੇ, ਬਣੀ ਜਾਣ ਦੋ। ਤੁਸੀਂ ਗਿਆਨ ਵਿਚਾਰ ਦੱਸੋ, ਗੁਰਬਾਣੀ ਕੀ ਕਹਿੰਦੀ? ਆਪੇ ਕੈਲੰਡਰ ਛੁੱਟ ਜੂਗਾ, ਕੈਲੰਡਰ ਆਪੇ ਛੁੱਟ ਜੂ। ਜਿੱਦਾਂ ਤੁਸੀਂ ਗੁਰਬਾਣੀ ਨੂੰ ਵਿਚਾਰ ਕੇ ਕੁਝ ਇਹ ਦੱਸਿਆ ਨਾ, ਆਪੇ ਭੁੱਲ ਜਾਣਗੇ ਸਾਰੇ। ਜੋ ਤੁਹਾਡੀ ਡਿਊਟੀ ਸੀ ਉਹਦਾ ਤੁਸੀਂ ਕੀਤੀ ਨਹੀਂ। ਤੁਸੀਂ ਸਗੋਂ ਉਹਨਾਂ ਦੇ ਨਾਲ ਉਲਝ ਗਏ, ਮੂਰਖਾਂ ਦੇ ਨਾਲ। ਵਿਦਵਾਨ ਤਾਂ ਮੂਰਖ ਨੇ, ਤੁਸੀਂ ਕੀ ਲੈਣਾ ਦੀ ਮੂਰਖਾਂ ਨਾਲ ਉਲਝਣ ਤੇ? ਇਹ ਸਾਰੇ ਜਿਹੜੇ ਨੇ ਦਸਮ ਪਾਤਸ਼ਾਹ ਨੇ ਥਿੱਤਾਂ ਲਿਖੀਆਂ ਹੋਈਆਂ ਨੇ, ਇਸ ਇਹਦੇ ਵਿੱਚ ਜਦ ਪੂਰਾ ਕੀਤਾ, ਜਿਹੜੀ ਤਰੀਕ ਨੂੰ ਪੂਰਾ ਕੀਤਾ, ਕੋਈ ਗ੍ਰੰਥ, ਕੋਈ ਪੋਥੀ, ਕੋਈ ਪਾਠ, ਉਹਦੇ ਤਰੀਕਾ ਜਿਹੜੀਆਂ ਦਿੱਤੀਆਂ ਹੋਈਆਂ ਨੇ, ਮਾਨਤਾ ਦਿੱਤੀ ਹੋਈ ਹੈ। ਵਿਸਾਖੀ ਨੂੰ ਮਾਨਤਾ ਦਿੱਤੀ ਹੋਈ ਹੈ, 12 ਮਾਹ ਲਿਖਿਆ ਹੋਇਆ, ਥਿੱਤੀ ਗੌੜੀ ਲਿਖੀ ਹੋਈ ਹੈ, ਥਿੱਤਾਂ ਲਿਖੀਆਂ ਹੋਈਆਂ ਨੇ। ਇਹਦੇ ਨਾਲ ਕੀ ਨਹਿਰਾਪਣ ਹੋ ਜੂ ਬਈ? ਅਸਲ 'ਚ ਜਿਹੜੇ ਵਿਦਵਾਨ ਨੇ ਨਾ, ਉਹਨਾਂ ਨੂੰ ਧਾਰਮਿਕ ਬੰਦੇ ਹੀ ਨਹੀਂ ਹੁੰਦੇ। ਇਹਨਾਂ ਨੇ ਪਾਉਣੀ ਹੁੰਦੀ ਵੱਟਾਂ ਨਵੀਆਂ। ਗੁਰਬਾਣੀ ਵੱਟਾਂ ਨਵੀਆਂ ਨਹੀਂ ਪਾਉਂਦੀ, ਢਾਉਂਦੀ ਹੈ। ਜਿਹੜੀਆਂ ਪਈਆਂ ਹੋਈਆਂ ਵੱਟਾਂ ਨੇ ਢਾਉੜੀਆਂ ਨੇ ਅਸੀਂ। ਉਹਨਾਂ ਦਾ ਮਕਾਤਾ ਤਿਤਵਾਰ ਨਾ ਜੋਗੀ ਜਾਣੇ ਰੁਤਬਾ ਨਾ ਕੋਈ, ਜਾਂ ਕਰਤਾ ਸਿੱਖੀ ਕੋ ਸਾਜੇ ਆਪੇ ਜਾਣੇ ਸੋਏ। ਇਹ ਉਸ ਨਾਨਕ ਦੇ ਨਾਂ ਤੇ ਕੈਲੰਡਰ ਬਣਾਉਂਦਾ ਜਿਹੜਾ ਆ ਕਹਿੰਦਾ। ਉਹ ਤਾਂ ਇਹਨੂੰ ਮੰਨਦਾ ਹੀ ਨਹੀਂ। ਤੁਸੀਂ ਇਹਨੂੰ ਮਾਨਤਾ ਦੇ ਰਹੇ ਹੋ, ਗੁਰਮਤਿ ਦੇ ਖਿਲਾਫ ਹੈ ਇਹਨੂੰ ਮਾਨਤਾ ਦੇਣੀ। ਜੋ ਚੱਲਦਾ ਚੱਲੀ ਜਾਣ ਦੋ। ਸਵਾਲ ਇਹ ਗੁਰਬਾਣੀ ਕੀ ਕਹਿੰਦੀ ਇਹ ਦੱਸਣਾ ਆਪਾਂ ਲੋਕਾਂ ਨੂੰ। ਇਹ ਗੱਲਾਂ ਮਗਰ ਧਿਆਨ ਦੇ ਕੇ ਕੀ ਫਰਕ ਪਊ? ਕੀ ਨਹਿਰਾ ਪਾਣੀ ਸਾਡਾ ਹੋ ਜੂਗਾ ਇਹਦੇ ਨਾਲ? ਕੁਛ ਵੀ ਨਹਿਰਾ ਪਾਣੀ ਹੋਣ ਵਾਲਾ ਇਹਦੇ।
ਭਾਵਨਾ ਵਿਹੀਨ ਕੈਸੇ ਇਸ ਗਿਆਨ ਗੱਲ ਕੋ ਨੂੰ ਵਿਚਾਰ। ਮੁੱਦਾ ਬਣਾ ਕੇ ਅਸੀਂ ਹਿੰਦੂਆਂ ਨੂੰ ਜਾਂ ਮੁਸਲਮਾਨਾਂ ਨੂੰ ਇਸ ਗੱਲ ਨੂੰ ਮੁੱਦਾ ਬਣਾ ਕੇ ਵੱਖਰੇ ਹੋਈਏ। ਅਸੀਂ ਮੂਰਖ ਨਹੀਂ ਤਾਂ ਹੋਰ ਕੀ ਆ? ਜਲੂਸ ਨਿਕਲਦਾ ਜੋ ਮੰਨਦੇ ਨੇ ਮੰਨੀ ਜਾਓ। ਉਹਨਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਵਿਚਾਰਧਾਰਾ ਬਦਲੋ ਉਹਨਾਂ ਦੀ। ਭਾਵਨਾ ਵਿਹੀਨ ਕੈਸੇ ਗਿਆਨ ਕੋ ਵਿਚਾਰ ਹੀ। ਜੇ ਉਹ ਹਾਂ ਭਾਵਨਾ ਵਿਹੀਨ ਕੈਸੇ ਗਿਆਨ ਕੋ ਵਿਚਾਰ ਹੀ। ਗਿਆਨ ਵਿਚਾਰ ਜੇ ਅੰਦਰ ਭੁੱਖ ਨਹੀਂ ਹੈ ਨਹੀਂ ਕਰਦਾ ਕੋਈ ਵੀ। ਭੁੱਖ ਨਾਲ ਗਿਆਨ ਵਿਚਾਰ ਕਰਨੀ ਹੈ। ਅਸੀਂ ਕਰਨੀ ਹੈ ਗਿਆਨ ਵਿਚਾਰ। ਗਿਆਨ ਵਿਚਾਰ ਕਰਕੇ ਜਾਂ ਲੋਕਾਂ ਨੂੰ ਸਮਝਾ, ਲੋਕਾਂ ਨੂੰ ਗਿਆਨ ਦੇ ਦਿਓ, ਆਪੇ ਛੱਡ ਦੇਣਗੇ ਸਭ ਕੁਝ। ਦਿੰਦਾ ਕੀ ਹੈ? ਕੋਈ ਮੰਨੀ ਜਾਓ। ਫਿਰ ਜਿਹੜੇ ਸਾਡੇ ਦਾ ਦਿਨ ਬਣਾਉਣ ਦਾ ਮਤਲਬ ਹੈ ਕੋਈ ਨਹੀਂ। ਸਾਡੇ ਨਾਲ ਜਨਮ ਨਾ ਮਰਨੇ ਨੂੰ ਬਾਣੀ ਨਹੀਂ ਬਣਦੀ। ਸਮਝ ਲਈ? ਜਨਮ ਮਰਨ ਤਾਂ ਹੁੰਦਾ ਹੀ ਨਹੀਂ। ਜਨਮ ਮਰਨ ਕਾ ਭਰਮ ਗਿਆ ਗੁਰ ਸਾਖੀ ਜਾਗੀ। ਜਿਹੜਾ ਜਨਮ ਮਰਨ ਸੰਸਾਰੀ ਹੈ ਇਹਨੂੰ ਅਸੀਂ ਮੰਨਦੇ ਹੀ ਨਹੀਂ। ਜਦ ਅਸੀਂ ਕੈਲੰਡਰ ਤੇ ਕੀ ਲੈਣਾ? ਜਨਮ ਮਰਨ ਦੂਹੂ ਮੈਂ ਨਹੀਂ ਜਨਮ ਪਰ ਬੁਗਾਰੀ ਆਏ।